आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम। तुसी सुन रहे हो रंग एफएम। आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम। तुसी सुन रहे हो रंग एफएम। आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम। तुसी सुन रहे हो रंग एफएम। आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम। तुसी सुन रहे हो रंग एफएम। जी दोस्तों सलाम आदाब नमस्ते सत श्री अकाल जी। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਇਸ ਰੇਡੀਓ ਦੇ ਉੱਤੇ। ਤੁਸੀਂ ਸੁਣ ਰਹੇ ਹੋ ਜੀ ਰੰਗ ਐਫਐਮ ਯਾਨੀ ਕਿ ਸਭ ਦੇ ਸੰਗ ਨਵੀਂ ਉਮੰਗ। ਮੈਂ ਹਾਂ ਤੁਹਾਡਾ ਦੋਸਤ ਤੁਹਾਡਾ ਹੋਸਟ ਸ਼ਹਿਬਾਜ਼। ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਤੇ ਹੋਸਟ ਨਜ਼ਾ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸਤਰੰਗੇ ਪਲ ਦੇ ਵਿੱਚ। ਹਾਜ਼ਰ ਹਾਂ ਲੈ ਕੇ ਅੱਜ ਦਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਜੀ ਸਭ ਦਾ ਰੰਗ ਐਫਐਮ ਤੇ। ਉਮੀਦ ਹੈ ਸਭ ਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਏਗਾ। ਬਿਲਕੁਲ ਜੀ, ਅੱਜ ਹੈ ਜੀ ਤਰੀਕ 3 ਅਪ੍ਰੈਲ ਤੇ ਰਾਤ ਦੇ 8 ਵਜੇ ਤਕਰੀਬਨ 5-6 ਮਿੰਟ ਹੋ ਚੁੱਕੇ ਆ ਜੀ। ਤੁਹਾਡੇ ਨਾਲ ਜੁੜ ਗਏ ਜੀ ਲਾਈਵ ਰੰਗ ਐਫਐਮ ਦੇ ਫੇਸਬੁੱਕ ਪੇਜ ਦੇ ਜ਼ਰੀਏ। ਅੱਜ ਵੀ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ। ਅੱਜ ਵੀ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ। ਤੁਹਾਡੇ ਨਾਲ ਗੱਲਾਂ ਕਰਾਂਗੇ, ਤੁਹਾਡੇ ਵੀ ਵਿਚਾਰ ਸੁਣਾਂਗੇ, ਤੁਹਾਡੇ ਕਮੈਂਟਸ ਵੀ ਪੜ੍ਹਾਂਗੇ, ਤੁਹਾਡੇ ਨਾਲ ਗੱਲਬਾਤ ਵੀ ਹੋਏਗੀ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਅਸੀਂ ਰਾਬਤਾ ਬਣਾਈ ਰੱਖਾਂਗੇ ਆਪਣੇ ਵੱਖਰੇ ਵੱਖਰੇ ਪ੍ਰੋਗਰਾਮਸ ਦੇ ਜ਼ਰੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਪਿਆਰ ਦੇ ਰਹੇ ਹੋ ਸਾਡੇ ਪ੍ਰੋਗਰਾਮ ਨੂੰ, ਸਾਡੇ ਇਸ ਰੇਡੀਓ ਨੂੰ। ਸਾਡੇ ਬਾਕੀ ਵੀ ਜਿੰਨੇ ਪ੍ਰੋਗਰਾਮਸ ਨੇ ਤੁਸੀਂ ਉਹਨਾਂ ਨੂੰ ਓਨਾ ਹੀ ਪਿਆਰ ਦੇ ਰਹੇ ਹੋ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸਵਾਗਤ ਜੀ। ਸ਼ਹਿਬਾਜ਼ ਜੀ ਪਹਿਲਾਂ ਆਪਾਂ ਕਮੈਂਟਸ ਪੜ੍ਹ ਲਈਏ, ਸਵਾਗਤ ਕਰੀਏ ਸਭ ਦਾ। ਜੀ ਬਿਲਕੁਲ ਜੀ, ਸਾਡੀ ਰੰਗ ਐਫਐਮ ਟੀਮ ਵੱਲੋਂ ਸਾਨੂੰ ਕਮੈਂਟ ਆਇਆ ਜੀ ਕਿ ਗ੍ਰੇਸ਼ੀਅਸ ਵੈਲਕਮ ਫਰੋਮ ਰੰਗ ਐਫਐਮ ਟੀਮ। ਬਹੁਤ ਬਹੁਤ ਸ਼ੁਕਰੀਆ ਸਾਡੀ ਟੀਮ ਦਾ, ਬਹੁਤ ਬਹੁਤ ਜੀ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਸਾਨੂੰ। ਅਜਮਲ ਸ਼ਰੀਫ ਜੀ ਆਏ ਨੇ ਜੀ, ਕਹਿੰਦੇ ਨੇ ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਅਜਮਲ ਜੀ ਭਾਈ, ਸਵਾਗਤ ਹੈ ਜੀ, ਜੀ ਆਇਆਂ ਨੂੰ। ਲਿਖਦੇ ਨੇ ਕਿ ਸਭ ਦੋਸਤਾਂ ਭੈਣਾਂ ਭਰਾਵਾਂ ਨੂੰ ਸਲਾਮ ਆਦਾਬ ਸਤਿ ਸ਼੍ਰੀ ਅਕਾਲ ਜੀ। ਸਵਾਗਤ, ਸਤਿ ਸ਼੍ਰੀ ਅਕਾਲ ਤੁਹਾਨੂੰ, ਜੀ ਆਇਆਂ ਨੂੰ ਜੀ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ ਆ, ਤੁਹਾਡੇ ਪੂਰੇ ਪਰਿਵਾਰ ਨੂੰ, ਇਹ ਸਾਡੇ ਇਸ ਰੰਗ ਐਫਐਮ ਪਰਿਵਾਰ ਨੂੰ ਤੁਹਾਡੀ ਸਲਾਮ ਪਹੁੰਚ ਗਈ ਹੈ ਤੇ ਸਾਡੇ ਇਸ ਪੂਰੇ ਪਰਿਵਾਰ ਵੱਲੋਂ, ਸਾਡੇ ਇਸ ਰੰਗ ਐਫਐਮ ਟੀਮ ਵੱਲੋਂ ਤੁਹਾਨੂੰ ਵੀ ਦਿਲੋਂ ਬਹੁਤ ਸਾਰਾ ਸਤਿਕਾਰ, ਬਹੁਤ ਬਹੁਤ ਪਿਆਰ। ਤੇ ਸਾਨੂੰ ਸੁਮਨ ਜੀ ਦਾ ਕਮੈਂਟ ਆਇਆ, ਕਹਿੰਦੇ ਸਵੀਟ ਕਪਲ ਜੀ। ਥੈਂਕ ਯੂ ਸੋ ਮਚ ਸੁਮਨ ਜੀ, ਬਹੁਤ ਬਹੁਤ ਸ਼ੁਕਰੀਆ ਸੁਮਨ ਜੀ। ਸਵਾਗਤ ਹੈ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ। ਅਮਨ ਦਾਤੇਵਾਸੀ ਜੀ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਅਮਨ ਜੀ, ਸ਼ੁਕਰੀਆ ਜੀ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਏ ਹੋ ਜੀ, ਮਿਹਰਬਾਨੀ। ਅਜਮਲ ਜੀ ਕਹਿੰਦੇ ਨੇ ਜੀ ਕਰ ਲਓ ਘਿਓ ਨੂੰ ਭਾਂਡਾ, ਤੁਸੀਂ ਅੱਜ ਮੇਰੀ ਆਦਤਾਂ ਤੇ ਗੱਲ ਕਰਨੀ ਹੈ। ਚਲੋ ਵਧੀਆ ਕੀਤਾ, ਵੈਸੇ ਤੁਸੀਂ ਯਾਦ ਕਰਾ ਦਿੱਤਾ, ਇਹ ਬਹੁਤ ਖੂਬ ਤੁਸੀਂ ਯਾਦ ਕਰਾਇਆ। ਤੁਹਾਡੀ ਆਦਤ ਵੀ ਜਿਹੜੀ ਵਿੱਚ ਅਸੀਂ ਸ਼ਾਮਲ ਕਰ ਲਾਂਗੇ, 2-4 ਆਦਤਾਂ ਤੁਹਾਡੀਆਂ ਜਿਹੜੀਆਂ ਉਹਨਾਂ ਨੂੰ ਸ਼ਾਮਲ ਕਰਾਂਗੇ ਤੇ ਉਹਦੇ ਬਾਰੇ ਵੀ ਥੋੜੀ ਚਲੋ ਗੱਲ ਹੋ ਜਾਏਗੀ। ਬਹੁਤ ਬਹੁਤ ਸ਼ੁਕਰੀਆ ਯਾਦ ਦਿਵਾਉਣ ਲਈ। ਸ਼ਾਮ ਸੁੰਦਰ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਵੀ ਜੀ। ਜੀ ਆਇਆਂ ਨੂੰ। ਹਕੀਮ ਅਰਸ਼ਦ ਸ਼ਹਿਜ਼ਾਦ ਜੀ ਆਏ ਨੇ, ਕਹਿੰਦੇ ਇਸਲਾਮ ਸਤਿਕਾਰ। ਵਾਲੇਕੁਮ ਅਸਲਾਮ ਜੀ ਹਕੀਮ ਸਾਹਿਬ, ਇਹ ਤੁਹਾਡੀ ਸਿਹਤ ਕਿਸ ਤਰ੍ਹਾਂ ਜੀ? ਅੱਲਾ ਮੀਆਂ ਤੁਹਾਨੂੰ ਖੁਸ਼ ਰੱਖੇ ਜੀ, ਸਿਹਤਯਾਬ ਰੱਖੇ, ਸਾਡੀ ਇਹੀ ਦੁਆ ਹੈ। ਰਾਜਵੰਤ ਕੌਰ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਗੋਡ ਬਲੈਸ ਯੂ। ਸਤਿ ਸ਼੍ਰੀ ਅਕਾਲ ਜੀ। ਤੇ ਉਹ ਰੱਬ, ਉਹ ਅੱਲਾ ਮੀਆਂ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ, ਤੁਹਾਨੂੰ ਵੀ ਹਮੇਸ਼ਾ ਖੁਸ਼ ਰੱਖੇ, ਆਬਾਦ ਰੱਖੇ। ਬਹੁਤ ਮਿਹਰਬਾਨੀ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਏ ਹੋ, ਜੁੜੇ ਹੋ। ਕਮੈਂਟ ਵੀ ਜ਼ਰੂਰ ਕਰਨਾ ਜੀ, ਆਪਣੇ ਬੇਸ਼ਕੀਮਤੀ ਵਿਚਾਰ ਜ਼ਰੂਰ ਦੇਣਾ ਜੀ। ਤੇ ਦੋਸਤੋ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਜੀ ਕੁਝ ਬੁਰੀਆਂ ਆਦਤਾਂ। ਲੇਕਿਨ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਦੱਸ ਦਿਓ ਤੁਹਾਡੇ ਤੱਕ ਸਾਡੀ ਆਵਾਜ਼, ਸਾਡੀ ਆਡੀਓ, ਸਾਡੀ ਵੀਡੀਓ ਠੀਕ ਤਰ੍ਹਾਂ ਪਹੁੰਚ ਰਹੀ ਕਿ ਨਹੀਂ ਪਹੁੰਚ ਰਹੀ, ਕਿਉਂਕਿ ਲਾਈਵ ਦੇ ਵਿੱਚ ਕਈ ਵਾਰੀ ਨਾ ਕੁਝ ਟੈਕਨੀਕਲ ਪ੍ਰੋਬਲਮ ਆ ਜਾਂਦੀਆਂ। ਜੀ ਬਿਲਕੁਲ। ਇੱਕ ਗੱਲ ਹੋਰ,
ਕੁਝ ਬੁਰੀਆਂ ਆਦਤਾਂ ਜਿਹੜੀਆਂ ਹੈ ਤੁਹਾਨੂੰ ਵੀ ਪਤਾ ਹੋਊਗਾ ਕਿ ਤੁਹਾਡੇ ਵਿੱਚ ਕੀ ਨੇ, ਉਹ ਵੀ ਜ਼ਰੂਰ ਦੱਸਿਓ ਤੁਹਾਡੀਆਂ ਬੁਰੀਆਂ ਆਦਤਾਂ ਕੀ ਨੇ। ਅਸੀਂ ਵੀ ਜੀ ਅਸੀਂ ਵੀ ਦੱਸਾਂਗੇ ਜੀ ਸਾਡੀਆਂ ਬੁਰੀਆਂ ਆਦਤਾਂ ਕੀ ਨੇ। ਤੇ ਕਿਉਂਕਿ ਇੱਥੇ ਤੁਸੀਂ ਆਪਣੇ ਦਿਲ ਦੀ ਗੱਲ ਇਸ ਪ੍ਰੋਗਰਾਮ ਦੇ ਉੱਤੇ ਆਪਣੇ ਪਰਿਵਾਰ ਦੇ ਸਾਹਮਣੇ ਕਰ ਸਕਦੇ ਹੋ। ਕਈ ਵਾਰੀ ਦੋਸਤੋ ਕੀ ਹੁੰਦਾ, ਕੋਈ ਸਾਨੂੰ ਬੁਰੀ ਆਦਤ ਹੁੰਦੀ ਹੈ ਨਾ, ਜਦੋਂ ਅਸੀਂ ਉਸ ਬੁਰੀ ਆਦਤ ਦਾ ਇਕਬਾਲ ਸਭ ਦੇ ਸਾਹਮਣੇ ਕਰ ਲੈਂਦੇ ਹਾਂ, ਉਸ ਬੁਰੀ ਆਦਤ ਨੂੰ ਕਈ ਵਾਰੀ ਜਦੋਂ ਸਭ ਦੇ ਸਾਹਮਣੇ ਮੰਨ ਲੈਂਦੇ ਆ ਨਾ, ਤਾਂ ਕਈ ਵਾਰੀ ਉਹ ਜਿਹੜੀ ਬੁਰੀ ਆਦਤ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਮੰਨ ਲੈਣਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਕਿਸੇ ਚੀਜ਼ ਨੂੰ, ਕਿਸੇ ਗੁਨਾਹ ਨੂੰ, ਕਿਸੇ ਗਲਤੀ ਨੂੰ, ਕਿਸੇ ਬੁਰੀ ਆਦਤ ਨੂੰ ਮੰਨ ਲੈਣਾ ਵੀ ਜਿਹੜੀ ਸਭ ਤੋਂ ਵੱਡੀ ਇੱਕ ਮਾਫੀ ਦਾ ਇੱਕ ਜ਼ਰੀਆ ਹੁੰਦਾ ਹੈ। ਸੋ ਜੇ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਜੇ ਮੁਨਾਸਿਬ ਸਮਝੋ, ਤੁਹਾਨੂੰ ਜੇ ਲੱਗਦਾ ਹੋਵੇ ਕਿ ਤੁਹਾਡੇ 'ਚ ਕੋਈ ਬੁਰੀ ਆਦਤ ਹੈ ਜਿਹਨੂੰ ਤੁਸੀਂ ਠੀਕ ਕਰਨਾ ਚਾਹੁੰਦੇ ਹੋ, ਛੁੱਟੀ ਹੈ ਚਾਹੇ ਵੱਡੀ ਹੈ, ਤਾਂ ਜ਼ਰੂਰ ਆਪਣੇ ਦਿਲ ਦੀ ਗੱਲ ਇੱਥੇ ਸਾਂਝੀ ਕਰ ਲਓ। ਹੋ ਸਕਦਾ ਤੁਹਾਡੀ ਆਦਤ ਜਿਹੜੀ ਹੈ ਉਹ ਦੂਰ ਹੋ ਜਾਵੇ। ਜਸਪ੍ਰੀਤ ਸੰਘਾ ਜੀ ਆਏ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਜਸਪ੍ਰੀਤ ਜੀ ਬਹੁਤ ਬਹੁਤ ਸਵਾਗਤ। ਸੰਘਾ ਜੀ ਇੰਨੇ ਸਾਲਾਂ ਬਾਅਦ ਤੁਸੀਂ ਆਏ ਹੋ, ਸਵਾਗਤ ਹੈ ਤੁਹਾਡਾ। ਕਾਫੀ ਦਿਨਾਂ ਤੋਂ ਤੁਹਾਡੀ ਗੈਰ ਹਾਜ਼ਰੀ ਲੱਗ ਰਹੀ ਹੈ, ਤੁਹਾਡੀ ਗਜ਼ਲ ਦੀ ਉਡੀਕ ਹੈ, ਜ਼ਰੂਰ ਭੇਜੋ ਆਪਣੀ ਰਚਨਾ। ਤਨਵੀਰ ਪੁਰੀ ਜੀ ਆਏ ਨੇ ਜੀ, ਕਹਿੰਦੇ ਨੇ ਜੀ अस्सलाम वालेकुम ਜੀ ਸਾਰੇ ਪਰਿਵਾਰ ਨੂੰ ਜੀ। ਵਾਲੇਕੁਮ अस्सलाम ਪੁਰੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਜੀ। ਤੇ ਸਤਿ ਸ਼੍ਰੀ ਅਕਾਲ ਕੀਤੀ ਜੀ ਜਸਪ੍ਰੀਤ ਜੀ ਨੇ ਜੀ, ਸਤਿ ਸ਼੍ਰੀ ਅਕਾਲ। ਅਜਮਲ ਜੀ ਕਹਿੰਦੇ ਨੇ ਮੈਂ ਅੱਜ ਫਿਰ ਚੁੱਪ ਕਰਕੇ ਦੇਖੋ ਦੇਖਦਾ। ਅਜਮਲ ਭਾਈ ਕਿੰਨੇ ਵਧੀਆ ਨੇ, ਉਹਨਾਂ ਨੇ ਪਹਿਲਾਂ ਹੀ ਮੰਨ ਲਿਆ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਮੇਰੇ ਤੇ ਹੈ, ਯਾਨੀ ਉਹਨਾਂ ਨੇ ਸਾਰੀਆਂ ਆਪਣੀਆਂ ਬੁਰੀਆਂ ਆਦਤਾਂ ਨੂੰ ਖੁਦ ਹੀ ਮੰਨ ਲਿਆ ਹੈ, ਤੇ ਇਸ ਕਰਕੇ ਇਹਨਾਂ ਦੀਆਂ ਬੁਰੀਆਂ ਆਦਤਾਂ ਰਹੀਆਂ ਹੀ ਨਹੀਂ ਸ਼ਿਬਾਜੀ ਤੁਹਾਡੇ ਕਹਿਣ ਮੁਤਾਬਕ ਜੀ। ਕਹਿੰਦੇ ਨੇ ਬਿਲਕੁਲ ਠੀਕ ਹੈ ਜੀ, ਹਾਂਜੀ ਬਿਲਕੁਲ ਠੀਕ ਹੈ ਜੀ। ਤੇ ਹਕੀਮ ਸਾਹਿਬ ਨੇ ਕਮੈਂਟ ਕੀਤਾ ਕਿ ਸਭ ਤੋਂ ਬੁਰੀ ਆਦਤ ਹੈ ਜੀ ਝੂਠ ਬੋਲਣਾ। ਜੀ ਬਿਲਕੁਲ, ਝੂਠ ਬੋਲਣਾ ਵਾਕਈ ਬਹੁਤ ਬੁਰੀ ਆਦਤ ਹੈ। ਅਜਮਲ ਜੀ ਕਹਿੰਦੇ ਨੇ ਕੋਈ ਇੱਕ ਹੋਵੇ ਤਾਂ ਦੱਸਾਂ। ਕੋਈ ਨਹੀਂ, ਇੱਕ ਇੱਕ ਕਰਕੇ ਦੱਸੋ ਜੀ ਤੁਸੀਂ। ਜਿੰਨੀਆਂ ਦੋ ਚਾਰ ਜੇ ਠੀਕ ਹੁੰਦੀਆਂ ਤੇ ਉਹ ਸਮਝੋ ਪੂਰਾ ਘੰਟਾ ਹੈਗਾ ਜੀ, 1 ਘੰਟਾ ਹੈਗਾ। ਜੇ ਤੁਸੀਂ ਆਪਣੀ ਦੋ ਚਾਰ ਬੁਰੀਆਂ ਆਦਤਾਂ ਦੱਸ ਦੋਗੇ ਤਾਂ ਸਾਨੂੰ ਵੀ ਖੁਸ਼ੀ ਹੋਊਗੀ ਕਿ ਚਲੋ ਅਸੀਂ ਤੁਹਾਨੂੰ ਸੁਧਾਰਨ ਦੇ ਵਿੱਚ, ਤੁਹਾਡੇ ਉਸਤਾਦ ਤਾਂ ਚਲੋ ਤੁਹਾਨੂੰ ਨਹੀਂ ਸੁਧਾਰ ਸਕੇ ਜਿਵੇਂ ਤੁਸੀਂ ਦੱਸਦੇ ਹੁੰਦੇ ਆ, ਘੱਟੋ ਘੱਟ ਸ਼ਾਇਦ ਤੁਹਾਡੇ ਅਸੀਂ ਛੋਟੇ ਭੈਣ ਭਰਾ ਤੁਹਾਨੂੰ ਸੁਧਾਰ ਸਕੀਏ। ਜ਼ਰੂਰ ਦੱਸਣਾ ਜੀ। ਸ਼ਾਮ ਸੁੰਦਰ ਜੀ ਕਹਿੰਦੇ ਨੇ ਜੀ ਆਲ ਇਜ਼ ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਮਨਪ੍ਰੀਤ ਵਾਂਦਰ ਜੀ ਆਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਅਤੇ ਸਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਜੀ ਨੂੰ, ਬਹੁਤ ਬਹੁਤ ਸਵਾਗਤ। ਰਾਜਵਿੰਦਰ ਕੌਰ ਸੈਣੀ ਜੀ ਆਨੇ ਕਹਿੰਦੇ ਸੋਹਣੀ ਜੋੜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ, ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ, ਮਿਹਰਬਾਨੀ। ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ। ਲਓ ਜੀ, ਅੱਜ ਦਾ ਜਿਹੜਾ ਵਿਸ਼ਾ ਹੈ, ਕੁਝ ਬੁਰੀਆਂ ਆਦਤਾਂ ਜਿਹੜੀਆਂ ਕਦੇ ਕਦੇ ਸਾਨੂੰ ਲੱਗਦਾ ਕਿ ਉਹ ਚੰਗੀਆਂ ਨੇ, ਸਾਨੂੰ ਆਪਣੇ ਲਈ ਲੱਗਦਾ ਕਿ ਉਹ ਚੰਗੀਆਂ ਨੇ, ਪਰ ਉਹ ਹੁੰਦੀਆਂ ਚੰਗੀਆਂ ਨੇ, ਉਹ ਹੁੰਦੀਆਂ ਬੁਰੀਆਂ ਨੇ। ਉਹਨਾਂ ਤੇ ਅੱਜ ਜ਼ਰੂਰ ਗੱਲ ਕਰਦੇ ਆ, ਦੇਖਦੇ ਆ। ਤੁਸੀਂ ਵੀ ਆਪਣੀ ਆਦਤਾਂ ਜ਼ਰੂਰ ਦੱਸਿਓ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿ ਚੰਗੀਆਂ ਨੇ ਜਾਂ ਬੁਰੀਆਂ ਨੇ ਤੁਹਾਡੇ ਵਿੱਚ, ਉਹ ਜ਼ਰੂਰ ਸਾਂਝਾ ਕਰਿਓ, ਅਸੀਂ ਵੀ ਦੱਸਾਂਗੇ ਜੀ। ਦੋਸਤੋ ਆਦਤਾਂ ਹਰ ਇਨਸਾਨ 'ਚ ਹੁੰਦੀਆਂ, ਚੰਗੀਆਂ ਹੁੰਦੀਆਂ, ਮਾੜੀਆਂ ਹੁੰਦੀਆਂ, ਪਰ ਅੱਜ ਅਸੀਂ ਮਾੜੀਆਂ ਆਦਤਾਂ ਦੇ ਬਾਰੇ ਗੱਲ ਕਰਨੀ। ਕੁਝ ਆਦਤਾਂ, ਜਿੱਦਾਂ ਮਨਜ਼ਰ ਨੇ ਕਿਹਾ ਕਿ ਕੁਝ ਆਦਤਾਂ ਹੁੰਦੀਆਂ ਜਿਹੜੀਆਂ ਸਾਨੂੰ ਤਾਂ ਸ਼ਾਇਦ ਲੱਗਦਾ ਹੋਵੇ ਠੀਕ ਹੋ, ਪਰ ਉਹ ਦੂਜਿਆਂ ਲਈ ਕਈ ਵਾਰੀ ਮਾੜੀਆਂ ਹੁੰਦੀਆਂ। ਅਕਸਰ ਆਪਾਂ ਦੇਖਦੇ ਹਾਂ ਇੱਕ ਆਦਤ ਜਿਹੜੀ ਹੈਗੀ ਆ ਗੁੱਸੇ ਵਿੱਚ ਬੋਲਣ ਦੀ, ਕੌੜਾ ਬੋਲਣ ਦੀ। ਕਈ ਲੋਕ ਜਿਹੜੇ ਹਰ ਵਕਤ ਗੁੱਸੇ ਵਿੱਚ ਕੌੜਾ ਬੋਲਦੇ ਆ। ਅਸੀਂ ਦੁਕਾਨ ਦੇ ਉੱਤੇ ਦੇਖਦੇ ਹਾਂ, ਜਾਂ ਬੱਸਾਂ ਵਿੱਚ ਕੰਡਕਟਰ ਜਿਹੜੇ ਹੁੰਦੇ ਆ, ਜਾਂ ਹਸਪਤਾਲਾਂ ਵਿੱਚ ਜਾਈਏ ਕਈ ਵਾਰ ਡਾਕਟਰ ਇਸ ਤਰ੍ਹਾਂ ਦੇ ਹੁੰਦੇ, ਜਾਂ ਸਕੂਲ ਵਿੱਚ ਜਾਓ ਟੀਚਰ ਇਸ ਤਰ੍ਹਾਂ ਦੇ ਹੁੰਦੇ, ਬੈਂਕ ਵਿੱਚ ਜਾਓ ਕਈ ਇੰਪਲੋਈ ਇਸ ਤਰ੍ਹਾਂ ਦੇ ਹੁੰਦੇ ਆ। ਹਰ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਇੱਕ ਇਨਸਾਨ ਇੱਦਾਂ ਦਾ ਹੁੰਦਾ ਜਿਹੜਾ ਕਿ ਥੋੜ੍ਹਾ ਕੌੜਾ ਬੋਲਦਾ ਹੁੰਦਾ, ਗੁੱਸੇ ਵਿੱਚ ਬੋਲਦਾ ਹੁੰਦਾ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਬੰਦਾ ਗੁੱਸੇ ਵਿੱਚ ਬੋਲਦਾ ਹੋਵੇ ਜਾਂ ਥੋੜ੍ਹਾ ਕੌੜਾ ਬੋਲਦਾ ਹੋਵੇ ਤਾਂ ਉਹਦਾ ਦਿਲ ਕਹਿੰਦੇ ਸਾਫ਼ ਹੁੰਦਾ ਆ, ਉਹ ਦਿਲ ਦਾ ਮਾੜਾ ਨਹੀਂ ਹੁੰਦਾ। ਪਰ ਦੂਜਿਆਂ ਵਾਸਤੇ ਉਹ ਜਿਹੜੀ ਗੱਲ ਹੈ ਕਈ ਵਾਰੀ ਮਾੜੀ ਸਾਬਤ ਹੋ ਜਾਂਦੀ ਹੈ, ਕਿਉਂਕਿ ਹਰ ਇਨਸਾਨ ਨੂੰ ਨਹੀਂ ਪਤਾ ਕਿ ਇਹ ਬੰਦਾ ਗੁੱਸੇ ਵਿੱਚ ਬੋਲਿਆ ਜਾਂ ਇਹ ਕੌੜਾ ਬੋਲਿਆ ਜਾਂ ਇਹਦਾ ਦਿਲ ਸਾਫ਼ ਹੈ ਕਿ ਨਹੀਂ ਹੈ, ਜਾਂ ਇਹਦੀ ਆਦਤ ਹੀ ਇਹੀ ਹੈ। ਜਿਹੜਾ ਇਨਸਾਨ ਪਹਿਲੀ ਵਾਰੀ ਮਿਲਦਾ ਹੈ ਉਹਨੂੰ ਇਹੀ ਲੱਗਦਾ ਹੁੰਦਾ ਕਿ ਇਹ ਬੰਦਾ ਜਿਹੜਾ ਮੇਰੇ ਨਾਲ ਗੁੱਸੇ ਵਿੱਚ ਬੋਲਿਆ, ਕਈ ਵਾਰੀ ਲੜਾਈ ਝਗੜਾ ਵੀ ਹੋ ਜਾਂਦਾ, ਜਾਂ ਕੋਈ ਮਨ ਦੇ ਵਿੱਚ ਕੋਈ ਇੱਦਾਂ ਦੀ ਕੜਵਾਹਟ ਵੀ ਆ ਜਾਂਦੀ ਹੈ। ਸੋ ਕਈ ਆਦਤਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਨੂੰ ਤਾਂ ਦੇਖਣ ਨੂੰ ਲੱਗਦਾ ਹੁੰਦਾ ਕਿ ਚੰਗੀਆਂ ਨੇ, ਪਰ ਦੂਜਿਆਂ ਲਈ ਉਹ ਮਾੜੀਆਂ ਸਾਬਤ ਹੋ ਜਾਂਦੀਆਂ। ਤੇ ਉਹਨਾਂ ਆਦਤਾਂ ਬਾਰੇ ਅੱਜ ਆਪਾਂ ਗੱਲ ਕਰਨੀ ਹੈ। ਤੇ ਸਭ ਤੋਂ ਪਹਿਲੀ ਜਿਹੜੀ ਆਦਤ ਆ, ਸਭ ਤੋਂ ਵੱਡੀ ਬੁਰੀ ਆਦਤ ਆ, ਉਹ ਹੈ ਜੀ ਇਹ ਫੋਕਸ ਦੀ ਕਮੀ ਹੋਣਾ। ਤੁਹਾਡੇ ਧਿਆਨ, ਜਿਹਨੂੰ ਆਪਾਂ ਕਹਿੰਦੇ ਧਿਆਨ ਕੇਂਦਰਿਤ ਕਰਕੇ ਕਿਸੇ ਕੰਮ ਨੂੰ ਪੂਰਾ ਕਰਨਾ। ਸਾਡਾ ਫੋਕਸ ਦੋਸਤੋ ਕਈ ਵਾਰੀ ਘੱਟ ਹੁੰਦਾ ਹੈ, ਅਸੀਂ ਇੱਕ ਚੀਜ਼ ਵੱਲ ਧਿਆਨ ਨਹੀਂ ਦਿੰਦੇ। ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਸਾਧਨ ਆ ਚੁੱਕੇ ਆ। ਪਹਿਲ ਕੀ ਹੁੰਦਾ ਸੀਗਾ ਕਿ ਸਾਡੇ ਕੋਲ ਜਾਂ ਤਾਂ ਤੁਰ ਕੇ ਜਾਣਾ ਹੁੰਦਾ ਸੀ, ਜਾਂ ਫਿਰ ਸਾਡੇ ਕੋਲ ਥੋੜ੍ਹੀ ਦੇਰ ਬਾਅਦ ਸਾਈਕਲ ਆ ਗਿਆ ਸੀ, ਸਾਈਕਲ 'ਤੇ ਜਾਂਦੇ ਹੁੰਦੇ ਸੀਗੇ। ਅੱਜ ਦੇ ਦੌਰ ਦੇ ਵਿੱਚ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਅਸੀਂ ਬੱਸ ਵਿੱਚ ਜਾਈਏ, ਆਪਣੀ ਗੱਡੀ ਲੈ ਕੇ ਜਾਈਏ, ਜੇ ਘਰ ਦੇ ਵਿੱਚ ਗੱਡੀ ਹੈ ਗੱਡੀ 'ਤੇ ਜਾਈਏ, ਮੋਟਰਸਾਈਕਲ 'ਤੇ ਜਾਈਏ, ਜਾਂ ਫਿਰ ਅਸੀਂ ਰੇਲ ਗੱਡੀ ਵਿੱਚ ਜਾਈਏ, ਜਾਂ ਜਿਹੜੇ ਦੂਰ ਹੈ ਤਾਂ ਹਵਾਈ ਜਹਾਜ਼ ਵਿੱਚ ਜਾਈਏ, ਕਿਉਂਕਿ ਸਾਡੇ ਕੋਲ ਸਾਧਨਾਂ ਦੀ ਬਹੁਤਾਤ ਬਹੁਤ ਹੋ ਚੁੱਕੀ ਹੈ। ਸਾਡਾ ਫੋਕਸ ਜਿਹੜਾ, ਅਸੀਂ ਕੰਮ ਜਿਹੜਾ ਕਰਨਾ ਆ, ਸਾਡਾ ਧਿਆਨ ਉਹਦੇ ਵੱਲ ਓਨਾ ਨਹੀਂ ਹੁੰਦਾ ਜਿੰਨਾ ਸਾਡਾ ਜਿਹੜਾ ਆ ਬਾਕੀ ਸਾਧਨਾਂ ਵੱਲ ਜ਼ਿਆਦਾ ਹੁੰਦਾ। ਇੱਕ ਛੋਟੀ ਜਿਹੀ ਐਗਜ਼ਾਮਪਲ ਆਪਾਂ ਲੈਂਦੇ ਫੋਨ ਦੀ। ਜੇ ਅਸੀਂ ਫੋਨ ਵੀ ਲੈਣਾ ਹੋਵੇ, ਆਮ ਤੌਰ 'ਤੇ ਫੋਨ ਦਾ ਕੰਮ ਜਿਹੜਾ ਸਿਰਫ ਉਹ ਇਹੀ ਹੈ ਕਿ ਤੁਸੀਂ ਗੱਲਬਾਤ ਕਰਨੀ ਹੈ ਜਾਂ ਵੱਧ ਤੋਂ ਵੱਧ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਹੈ। ਪਰ ਅਸੀਂ ਬਹੁਤ ਕਨਫਿਊਜ਼ ਹੁੰਦੇ ਹਾਂ। ਅਸੀਂ ਦੁਕਾਨ 'ਤੇ ਜਾਂਦੇ ਹਾਂ, ਅਸੀਂ ਦੇਖਦੇ ਹਾਂ ਕਿਹੜਾ ਫੋਨ ਲਈਏ, ਕਿਸੇ ਵਿੱਚ ਕੈਮਰਾ ਅੱਛਾ, ਕਿਸੇ ਦੀ ਸਾਊਂਡ ਕੁਆਲਿਟੀ ਅੱਛੀ ਹੈ, ਕਿਸੇ ਦੀ ਮੈਮਰੀ ਬਹੁਤ ਜ਼ਿਆਦਾ ਹੈ, ਕਿਸੇ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਆ, ਕਿਸੇ ਦੇ ਵਿੱਚ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਅਪਡੇਟਡ ਹੈ। ਅਸੀਂ
ਇਹ ਨਹੀਂ ਸੋਚਦੇ ਕਿ ਜੇ ਅਸੀਂ ਫੋਨ ਲੈਣਾ ਕੀ ਅਸੀਂ ਸਿਰਫ ਫੋਟੋਗ੍ਰਾਫੀ ਵਾਸਤੇ ਫੋਨ ਲੈਣਾ ਜਾਂ ਅਸੀਂ 뮤직 ਵਾਸਤੇ ਫੋਨ ਲੈਣਾ, ਕਾਲ ਸੁਣਨ ਵਾਸਤੇ ਕਰਨ ਵਾਸਤੇ ਤਾਂ ਹੁੰਦਾ ਹੀ ਆ। ਸੋ ਸਾਡਾ ਜਿਹੜਾ ਫੋਕਸ ਹੁੰਦਾ ਨਾ ਉਹ ਜਿਹੜਾ ਆ ਪ੍ਰਾਇਮਰੀ ਫੋਕਸ ਜਿਹੜਾ ਆ ਉਹ ਸਾਡਾ ਟੁੱਟ ਜਾਂਦਾ ਆ, ਅਸੀਂ ਆਪਣੇ ਮੁੱਦੇ ਤੋਂ ਬਹੁਤ ਭਟਕ ਜਾਂਦੇ ਹਾਂ। ਬਿਲਕੁਲ ਸ਼ਹਿਬਾਜ਼ ਜੀ, ਕਈ ਵਾਰ ਕੀ ਹੁੰਦਾ ਅਸੀਂ ਇਕੱਲੇ ਇਹਨਾਂ ਚੀਜ਼ਾਂ ਤੇ ਹੀ ਫੋਕਸ ਦੀ ਗੱਲ ਨਹੀਂ ਕਰਦੇ, ਅਸੀਂ ਕਈ ਵਾਰ ਇੱਕ ਕੰਮ ਤੇ ਟਿਕਦੇ ਨਹੀਂ ਆ, ਇੱਕ ਕੰਮ ਤੇ ਫੋਕਸ ਨਹੀਂ ਕਰਦੇ, ਅਸੀਂ ਇੱਕ ਸਮੇਂ ਦੇ ਵਿੱਚ ਕਿੰਨੇ ਕੰਮ ਇਕੱਠੇ ਸ਼ੁਰੂ ਕਰ ਲੈਂਦੇ ਆ ਔਰ ਕੋਈ ਵੀ ਕੰਮ ਉਹਦੇ ਵਿੱਚੋਂ ਫਿਰ ਚੱਜ ਨਾਲ ਨਹੀਂ ਹੁੰਦਾ। ਇਹ ਸਾਡੇ ਫੋਕਸ ਦੀ ਕਮੀ ਹੁੰਦੀ ਹੈ। ਅਸੀਂ ਇੱਕ ਕੰਮ ਤੇ ਸਟਿਕ ਨਹੀਂ ਰਹਿੰਦੇ, ਅਸੀਂ ਕਹਿੰਦੇ ਨਹੀਂ ਹੁੰਦੇ, ਅਸੀਂ ਜਗ੍ਹਾ ਆਪਣੇ ਪੈਰ ਪਸਾਰਦੇ ਆ ਕਿ ਮੈਂ ਇਹ ਵੀ ਕਰ ਲਾਂ, ਮੈਂ ਇਹ ਵੀ ਕਰ ਲਾਂ, ਇਹ ਵੀ ਕਰ ਲਾਂ। ਉਹਦੇ ਨਾਲ ਕੀ ਹੁੰਦਾ, ਅਸੀਂ ਇੱਕ ਵੀ ਕੰਮ ਦੇ ਵਿੱਚ ਪਰਪੱਕ ਨਹੀਂ ਹੁੰਦੇ। ਇਹਦੇ ਕਰਕੇ ਹੀ, ਕਿਉਂਕਿ ਅਸੀਂ ਫੋਕਸ ਨਹੀਂ ਕਰ ਰਹੇ, ਇੱਕ ਚੀਜ਼ ਨੂੰ ਫੋਕਸ ਨਹੀਂ ਕਰ ਰਹੇ, ਅਸੀਂ ਬਹੁਤ ਦਿਸ਼ਾਵਾਂ ਦੇ ਵਿੱਚ ਘੁੰਮ ਰਹੇ ਹਾਂ ਕਿ ਅਸੀਂ ਕਿਸ ਚੀਜ਼ ਤੇ ਫੋਕਸ ਕਰੀਏ, ਕਿਸ ਚੀਜ਼ ਤੇ ਨਾ ਕਰੀਏ। ਉਹ ਚੀਜ਼ ਦੇ ਕਰਕੇ ਜਿਹੜਾ ਹੁੰਦਾ ਆ ਸਾਡੇ ਜਿਹੜਾ ਕੰਮ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ ਜੀ। ਅਸੀਂ ਇਹ ਆਪਣੇ ਆਪ ਤੋਂ, ਅਸੀਂ ਆਪਣੇ ਦਿਲ ਤੋਂ ਅਸੀਂ ਹਰਫਨ ਮੌਲਾ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਵਿੱਚ ਇਹ ਸਾਰੇ ਗੁਣ ਆ ਜਾਣ, ਪਰ ਹੌਲੀ ਹੌਲੀ ਬੰਦੇ ਨੂੰ ਇਹ ਪਤਾ ਲੱਗ ਜਾਂਦਾ ਹੁੰਦਾ ਕਿ ਉਹਦੇ ਵਿੱਚ ਇੱਕ ਖਾਸ ਗੁਣ ਕਿਹੜਾ ਆ, ਜਿਹੜਾ ਉਹਦਾ ਗੁਣ ਖਾਸ ਹੈ, ਜਿਹੜਾ ਉਹਨੂੰ ਉਚਾਈ ਵੱਲ ਲੈ ਕੇ ਜਾ ਸਕਦਾ ਜਾਂ ਜਿਹੜਾ ਉਹਨੂੰ ਅੱਗੇ ਵਧਾ ਸਕਦਾ ਆ, ਜਿਹਦੇ ਨਾਲ ਉਹਨੂੰ ਵੱਧ ਪਿਆਰ ਮਿਲਦਾ ਜਾਂ ਜਿਹਦੇ ਨਾਲ ਉਹਨੂੰ ਵੱਧ ਪ੍ਰਸ਼ੰਸਾ ਮਿਲਦੀ ਹੈ, ਹੱਲਾਸ਼ੇਰੀ ਮਿਲਦੀ ਹੈ। ਉਹਨੂੰ ਚਾਹੀਦਾ ਕਿ ਉਹ ਉਸ ਗੁਣ ਵੱਲ ਜ਼ਿਆਦਾ ਧਿਆਨ ਦੇਵੇ, ਉਸ ਗੁਣ ਨੂੰ ਜ਼ਿਆਦਾ ਪੋਲਿਸ਼ ਕਰੇ, ਉਸ ਗੁਣ ਨੂੰ ਜ਼ਿਆਦਾ ਨਿਖਾਰੇ, ਉਹਦੇ ਵੱਲ ਜ਼ਿਆਦਾ ਧਿਆਨ ਆਪਣਾ ਕੇਂਦਰਿਤ ਕਰੇ, ਫਿਰ ਹੀ ਉਹ ਕਿਸੇ ਨਾ ਕਿਸੇ ਮਕਸਦ ਨੂੰ ਪਾ ਸਕਦਾ ਹੈ। ਕਿਉਂਕਿ ਇਹ ਜਿੰਨਾ ਸਾਡਾ ਧਿਆਨ ਭਟਕੂਗਾ ਓਨਾ ਹੀ ਅਸੀਂ ਆਪਣੇ ਗੋਲ ਤੋਂ ਜਿਹੜਾ ਹੈ ਨਾ ਭਟਕ ਜਾਵਾਂਗੇ। ਜਿੰਨਾ ਅਸੀਂ ਬਹੁਤੀਆਂ ਰਸਤਿਆਂ ਵੱਲ ਧਿਆਨ ਰੱਖਾਂਗੇ ਨਾ, ਅਸੀਂ ਆਪਣੇ ਮੇਨ ਰਸਤੇ ਵੱਲ ਓਨਾ ਹੀ ਇਹ ਉਹ ਤੋਂ ਦੂਰ ਹੁੰਦੇ ਜਾਵਾਂਗੇ। ਸੋ ਲੋੜ ਹੈ ਕਿ ਅਸੀਂ ਆਪਣੇ ਫੋਕਸ ਨੂੰ ਬਰਕਰਾਰ ਰੱਖੀਏ। ਜਿਸ ਕੰਮ ਨੂੰ ਕਰਨਾ ਪਹਿਲਾਂ ਉਹਨੂੰ ਪਛਾਣੀਏ ਕਿ ਸਾਡੀ ਜਿਹੜੀ ਮੁਹਾਰਤ ਆ ਉਹ ਕਿਸ ਕੰਮ ਵਿੱਚ ਹੋ ਸਕਦੀ ਹੈ, ਅਸੀਂ ਕਿਸ ਕੰਮ ਦੇ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਾਂ, ਪਹਿਲ ਕਿਸ ਚੀਜ਼ ਨੂੰ ਦੇਣੀ ਹੈ। ਇਹ ਅਸੀਂ ਬਾਲੀਵੁੱਡ ਦੀ ਜੇ ਗੱਲ ਕਰੀਏ ਤੇ ਬਾਲੀਵੁੱਡ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਹੋਏ ਜਿਹੜੇ ਗਾਉਂਦੇ ਅੱਛਾ ਸੀ, ਪਰ ਜਦੋਂ ਉਹ ਫਿਲਮਾਂ ਵਿੱਚ ਬਤੌਰ ਐਕਟਰ ਕੰਮ ਕਰਨ ਲੱਗੇ ਤਾਂ ਨਾ ਤਾਂ ਉਹਨਾਂ ਦੀ ਐਕਟਿੰਗ ਕੰਮ ਆਈ ਤੇ ਇੱਥੋਂ ਤੱਕ ਕਿ ਉਹਨਾਂ ਦਾ ਗਾਉਣ ਦਾ ਜਿਹੜਾ ਕਰੀਅਰ ਸੀ ਉਹ ਵੀ ਗਿਆ। ਕਈ ਲੋਕ ਸੀ ਜਿਹੜੇ ਐਕਟਿੰਗ ਬਹੁਤ ਅੱਛੀ ਕਰਦੇ ਸੀ, ਉਹਨਾਂ ਨੇ ਗਾਇਕੀ ਵੱਲ ਹੱਥ ਪਾ ਲਿਆ। ਇਹਦੇ ਨਾਲ ਕੀ ਹੋਇਆ, ਉਹ ਆਪਣੀ ਐਕਟਿੰਗ ਤੋਂ ਵੀ ਗਏ ਤੇ ਆਪਣੀ ਗਾਉਣ ਦੇ ਕੰਮ ਤੋਂ ਵੀ ਨਹੀਂ ਪੂਰਾ ਕਰ ਸਕੇ। ਬਿਲਕੁਲ ਸ਼ਹਿਬਾਜ਼ ਜੀ, ਕਈ ਵਾਰ ਕੀ ਹੁੰਦਾ ਸਾਨੂੰ ਸਾਰਾ ਕੁਝ ਆਉਂਦਾ ਹੁੰਦਾ, ਮੰਨ ਲਓ ਮੈਨੂੰ ਪੇਂਟਿੰਗ ਵੀ ਆਉਂਦੀ ਹੈ ਤੇ ਮੈਂ ਲਿਖਾਈ ਵੀ ਵਧੀਆ ਕਰਦੀ ਹਾਂ, ਪਰ ਮੈਂ ਕਿਸ ਚੀਜ਼ ਦੇ ਵਿੱਚ ਜ਼ਿਆਦਾ ਵਧੀਆ ਆ, ਮੈਂ ਉਸ ਚੀਜ਼ ਤੇ ਜ਼ਿਆਦਾ ਫੋਕਸ ਕਰੂੰਗੀ ਤੇ ਮੇਰੀ ਉਹ ਚੀਜ਼ ਜ਼ਿਆਦਾ ਬੈਟਰ ਆਊਗੀ ਔਰ ਉਹ ਦੂਸਰਿਆਂ ਨਾਲੋਂ ਜ਼ਿਆਦਾ ਵਧੀਆ ਹੋਊਗੀ। ਇਸ ਕਰਕੇ ਇੱਕ ਚੀਜ਼ ਦੇ ਉੱਪਰ ਅਸੀਂ ਫੋਕਸ ਜ਼ਰੂਰ ਕਰੀਏ। ਔਰ ਜੀ ਅੱਗੇ ਕਮੈਂਟ ਦੇਖਦੇ ਹਾਂ ਜੀ। ਕਮੈਂਟਸ ਲੰਘ ਰਹੇ ਜੀ। अजमल जी कहते हैं कि आदत ही बना ली है तुमने तो मुनीर अपनी जिस शहर में भी रहना उकताए हुए रहना। वाह, बहुत वधिया जी बिल्कुल, बहुत वधिया शेर है जी। मुनीर मेरे को मुनीर नियाजी जी दा शेर है। मुनीर नियाजी जी दा शेर है। जसबीर कौर जस जी ने कहने जसबीर जस भरोसा है परिवार नु प्यार भरी सत श्री अकाल। विशा बहुत वधिया टुकमा है, बहुत शुक्रिया जी जसबीर जी, बहुत मेहरबानी। तनवीरपुरी जी ने कहने मैं सब ते एतबार कर लेना हां, यही मेरी बुरी आदत है। तनवीरपुरी जी ये भी थोड़ी गलत आदत है, क्योंकि इस तो बाद इदां ये बुरी आदत नहीं ਆਪਾਂ ਇਹਨੂੰ ਕਹਿ ਸਕਦੇ ਹੈ, ਇਹ ਚੰਗੀ ਆਦਤ ਹੀ ਹੈ ਅਸੀਂ ਇਤਬਾਰ ਕਰੀਏ ਕਿਸੇ ਤੇ। ਪਰ ਕੀ ਹੁੰਦਾ ਹੈ ਜਿਹੜਾ ਖਾਸ ਕਰ ਇਮੋਸ਼ਨਲ ਇਨਸਾਨ ਹੁੰਦਾ, ਜਿਸ ਤਰ੍ਹਾਂ ਕਿ ਤੁਸੀਂ ਆਪਣੀ ਗੱਲ ਦੱਸ ਰਹੇ ਹੋ, ਜਦੋਂ ਅਸੀਂ ਕਿਸੇ ਤੇ ਇਤਬਾਰ ਕਰਦੇ ਹਾਂ ਤਾਂ ਤੁਹਾਨੂੰ ਧੋਖਾ ਬਹੁਤ ਜਲਦੀ ਦਿੰਦਾ ਹੈ। ਕਈ ਲੋਕ ਇਦਾਂ ਦੇ ਹੁੰਦੇ, ਹਰ ਇੱਕ ਇਨਸਾਨ ਇਦਾਂ ਦਾ ਨਹੀਂ ਹੁੰਦਾ, ਕਈ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਬਾਅਦ ਵਿੱਚ ਜੇ ਅਸੀਂ ਉਹਨਾਂ ਤੇ ਇਤਬਾਰ ਕਰਦੇ ਹਾਂ ਤਾਂ ਤੁਹਾਨੂੰ ਧੋਖਾ ਦੇ ਕੇ ਜਾਂਦੇ ਨੇ। ਇਸ ਕਰਕੇ ਥੋੜਾ ਜਦੋਂ ਆਪਾਂ ਦੇਖਦੇ ਹਾਂ ਤੇ ਜਦੋਂ ਵੀ ਆਪਾਂ ਚੋਣ ਕਰਦੇ ਹਾਂ ਆਪਣੇ ਮਿੱਤਰਾਂ ਦੀ, ਦੋਸਤਾਂ ਦੀ, ਤਾਂ ਅਸੀਂ ਇਹ ਜ਼ਰੂਰ ਦੇਖੀਏ ਕਿ ਉਹ ਜਿਹੜੇ ਦੋਸਤ ਨੇ ਉਹ ਤੁਹਾਡੇ ਲਈ ਇਮਾਨਦਾਰ ਰਹਿਣਗੇ, ਤੁਹਾਡੇ ਕੰਮ ਆਉਣਗੇ, ਜਾਂ ਤੁਹਾਡੇ ਨਾਲ ਸਦਾ ਲਈ ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣਗੇ, ਜਾਂ ਤੁਸੀਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਉਸ ਤਰ੍ਹਾਂ ਸ਼ਾਮਿਲ ਹੋਵੋਗੇ। ਇਹ ਸਾਰੀਆਂ ਗੱਲਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਐਤਬਾਰ ਕਰਨਾ ਮਾੜਾ ਨਹੀਂ ਹੁੰਦਾ। ਹਾਂ, ਜਿਹੜਾ ਬੰਦਾ ਐਤਬਾਰ ਨੂੰ ਧੋਖਾ ਦੇ ਰਿਹਾ ਉਹ ਮਾੜਾ ਹੁੰਦਾ ਹੈ। ਇਸ ਕਰਕੇ ਹਮੇਸ਼ਾ ਆਪ ਵੀ ਉਦਾਂ ਦੇ ਬਣੀਏ ਤੇ ਦੂਸਰਾ ਨੂੰ ਵੀ ਉਦਾਂ ਦੇ ਹੀ ਆਪਾਂ ਉਦਾਂ ਦੇ ਸਿਲੈਕਟ ਕਰੀਏ। ਆਪਣੇ ਜਿਹੜੇ ਦੋਸਤ ਨੇ, ਆਪਣੇ ਮਿੱਤਰ ਨੇ, ਆਪਣੇ ਆਲੇ ਦੁਆਲੇ ਦੇ ਲੋਕ ਨੇ ਜਿਨ੍ਹਾਂ ਨਾਲ ਅਸੀਂ ਵਿਚਰਦੇ ਹਾਂ, ਕਿ ਉਹ ਐਤਬਾਰ ਦੇ ਕਾਬਿਲ। ਜੀ ਬਿਲਕੁਲ। ਮੇਰੇ ਇੱਕ ਬਹੁਤ ਅਜ਼ੀਜ਼ ਦੋਸਤ ਨੇ ਮੈਨੂੰ ਇਹੀ ਗੱਲ ਕਹੀ ਸੀ, ਤਨਵੀਰਪੁਰੀ ਜੀ, ਜਿਹੜੀ ਤੁਸੀਂ ਕਹਿ ਰਹੇ ਹੋ। ਉਹ ਕਹਿੰਦੇ ਸ਼ਹਬਾਜ਼ ਵੀ ਮੈਨੂੰ ਆਦਤ ਹੈ ਕਿ ਮੈਂ ਲੋਕਾਂ ਦੇ ਵਿੱਚ ਬਹੁਤ ਜਲਦੀ ਯਕੀਨ ਕਰ ਲੈਂਦਾ। ਮੈਨੂੰ ਕੋਈ ਪਹਿਲੀ ਵਾਰੀ ਮਿਲਦਾ ਮੈਂ ਉਹਨੂੰ ਹੱਸ ਕੇ ਬੁਲਾਉਣਾ ਆ, ਔਰ ਲੋਕ ਇਹ ਸਮਝਦੇ ਕਿ ਇਹਨੇ ਸਾਨੂੰ ਹੱਸ ਕੇ ਬੁਲਾਇਆ, ਇਹਦਾ ਮਤਲਬ ਇਹ ਸਾਡੇ ਝਾਂਸੇ ਵਿੱਚ ਆ ਗਿਆ। ਤੇ ਮੇਰੇ ਇਤਬਾਰ ਦਾ ਲੋਕਾਂ ਨੇ ਕਈ ਵਾਰੀ ਬਹੁਤ ਇਸਤੇਮਾਲ ਕੀਤਾ। ਮੈਂ ਇਹੀ ਗੱਲ ਉਦੋਂ ਸਮਝਾਈ ਸੀ ਕਿ ਹਰ ਇੱਕ ਦੇ ਉੱਤੇ ਇਤਬਾਰ ਕਰਨਾ ਜ਼ਰੂਰੀ ਨਹੀਂ ਹੁੰਦਾ। ਤੁਸੀਂ ਆਪਣੀ ਜਿਵੇਂ ਅਸੀਂ ਹਰ ਇੱਕ ਕੰਮ ਦੀ ਇੱਕ ਲਿਸਟ ਬਣਾਉਂਦੇ ਆ ਕਿ ਕਿਹੜਾ ਕੰਮ ਸਾਡੇ ਵਾਸਤੇ ਜ਼ਰੂਰੀ ਹੈ, ਕਿਹੜਾ ਕੰਮ ਜ਼ਰੂਰੀ ਨਹੀਂ ਹੈਗਾ। ਤੁਸੀਂ ਆਪਣੇ ਦੋਸਤਾਂ ਦੀ ਵੀ ਇਸੇ ਤਰ੍ਹਾਂ ਹੀ ਲਿਸਟ ਬਣਾਓ, ਆਪਣੇ ਕੰਟੈਕਟਸ ਦੀ ਇਸੇ ਤਰ੍ਹਾਂ ਲਿਸਟ ਬਣਾਓ ਕਿ ਕਿਹੜਾ ਤੁਹਾਡਾ ਦੋਸਤ ਜਿਹੜਾ ਤੁਹਾਡੇ ਕਿਸ ਕੈਟੇਗਰੀ ਦੇ ਵਿੱਚ ਆਉਂਦਾ ਹੈ। ਕੁਝ ਦੋਸਤ ਸਾਡੇ ਬਹੁਤ ਕਰੀਬ ਹੁੰਦੇ ਆ, ਕੁਝ ਲੋਕਾਂ ਦੇ ਨਾਲ, ਕੁਝ ਦੋਸਤਾਂ ਨਾਲ ਸਾਡੇ ਸਿਰਫ ਪ੍ਰੋਫੈਸ਼ਨਲ ਕੰਟੈਕਟ ਹੁੰਦੇ ਆ, ਸਿਰਫ ਜਿਹਨੂੰ ਆਪਾਂ ਕਹਿੰਦੇ ਵਪਾਰਕ ਕੰਟੈਕਟ ਹੁੰਦੇ ਆ, ਸਿਰਫ ਸਾਡਾ ਉਹਨਾਂ ਨਾਲ ਲੈਣ ਦੇਣ ਚੱਲਦਾ ਪੈਸਿਆਂ ਦਾ,
ਉਹਨਾਂ ਕੋਲੋਂ ਮਾਲ ਖਰੀਦ ਲਿਆ ਜਾਂ ਉਹਨਾਂ ਨੂੰ ਮਾਲ ਵੇਚ ਦਿੱਤਾ। ਕੁਝ ਇੱਦਾਂ ਦੇ ਦੋਸਤ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਬਹੁਤ ਮੁੱਦਤ ਬਾਅਦ ਕਿਸੇ ਕੰਮ ਵਾਸਤੇ ਯਾਦ ਕਰਨਾ ਹੁੰਦਾ, ਜਾਂ ਸਾਨੂੰ ਉਹਨਾਂ ਨੇ ਬਹੁਤ ਮੁੱਦਤ ਬਾਅਦ ਕੰਮ ਇਹ ਕਹਿਣਾ ਹੁੰਦਾ। ਸੋ ਇਹਨਾਂ ਤਿੰਨਾਂ ਕੈਟੇਗਰੀਜ਼ ਨੂੰ ਅਸੀਂ ਇੱਕੋ ਤੱਕੜੀ ਦੇ ਤੋਲ ਵਿੱਚ ਨਹੀਂ ਰੱਖ ਸਕਦੇ। ਹਰ ਇੱਕ ਦੋਸਤ ਦੀ ਆਪਣੀ ਇੱਕ ਵੱਖਰੀ ਅਹਿਮੀਅਤ ਹੈ। ਜਿੰਨਾ ਚਿਰ ਅਸੀਂ ਇਸ ਅਹਿਮੀਅਤ ਨੂੰ ਵੱਖਰਾ ਨਹੀਂ ਕਰ ਪਾਵਾਂਗੇ, ਉਹਨਾਂ ਚਿਰ ਅਸੀਂ ਹਰ ਇੱਕ ਤੇ ਇੱਕੋ ਜਿਹਾ ਇਤਬਾਰ ਕਰਾਂਗੇ, ਜਿਹਦੇ ਨਾਲ ਸਾਨੂੰ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਣਾ। ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਤੁਸੀਂ ਹਰ ਇੱਕ ਤੇ ਇਤਬਾਰ ਕਰ ਲੈਂਦੇ ਆ, ਇਹ ਵੀ ਚੀਜ਼ ਜਿਹੜੀ ਹੁੰਦੀ ਹੈ, ਆਦਤ ਤਾਂ ਚੰਗੀ ਹੈ, ਇਹ ਸਾਡੀ ਆਦਤ ਕਹਿ ਲਓ ਬੁਰੀ ਜਾਂ ਸਾਡੀ ਕਮਜ਼ੋਰੀ ਕਹਿ ਲਓ, ਪਰ ਜ਼ਿਆਦਾਤਰ ਇਹ ਸਾਨੂੰ ਨੁਕਸਾਨ ਹੀ ਦਿੰਦੀ ਹੁੰਦੀ ਹੈ। ਸੋ ਇਹਨੂੰ ਸੁਧਾਰਨ ਦੀ ਲੋੜ ਆ। ਹਰ ਇੱਕ ਦੇ ਉੱਤੇ ਇਤਬਾਰ ਨਾ ਕਰੋ, ਪਹਿਲਾਂ ਬੰਦਾ ਦੇਖ ਲਓ ਕਿਹੋ ਜਿਹਾ ਹੈਗਾ, ਕੁਝ ਦਿਨ ਪਰਖ ਲਓ। ਵੈਸੇ ਤਾਂ ਦੋਸਤ ਜਿਹੜੇ ਮੈਨੂੰ ਪਰਖ ਕੇ ਨਹੀਂ ਬਣਾਏ ਜਾਂਦੇ ਹੁੰਦੇ ਆ, ਦੋਸਤ ਹੁੰਦੇ ਆ। ਤੁਹਾਨੂੰ ਕੋਈ ਇਨਸਾਨ ਇੱਦਾਂ ਦਾ ਹੁੰਦਾ ਜਿਹੜਾ ਤੁਹਾਨੂੰ ਪਹਿਲੀ ਨਜ਼ਰ 'ਚ ਚੰਗਾ ਲੱਗਦਾ, ਤੁਹਾਨੂੰ ਦਿਲ ਕਰਦਾ ਕਿ ਅਸੀਂ ਇਹਨੂੰ ਆਪਣਾ ਦੋਸਤ ਬਣਾਈਏ, ਇਹਦੇ ਨਾਲ ਦੋਸਤੀ ਰੱਖੀਏ, ਇਹਦੇ ਨਾਲ ਕੋਈ ਰਿਸ਼ਤਾ ਕਾਇਮ ਕਰੀਏ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਡਾ ਉਹਦਾ ਫੈਸਲਾ ਗਲਤ ਹੋ ਜਾਂਦਾ ਹੁੰਦਾ। ਸੋ ਆਪਣੀ ਇਸ ਆਦਤ ਨੂੰ ਜ਼ਰੂਰ ਸੁਧਾਰੋ, ਇਹਦੇ ਵਿੱਚ ਧਿਆਨ ਰੱਖੋ ਜੀ। ਇਹ ਮਨਪ੍ਰੀਤ ਬਾਂਦਰ ਕਹਿੰਦੇ ਨੇ ਸਭ ਵਿੱਚ ਬੁਰੀਆਂ ਆਦਤਾਂ ਹੁੰਦੀਆਂ, ਪਰ ਚੰਗਾ ਕਿਸੇ ਵਿੱਚ ਹੁੰਦਾ ਜੀ। ਜੀ ਬਿਲਕੁਲ ਜੀ, ਇਹ ਵੀ ਗੱਲ ਸਹੀ ਹੈ ਤੁਹਾਡੀ। ਬਿਲਕੁਲ ਜੀ, ਇਹ ਸਭ ਦੇ ਵਿੱਚ ਬੁਰੀਆਂ ਆਦਤਾਂ ਹੁੰਦੀਆਂ, ਚੰਗੀਆਂ ਕਿਸੇ 'ਚ ਹੁੰਦੀਆਂ। ਬਹੁਤ ਲੋਕਾਂ 'ਚ ਚੰਗੀਆਂ ਆਦਤਾਂ ਹੁੰਦੀਆਂ। ਜੋ ਕੁਛ ਚੰਗਾ ਉਹ ਤੋਂ ਕੁਛ ਚੰਗਾ ਸਿੱਖ ਲਓ, ਜੇ ਕੁਝ ਮਾੜਾ ਹੈ ਤਾਂ ਜ਼ਰੂਰ ਉਹਨੂੰ ਛੱਡ ਦਿਓ। ਉਹਦੇ ਤੋਂ ਵੀ ਸਿੱਖਿਆ ਮਿਲਦੀ ਹੈ ਸਾਨੂੰ। ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ ਜਾਂ ਕੋਈ ਬੁਰੀ ਆਦਤ ਹੈ ਕਿਸੇ ਦੇ ਵਿੱਚ, ਤੁਹਾਨੂੰ ਉਸ ਨਾਲ ਨੁਕਸਾਨ ਹੋਇਆ, ਉਹਦੇ ਵਿੱਚੋਂ ਵੀ ਤੁਸੀਂ ਸਿੱਖਦੇ ਹੋ, ਕਿਉਂਕਿ ਅੱਗੇ ਨੂੰ ਤੁਸੀਂ ਫਿਰ ਥੋੜਾ ਸੰਭਲ ਕੇ ਚੱਲਦੇ ਹੋ। ਇਸ ਕਰਕੇ ਹਰ ਇੱਕ ਇਨਸਾਨ ਦੇ ਵਿੱਚ ਮਨਪ੍ਰੀਤ ਜੀ ਚੰਗੀਆਂ ਆਦਤਾਂ ਵੀ ਹੁੰਦੀਆਂ, ਬੁਰੀਆਂ ਆਦਤਾਂ ਵੀ ਹੁੰਦੀਆਂ। ਹਰ ਕਿਸੇ 'ਚ ਮਾੜੀਆਂ ਆਦਤਾਂ ਨਹੀਂ ਹੁੰਦੀਆਂ, ਸਾਰੀਆਂ ਹੀ ਮਾੜੀਆਂ ਆਦਤਾਂ ਨਹੀਂ ਹੁੰਦੀਆਂ। ਕੁਝ ਕੁ ਜ਼ਰੂਰ ਹੁੰਦੀਆਂ ਨੇ ਜਿਨ੍ਹਾਂ ਨੂੰ ਜੇ ਅਸੀਂ ਜਾਣ ਲੈਂਦੇ ਹਾਂ, ਜਿੱਦਾਂ ਅਸੀਂ ਗੱਲ ਕੀਤੀ ਸੀ ਇੱਕ ਵਾਰ ਪਹਿਲਾਂ ਵੀ, ਕਿ ਆਪਣਾ ਸੈਲਫ ਐਨਾਲਿਸਿਸ ਜ਼ਰੂਰ ਕਰੀਏ, ਕਿ ਆਪਣੇ ਆਪ ਦੇ ਵਿੱਚ ਕਿਸੇ ਇਕੱਲੇ ਬੈਠ ਕੇ ਦੇਖੀਏ ਕਿ ਤੁਹਾਡੇ ਵਿੱਚ ਕੀ ਬੁਰੀਆਂ ਆਦਤਾਂ ਨੇ। ਜੇ ਤੁਹਾਡਾ ਜਿਹੜਾ ਅੰਦਰ ਹੈ ਨਾ, ਅੰਤਰਮਨ ਹੈ, ਉਹ ਤੁਹਾਨੂੰ ਆਪਣੇ ਆਪ ਉਸ ਚੀਜ਼ ਦਾ ਜਵਾਬ ਦਿੰਦਾ ਕਿ ਤੁਹਾਡੇ ਵਿੱਚ ਕੀ ਬੁਰਾ ਆ ਔਰ ਤੁਸੀਂ ਉਸ ਨੂੰ ਕਿਸ ਤਰ੍ਹਾਂ ਸੁਧਾਰ ਸਕਦੇ ਹੋ। ਉਹ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ, ਤੁਸੀਂ ਉਸ ਨੂੰ ਜ਼ਰੂਰ ਸੁਧਾਰ ਲਓਗੇ। ਜੇ ਸਾਡੇ 'ਚ ਬੁਰੀਆਂ ਆਦਤਾਂ ਨੇ ਤਾਂ ਅਸੀਂ ਉਸ ਨੂੰ ਜ਼ਰੂਰ ਸੁਧਾਰ ਸਕਦੇ ਹਾਂ, ਸਿਰਫ ਆਪਣੇ ਅੰਤਰਮਨ ਨੂੰ ਪੁੱਛਣ ਦੀ ਲੋੜ ਹੈ। GPS ਮਹਾਲਮ ਕਹਿ ਰਹੇ ਨੇ, ਸੁਭਾਅ ਵਿੱਚ ਤਲਖੀ ਮੈਨੂੰ ਮੇਰੀ ਬੁਰੀ ਆਦਤ ਲੱਗਦੀ ਹੈ, ਕੋਸ਼ਿਸ਼ ਕਰਾਂਗਾ ਟਰਮਾ ਰੱਖਣ ਦੀ। ਜੀ, ਇਹ ਹਰ ਦੂਸਰੇ ਤੀਸਰੇ ਇਨਸਾਨ ਨੂੰ ਇਹ ਆਦਤ ਹੁੰਦੀ ਹੈ, ਉਹਦੇ ਸੁਭਾਅ ਦੇ ਵਿੱਚ ਇਹ ਗੱਲ ਸ਼ੁਮਾਰ ਹੁੰਦੀ ਹੈ ਕਿ ਬੰਦਾ ਤਲਖੀ ਵਿੱਚ ਹੈ। ਮੈਂ ਵੀ ਬਹੁਤ ਜਲਦੀ ਤਲਖੀ ਵਿੱਚ ਆ ਜਾਂਦਾ, ਬਹੁਤ ਜਲਦੀ ਮੈਂ ਗੁੱਸੇ ਵਿੱਚ ਆ ਜਾਂਦਾ। ਇਹਦੇ ਵਿੱਚ ਇੱਕ ਕਾਰਨ ਨਹੀਂ ਹੁੰਦਾ, ਇਹਦੇ ਵਿੱਚ ਕਾਰਨ ਕੀ ਹੁੰਦੇ, ਅਸੀਂ ਗੱਲਾਂ ਨੂੰ ਅਜ਼ਿਊਮ ਕਰ ਜਾਂਦੇ ਹਾਂ, ਅਸੀਂ ਗੱਲਾਂ ਨੂੰ ਆਪਣੇ ਵੱਲੋਂ ਹੀ ਮੰਨ ਲੈਂਦੇ ਹਾਂ ਵੀ ਹਾਂ ਇਸ ਤਰ੍ਹਾਂ ਹੋਇਆ ਹੋਣਾ। ਮੇਰੇ ਉਸ ਦੋਸਤ ਨੇ ਮੇਰਾ ਫੋਨ ਨਹੀਂ ਚੁੱਕਿਆ, ਇਹਦਾ ਮਤਲਬ ਵੀ ਉਹ ਮੈਨੂੰ ਬੁਲਾਉਣਾ ਨਹੀਂ ਚਾਹੁੰਦਾ, ਜਾਂ ਉਹਨੂੰ ਮੇਰੀ ਕੋਈ ਏਡੀ ਲੋੜ ਨਹੀਂ ਹੈਗੀ, ਜਾਂ ਉਹਨੂੰ ਇਹ ਲੱਗਦਾ ਵੀ ਇਹਨੇ ਮੈਨੂੰ ਕੰਮ ਲਈ ਫੋਨ ਕੀਤਾ ਹੋਣਾ। 36 ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਡੇ ਮਨ ਦੇ ਵਿੱਚ ਆਉਂਦੀਆਂ। ਸੋ ਤਲਖੀ ਉਦੋਂ ਪੈਦਾ ਹੁੰਦੀ ਹੈ, ਜਾਂ ਅਸੀਂ ਜਿਸ ਤਰ੍ਹਾਂ ਅਸੀਂ ਕਿਸੇ ਨਾਲ ਜਿਸ ਤਰ੍ਹਾਂ ਦਾ ਆਪਣਾ ਵਿਹਾਰ ਰੱਖਦੇ ਹਾਂ, ਜਿਸ ਤਰ੍ਹਾਂ ਅਸੀਂ ਕਿਸੇ ਨਾਲ ਸਲੀਕਾ ਰੱਖਦੇ ਹਾਂ, ਸਾਨੂੰ ਅੱਗਿਓਂ ਉਹੋ ਜਿਹਾ ਨਹੀਂ ਮਿਲਦਾ, ਤਾਂ ਵੀ ਸਾਨੂੰ ਤਲਖੀ ਆਉਂਦੀ ਹੈ। ਜਾਂ ਉਹ ਇਨਸਾਨ ਜਿਹਨੂੰ ਬਚਪਨ ਦੇ ਵਿੱਚ ਪਿਆਰ ਨਾ ਮਿਲਿਆ ਹੋਵੇ, ਜਾਂ ਜਿਹਨੂੰ ਇਹ ਮੌਕੇ ਦੇ ਉੱਤੇ ਉੱਦਾਂ ਦਾ ਵਰਤਾਵ ਉਹਦੇ ਨਾਲ ਨਹੀਂ ਹੁੰਦਾ ਜਿੱਦਾਂ ਦਾ ਉਹ ਉਮੀਦ ਕਰਦਾ ਹੈ, ਤਾਂ ਵੀ ਉਹ ਬਹੁਤ ਜਲਦੀ ਤਲਖੀ ਵਿੱਚ ਆ ਜਾਂਦਾ। ਕੋਈ ਨਾ ਕੋਈ ਹਾਦਸਾ ਜ਼ਿੰਦਗੀ 'ਚ ਇੱਦਾਂ ਦਾ ਹੋਇਆ ਹੁੰਦਾ, ਕੋਈ ਨਾ ਕੋਈ ਇੱਦਾਂ ਦੀ ਘਟਨਾ ਹੋਈ ਹੁੰਦੀ ਹੈ ਜਿਹਦੇ ਨਾਲ ਇਨਸਾਨ ਜਿਹੜਾ ਨਾ ਬਹੁਤ ਸੈਂਸਿਟਿਵ ਹੋ ਜਾਂਦਾ, ਬੜਾ ਸੰਵੇਦਨਸ਼ੀਲ ਹੋ ਜਾਂਦਾ, ਤੇ ਉਹਨੂੰ ਫਿਰ ਜਲਦੀ ਗੁੱਸਾ ਆਉਣ ਲੱਗ ਜਾਂਦਾ, ਗੱਲ ਤੇ ਚਿੜਦਾ ਆ, ਗੱਲ ਤੇ ਉਹ ਇਮੋਸ਼ਨਲ ਹੋ ਜਾਂਦਾ, ਗੱਲ ਦੇ ਉੱਤੇ ਉਹ ਰੋਣ ਲੱਗ ਜਾਂਦਾ, ਜਾਂ ਗੱਲ ਦੇ ਉੱਤੇ ਬਹੁਤ ਹਾਈਪਰ ਹੋ ਜਾਂਦਾ ਹੈ। ਤੇ ਕੋਈ ਛੋਟੀ ਮੋਟੀ ਕੋਈ ਗੱਲ ਇੱਦਾਂ ਦੀ ਹੁੰਦੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਵੱਡੀ ਚੇਂਜ ਲੈ ਕੇ ਆਉਂਦੀ ਹੈ, ਬਹੁਤ ਵੱਡੀ ਤਬਦੀਲੀ ਲੈ ਕੇ ਆਉਂਦੀ ਹੈ। ਸੋ ਤਲਖੀ ਜਿਹੜੀ ਆ ਆਦਤ ਦੇ ਵਿੱਚ ਇਹ ਇੱਕ ਕਹਿ ਲਓ ਕਿ ਬੁਰੀ ਆਦਤ ਹੈਗੀ ਵੀ ਆ, ਪਰ ਇਹਨੂੰ ਦੂਰ ਵੀ ਕੀਤਾ ਜਾ ਸਕਦਾ। ਇਹਨੂੰ ਸਿਰਫ ਅਸੀਂ ਠਰਮੇ ਦੇ ਨਾਲ, ਇਹਨੂੰ ਸਿਰਫ ਆਪਣੀ ਪੇਸ਼ੈਂਸ ਦੇ ਨਾਲ, ਸਬਰ ਦੇ ਨਾਲ ਦੂਰ ਕਰ ਸਕਦੇ ਹਾਂ। ਜੀ ਬਿਲਕੁਲ। ਜਸਪ੍ਰੀਤ ਸੰਘਾ ਜੀ ਕਹਿੰਦੇ ਮੇਰੀ ਸਭ ਤੋਂ ਬੁਰੀ ਆਦਤ ਹੈ, ਮੈਂ ਲੇਟ ਤੱਕ ਜਾਗਦੀ ਹਾਂ। ਇਹ ਜ਼ਿਆਦਾ ਬੁਰੀ ਆਦਤ ਹੈ ਜਸਪ੍ਰੀਤ ਸੰਘਾ ਜੀ, ਕਿਉਂਕਿ ਜਦੋਂ ਅਸੀਂ ਲੇਟ ਤੱਕ ਜਾਗਦੇ ਹਾਂ ਤਾਂ ਸਵੇਰੇ ਉੱਠ ਨਹੀਂ ਪਾਉਂਦੇ। ਜੇ ਅਸੀਂ ਸਵੇਰੇ ਉੱਠ ਵੀ ਜਾਂਦੇ ਹਾਂ ਤਾਂ ਸਾਰਾ ਦਿਨ ਜਿਹੜਾ ਤੁਹਾਡਾ ਸਰੀਰ ਹੈ ਉਹ ਤੁਹਾਡਾ ਸਾਥ ਨਹੀਂ ਦਿੰਦਾ। ਇਹ ਸਾਡੇ ਨਾਲ ਹੁੰਦਾ ਹੈ ਕਈ ਵਾਰ, ਕਿਉਂਕਿ ਹੁਣ ਖਾਸ ਕਰ ਹੁਣ ਦੀ ਗੱਲ ਕਰੀਏ, ਰਮਜ਼ਾਨ ਚੱਲ ਰਹੇ ਨੇ, ਅਸੀਂ ਰਾਤ ਨੂੰ ਕਈ ਵਾਰ ਨਮਾਜ਼ ਵਗੈਰਾ ਪੜ੍ਹਦੇ, ਸਾਨੂੰ ਲੇਟ ਹੋ ਜਾਂਦਾ, 10:30 ਹੋ ਜਾਂਦੇ ਨੇ, ਸਵੇਰੇ ਫੇਰ 3:45 ਉੱਠਣਾ, 3:30 ਉੱਠਣਾ, ਤੇ ਸਵੇਰੇ ਫੇਰ ਸਕੂਲ ਜਾਣਾ, ਸਾਡੇ ਤੋਂ ਨੀਂਦ ਨਹੀਂ ਸਾਡੀ ਪੂਰੀ ਹੋ ਰਹੀ। ਉਹਦੇ ਨਾਲ ਕੀ ਹੁੰਦਾ, ਸਾਰਾ ਦਿਨ ਜਿਹੜਾ ਸਾਡਾ ਸਰੀਰ ਹੈ ਉਹ ਜਵਾਬ ਦੇ ਹੀ ਰੱਖਦਾ ਆ, ਉਹਦੇ ਨਾਲ ਸਾਡੇ ਨਾਲ ਨਹੀਂ, ਸਾਡਾ ਸਾਥ ਨਹੀਂ ਦੇ ਰਿਹਾ ਹੁੰਦਾ, ਸਾਨੂੰ ਲੱਗਦਾ ਅਸੀਂ ਬਿਮਾਰ ਆ। ਇਸੇ ਕਰਕੇ ਕਿਹਾ ਜਾਂਦਾ ਹੈ ਕਿ अर्ਲੀ ਟੂ ਬੈਡ अर्ਲੀ ਟੂ ਰਾਈਜ਼, ਜਲਦੀ ਸੋਵੋ ਤੇ ਜਲਦੀ ਉੱਠੋ, ਇਹ ਸਭ ਤੋਂ ਚੰਗੀ ਆਦਤ ਹੈ। ਇਹ ਵੀ ਇੱਕ ਜਿਹੜਾ ਲੇਟ ਸੋਣਾ ਤੇ ਲੇਟ ਉੱਠਣਾ, ਇਹ ਸਭ ਤੋਂ ਬੁਰੀ ਆਦਤ ਹੈ, ਕਿਉਂਕਿ ਸਾਨੂੰ ਲੱਗਦਾ ਹੈ ਕਿ ਦਿਨ ਬੜਾ ਛੋਟਾ ਹੈ, ਦਿਨ ਤਾਂ ਮਿੰਟੋ ਮਿੰਟੀ ਲੰਘ ਗਿਆ, ਪਰ ਉਹਨਾਂ ਲਈ ਛੋਟਾ ਨਹੀਂ ਹੁੰਦਾ ਜੋ ਜਲਦੀ ਉੱਠਦੇ ਨੇ ਸਵੇਰੇ, ਕਿਉਂਕਿ ਉਹਨਾਂ ਦੇ ਵਾਸਤੇ ਉਹ ਜਿਹੜਾ ਆਪਣਾ ਕੰਮ ਹੁੰਦਾ ਉਹ ਸਵੇਰੇ ਨਿਪਟਾ ਲੈਂਦੇ ਨੇ। ਉਸ ਤੋਂ ਬਾਅਦ ਉਹਨਾਂ ਦੇ ਕੋਲ ਕਿੰਨਾ ਟਾਈਮ ਹੁੰਦਾ ਆ, ਉਹਨਾਂ ਨੂੰ ਲੱਗਦਾ ਕਿ ਦਿਨ ਬਹੁਤ ਵੱਡਾ ਹੈ। ਪਰ ਜਿਹੜੇ ਉੱਠਦੇ ਹੀ ਲੇਟ ਨੇ, ਉਹਨਾਂ ਨੂੰ ਲੱਗਦਾ ਕਿ ਮੇਰਾ ਤਾਂ ਦਿਨ ਹੀ ਬੜੀ ਛੇਤੀ ਲੰਘ ਗਿਆ, ਤੇ ਉਹਨਾਂ ਦੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਦੇ ਉਹ ਪੈਂਡਿੰਗ ਰਹਿ ਜਾਂਦੇ ਨੇ। ਇਸ ਕਰਕੇ ਹਮੇਸ਼ਾ ਇਹ ਆਦਤ ਪਾਈਏ ਕਿ ਅਸੀਂ ਜਲਦੀ ਸੋਈਏ ਤੇ ਜਲਦੀ ਉੱਠੀਏ।
ਜੀ ਬਿਲਕੁਲ, ਦੇਖੋ ਸਿਆਣੇ ਜਾਂ ਡਾਕਟਰ ਫਿਰ ਇਹ ਕਹਿੰਦੇ ਆ ਕਿ 6 ਤੋਂ 8 ਘੰਟੇ ਦੀ ਨੀਂਦ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਸਾਡੇ ਸਰੀਰ ਵਾਸਤੇ। ਸਾਡਾ ਸਰੀਰ ਉਸ ਟਾਈਮ ਇੱਕ ਰਿਪੇਅਰਿੰਗ ਮੋਡ ਦੇ ਵਿੱਚ ਹੁੰਦਾ, ਆਪਣੇ ਆਪ ਨੂੰ ਰਿਪੇਅਰ ਕਰਦਾ, ਮੁਰੰਮਤ ਕਰਦਾ ਸਰੀਰ ਸਾਡਾ। ਜੇ ਅਸੀਂ ਉਹਨੂੰ ਮੁਰੰਮਤ ਦਾ ਟਾਈਮ ਨਹੀਂ ਦੇਵਾਂਗੇ, ਸਾਡੇ ਟਿਸ਼ੂਜ਼ ਜਿਹੜੇ ਆ ਪੂਰੇ ਦਿਨ ਦੀ ਨੱਠ ਭੱਜ ਦੇ ਨਾਲ ਜਿਹੜੇ ਸਾਡੇ ਮਸਲਸ ਟੁੱਟੇ ਆ, ਸਾਡੇ ਟਿਸ਼ੂਜ਼ ਟੁੱਟੇ ਆ, ਸਾਡੀ ਬੋਡੀ ਨੂੰ ਜਿਹੜੀ ਇੱਕ ਥਕਾਵਟ ਹੋਈ ਹੈ, ਜੇ ਉਹਦੀ ਰਿਕਵਰੀ ਨਹੀਂ ਹੋਊਗੀ, ਜੇ ਉਹਦੀ ਭਰਪਾਈ ਨਹੀਂ ਹੋਊਗੀ, ਸਾਡਾ ਸਰੀਰ ਆਪਣੇ ਆਪ ਹੀ ਹੌਲੀ 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 ਜਿਹੜਾ ਉਹ ਥਕਾਵਟ ਮਹਿਸੂਸ ਕਰੂਗਾ। ਇਹ ਸਾਨੂੰ ਇੱਕ ਬੜੀ ਬੇਚੈਨੀ ਜੀ ਮਹਿਸੂਸ ਹੋਊਗੀ, ਸਰੀਰ ਟੁੱਟੇ ਟੁੱਟੇ ਮਹਿਸੂਸ ਹੋਊਗਾ। ਇਹ ਜਲਦੀ ਸੌਂ ਜਿਆ ਕਰੋ ਤੇ ਸਵੇਰੇ ਜਲਦੀ ਉੱਠਿਆ ਕਰੋ। 6 ਤੋਂ 8 ਘੰਟੇ ਸੌਣਾ ਜਿਹੜਾ ਕਾਫੀ ਆ। ਇਹ ਦੇਖੋ ਇਸ ਕਾਇਨਾਤ ਨੇ ਵੀ ਸਾਡੇ ਵਾਸਤੇ ਰਾਤ ਬਣਾਈ ਆ। ਰਾਤ ਹੁੰਦੀ ਹੈ, ਸੂਰਜ ਡੁੱਬਦਾ ਹੈ। ਦੁਨੀਆ ਦੇ ਵਿੱਚ ਹਰ ਕੋਨੇ ਵਿੱਚ ਜਿਹੜਾ ਸੂਰਜ ਡੁੱਬਦਾ ਹੈ, ਲੋਕ ਸੌਣਾ ਸ਼ੁਰੂ ਹੋ ਜਾਂਦੇ ਆ। ਸੋ ਇਹ ਸੂਰਜ ਡੁੱਬਣ ਦੇ ਨਾਲ ਸਿਰਫ ਅਸੀਂ ਇਨਸਾਨ ਨਹੀਂ, ਇਹ ਜਾਨਵਰ, ਇਹ ਕੀੜੇ ਮਕੌੜੇ, ਇਹ ਪੰਛੀ, ਇਹ ਵੀ ਸੌਂਦੇ। ਇੱਥੋਂ ਤੱਕ ਕਿ ਫੁੱਲ ਵੀ ਜਿਹੜੇ ਆ, ਸੂਰਜਮੁਖੀ ਦਾ ਫੁੱਲ ਜੇ ਤੁਸੀਂ ਦੇਖੋਗੇ, ਜਦੋਂ ਸੂਰਜ ਡੁੱਬ ਜਾਂਦਾ ਉਹ ਮੁਰਝਾ ਜਾਂਦਾ, ਕੁਮਲਾ ਜਾਂਦਾ, ਬੰਦ ਹੋ ਜਾਂਦਾ। ਹੋਰ ਵੀ ਕਈ ਹਿਬਿਸਕਸ ਦੀਆਂ ਵੀ ਕੋਈ ਖਾਸ ਨਸਲਾਂ ਕੁਝ ਐਸੀਆਂ ਹੈਗੀਆਂ। ਦੁਪਹਿਰ ਖੜੀ ਦੇਖੋ, ਜਦੋਂ ਸ਼ਾਮ ਹੋਣ ਲੱਗਦੀ ਹੈ ਉਹ ਹੌਲੀ ਹੌਲੀ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਕਾਇਨਾਤ ਨੇ, ਇਸ ਕੁਦਰਤ ਨੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਕਿ ਅਸੀਂ ਜਦੋਂ ਸ਼ਾਮ ਹੁੰਦੀ ਹੈ ਨਾ, ਅਸੀਂ ਆਪਣੇ ਆਪ ਨੂੰ ਰੈਸਟ ਵਿੱਚ ਲਿਆਉਣਾ ਸ਼ੁਰੂ ਕਰ ਦਈਏ। ਜਿੰਨੀ ਅਸੀਂ ਮੁਕੰਮਲ ਰੈਸਟ ਕਰਾਂਗੇ, ਜਿੰਨਾ ਅਸੀਂ ਪ੍ਰੋਪਰ ਆਰਾਮ ਕਰਾਂਗੇ, ਓਨਾ ਸਾਡੇ ਸਰੀਰ ਨੂੰ ਤਾਜ਼ਗੀ ਮਹਿਸੂਸ ਹੋਊਗੀ। ਅਸੀਂ ਅੱਛਾ ਸੋਚਾਂਗੇ, ਸਾਡੀ ਜਿਹੜੀ ਸਿਹਤ ਆ ਉਹ ਚੰਗੀ ਰਹੂਗੀ। ਜੇ ਲੇਟ ਸੌਵਾਂਗੇ, ਜਿੱਦਾਂ ਅੱਜ ਕੱਲ੍ਹ ਅਸੀਂ ਰਮਜ਼ਾਨ ਕਰਕੇ ਲੇਟ ਸੌ ਰਹੇ ਹਾਂ, ਜਲਦੀ ਉੱਠ ਰਹੇ ਹਾਂ, ਥੋੜ੍ਹੀ ਜਿਹੀ ਸਿਹਤ ਸਾਡੀ ਨਾ ਉਸ ਤਰ੍ਹਾਂ ਦੀ ਨਹੀਂ ਹੈਗੀ। ਪਰ ਸਾਨੂੰ ਇੰਨਾ ਪਤਾ ਸਿਰਫ ਇਸੇ ਮਹੀਨੇ ਹੈਗਾ, ਇਸ ਤੋਂ ਬਾਅਦ ਇਹ ਸਭ ਕੁਝ ਰੂਟੀਨ ਜਿਹੜਾ ਠੀਕ ਹੋ ਜਾਣਾ। ਬਿਲਕੁਲ ਇੱਕ ਗੱਲ ਹੋਰ ਹੈ ਜਸਪ੍ਰੀਤ ਜੀ, ਜਦੋਂ ਅਸੀਂ ਆਪਣੀ ਆਦਤ ਬਣਾ ਲੈਂਦੇ ਹਾਂ ਨਾ ਕਿਸੇ ਵੀ ਚੀਜ਼ ਦੀ, ਤੇ ਉਹ ਬਣ ਜਾਂਦੀ ਹੈ। ਅਸੀਂ 2-3-4 ਦਿਨ ਤਾਂ ਅਲਾਰਮ ਲਾ ਕੇ ਸੁੱਤੇ ਕਿ ਅਸੀਂ 3:45 ਉੱਠ ਜਾਈਏ ਜਾਂ 3:30 ਉੱਠ ਜਾਈਏ, ਪਰ ਹੁਣ ਆਪਣੇ ਆਪ ਅੱਖ ਜਿਹੜੀ ਹੈ 3:30 ਖੁੱਲ ਜਾਂਦੀ ਹੈ, ਕਿਉਂਕਿ ਉਹ ਤੁਹਾਡੀ ਆਦਤ ਬਣ ਚੁੱਕੀ ਆ। ਹੁਣ 5-6 ਦਿਨਾਂ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ, ਅੱਜ 11ਵਾਂ ਰੋਜ਼ਾ ਆ, 10 ਦਿਨਾਂ ਦੇ ਵਿੱਚ ਤੁਹਾਡੀ ਆਦਤ ਬਣ ਗਈ ਹੈ। ਇਸ ਕਰਕੇ ਆਦਤ ਨੂੰ ਬਣਾਉਣਾ ਕੋਈ ਔਖਾ ਕੰਮ ਨਹੀਂ ਹੈਗਾ। ਹਾਂ, ਉਹਦੇ ਉੱਪਰ ਅਸੀਂ ਜੇ ਸੋਚ ਲਈਏ ਕਿ ਹਾਂ ਜੇ ਅਸੀਂ ਇਹਨੂੰ ਕਰਨਾ ਹੀ ਕਰਨਾ ਤੇ ਅਸੀਂ ਉਹਨੂੰ ਕਰ ਸਕਦੇ ਹਾਂ ਜੀ। ਤੇ ਦੇਖੋ, ਉਸ ਰੱਬ ਨੇ, ਉਸ ਕੁਦਰਤ ਨੇ ਸਾਡੇ ਅੰਦਰ ਇੱਕ ਕਹਿ ਲਓ ਅੰਦਰੂਨੀ ਘੜੀ ਵੀ ਪਾਈ ਹੁੰਦੀ ਹੈ। ਜੇ ਕਹਿੰਦੇ ਵੀ ਬੰਦੇ ਨੂੰ ਇੱਕ ਬੰਦ ਕਮਰੇ ਵਿੱਚ ਬਿਠਾ ਦਈਏ, ਜਿੱਥੋਂ ਉਹਨੂੰ ਪਤਾ ਨਾ ਲੱਗੇ ਕਿ ਦਿਨ ਹੈ ਕਿ ਰਾਤ ਆ, ਜਦੋਂ ਰਾਤ ਹੋਣ ਲੱਗੂਗੀ ਹੌਲੀ ਹੌਲੀ ਉਹਨੂੰ ਆਵਾਸੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਉਹਦਾ ਜਿਹੜਾ ਇੰਟਰਨਲ ਕਲੌਕ ਆ, ਜਿਹੜਾ ਉਹਦਾ ਅੰਦਰ ਘੜੀ ਫਿੱਟ ਆ, ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹਨੂੰ ਦੱਸ ਦਿੰਦੀ ਹੈ ਕਿ ਹੁਣ ਜਿਹੜੀ ਰਾਤ ਹੋ ਗਈ ਆ, ਹੁਣ ਤੈਨੂੰ ਸੌਂ ਜਾਣਾ ਚਾਹੀਦਾ ਹੈ। ਤੇ ਹੌਲੀ ਹੌਲੀ ਅਸੀਂ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਨੀਂਦ ਪੂਰੀ ਕਰਿਆ ਕਰੋ ਜੀ, ਤਾਂ ਹੀ ਵਧੀਆ ਲਿਖੋਗੇ ਤੁਸੀਂ। ਵੈਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ, ਤੁਸੀਂ ਚੰਗਾ ਲਿਖਦੇ ਹੋ, ਬਹੁਤ ਸੋਹਣਾ ਲਿਖਦੇ ਹੋ, ਪਰ ਫਿਰ ਵੀ ਆਪਣੀ ਸਿਹਤ ਦਾ ਧਿਆਨ ਰੱਖੋ, ਜਲਦੀ ਸੋਇਆ ਕਰੋ। ਅਜਮਲ ਜੀ ਕਹਿੰਦੇ ਨੇ ਮੈਨੂੰ ਲਾਪਰਵਾਹ ਲੋਕਾਂ ਦੀ ਪਰਵਾਹ ਰਹਿੰਦੀ ਹੈ। ਇਹ ਤਾਂ ਬਹੁਤ ਅੱਛੀ ਆਦਤ ਹੈ ਸ਼ਹਿਬਾਜ਼ ਜੀ, ਇਹ ਬਹੁਤ ਚੰਗੀ ਆਦਤ ਆ। ਤੇ ਬਾਕੀ ਲਾਪਰਵਾਹ ਲੋਕਾਂ ਦੀ ਪਰਵਾਹ ਕਰੋ ਤੇ ਬਹੁਤ ਚੰਗੀ ਗੱਲ ਹੈ। ਤੁਸੀਂ ਜੇ ਲਾਪਰਵਾਹ ਲੋਕਾਂ ਦੀ ਪਰਵਾਹ ਕਰੋਗੇ ਨਾ, ਤਾਂ ਜਿਹੜੇ ਲਾਪਰਵਾਹ ਲੋਕ ਨੇ ਉਹ ਵੀ ਪਰਵਾਹ ਕਰਨ ਲੱਗ ਜਾਣਗੇ। ਇਸ ਕਰਕੇ ਬਹੁਤ ਚੰਗੀ ਆਦਤ ਹੈ। ਬਹੁਤ ਬਹੁਤ ਸ਼ੁਕਰੀਆ। GPS ਮਹਾਲਮ ਕਹਿ ਰਹੇ ਨੇ, ਉਹ ਗੁੱਸੇ ਵਿੱਚ ਹਰ ਵਾਰ ਵਰ ਜਾਂਦਾ ਹੈ ਬੇਮੌਸਮੇ ਮੀਂਹ ਦੀ ਤਰ੍ਹਾਂ, ਤੇ ਉਸਦੇ ਇਉਂ ਕਰਨ ਤੇ ਮੈਂ ਰੁੱਖਾਂ ਵਾਂਗ ਮੁਖ ਤੇ ਰੌਣਕ ਮਹਿਸੂਸ ਕਰਦਾ ਹਾਂ। ਵਾਹ, ਕੀ ਬਾਤ ਹੈ, ਬਹੁਤ ਖੂਬਸੂਰਤ। ਇਹ ਦੱਸਣਾ ਕਿ ਤੁਸੀਂ ਉਹਨਾਂ ਦੇ ਮੁਖ ਤੇ ਰੌਣਕ ਮਹਿਸੂਸ ਕਰਦੇ ਹੋ ਜਾਂ ਆਪਣੇ ਮੁਖ ਤੇ ਰੌਣਕ ਮਹਿਸੂਸ ਕਰਦੇ ਹੋ। ਜੇ ਤਾਂ ਆਪਣੇ ਮੁਖ ਤੇ ਰੌਣਕ ਮਹਿਸੂਸ ਕਰਦੇ ਆ, ਫਿਰ ਤਾਂ ਉਹਨਾਂ ਦੇ ਗੁੱਸੇ ਵਿੱਚ ਆਉਣਾ ਤੁਹਾਡੇ ਲਈ ਬੜੀ ਕਹਿ ਲਓ ਕਿ ਇੱਕ ਨਿਯਮਤ ਆ, ਤੁਹਾਡੇ ਲਈ ਮੁਹੱਬਤ ਦੀ ਨਿਸ਼ਾਨੀ ਹੈ। ਜੇ ਉਸ ਬੰਦੇ ਦੇ ਮੁਖ ਤੇ ਰੌਣਕ ਮਹਿਸੂਸ ਕਰਦੇ ਤਾਂ ਇਹਦਾ ਮਤਲਬ ਇਹ ਆ ਵੀ ਗੁੱਸੇ ਤੋਂ ਬਾਅਦ ਉਹ ਬੰਦਾ ਹਲਕਾ ਹੋ ਗਿਆ। ਇਹ ਦੱਸ ਦੇਣਾ ਜ਼ਰੂਰ, ਇਹ ਰੌਣਕ ਕਿਹਦੇ ਚਿਹਰੇ ਤੇ ਆਉਂਦੀ ਹੈ। ਨਾਮ ਵੀ ਦੱਸੋ ਜੀ, ਮਹਾਲਮ ਵਾਲਿਓ, ਤੁਸੀਂ ਆਪਣਾ ਨਾਮ ਵੀ ਦੱਸੋ ਕਿ ਤੁਹਾਡਾ ਨਾਮ ਕੀ ਹੈ। ਮੈਨੂੰ ਲੱਗਦਾ ਮਹਾਲਮ ਸ਼ਾਇਦ ਫਿਰੋਜ਼ਪੁਰ ਡਿਸਟ੍ਰਿਕਟ ਵਿੱਚ ਜਾਂਦਾ, ਪਰ ਫਿਰ ਵੀ ਸ਼ਾਇਦ ਮੈਂ ਗਲਤ ਹੋਵਾਂ। ਦੱਸਣਾ ਜੀ ਇੱਕ ਵਾਰੀ ਜ਼ਰੂਰ, ਤੇ ਤੁਸੀਂ ਕਿੱਥੋਂ ਇਹ ਗੱਲ ਕਰ ਰਹੇ ਹੋ, ਤੁਹਾਡਾ ਪੂਰਾ ਨਾਮ ਕੀ ਹੈ। ਸਤਨਾਮ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਸਤਨਾਮ ਭੈਣ ਜੀ, ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ। ਸੁਖਵਿੰਦਰ ਕੌਰ ਮੈਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸ਼ਮਸ ਚਾਵਲਾ ਜੀ ਕਹਿੰਦੇ ਮੈਂ ਇੱਕਦਮ ਹਾਈਪਰ ਹੋ ਜਾਂਦਾ ਹਾਂ, ਭਾਵੇਂ ਕੁਝ ਹੀ ਮਿੰਟਾਂ ਵਿੱਚ ਹੀ ਨਾਰਮਲ ਹੋ ਜਾਂਦਾ ਹਾਂ। ਕਿਵੇਂ ਟੈਕਲ ਕੀਤਾ ਜਾ ਸਕਦਾ ਹੈ। ਮੈਨੂੰ ਵੀ ਇਹੀ ਬਿਮਾਰੀ ਹੈ ਜੀ, ਮੈਂ ਵੀ ਇੱਕਦਮ ਸ਼ਹਿਬਾਜ਼ ਜੀ ਬਿਲਕੁਲ, ਸ਼ਹਿਬਾਜ਼ ਜੀ ਦੇ ਵਿੱਚ ਵੀ ਹੈ, ਇਹ ਇੱਕਦਮ ਹਾਈਪਰ ਹੁੰਦੇ ਨੇ ਔਰ ਬਹੁਤ ਜ਼ਿਆਦਾ ਹੋ ਜਾਂਦੇ ਨੇ। ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਬੰਦਾ ਹੁੰਦਾ ਜਿਹਦੇ ਤੇ ਹਾਈਪਰ ਹੋਏ ਹੁੰਦੇ ਨੇ, ਉਹ ਵਿਚਾਰਾ 2-3 ਦਿਨ ਉਸ ਚੀਜ਼ ਨੂੰ ਰੱਖਦਾ ਆਪਣੇ ਨਾਲ, ਤੇ ਇਹ ਬੜੇ ਨਾਰਮਲ ਹੋ ਜਾਂਦੇ ਨੇ। ਇਹ ਗੱਲ ਹੈਗੀ ਹੈ ਜੀ। ਇਹ ਦੇਖੋ, ਜੇ ਇੱਕ ਪਾਸੇ ਆਉਂਦਾ ਕਿ ਅਸੀਂ ਹਾਈਪਰ ਹੋ ਗਏ ਹਾਂ ਬਹੁਤ ਜਲਦੀ, ਦੂਜੇ ਪਾਸੇ ਆ ਗਿਆ ਕਿ ਅਸੀਂ ਇੱਕਦਮ ਨਾਰਮਲ ਵੀ ਹੋ ਗਏ ਹਾਂ। ਇਹ ਜਿਹੜਾ ਨਾਰਮਲ ਹੋ ਜਾਣਾ ਇੱਕਦਮ, ਉਹ ਚੰਗੀ ਗੱਲ ਹੈ, ਕਿ ਚੰਗੀ ਆਦਤ ਹੈ। ਹਾਈਪਰ ਹੋਣਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾਂ ਮੈਂ ਇਸ ਤਰ੍ਹਾਂ ਨਹੀਂ ਸੀ ਹੁੰਦਾ, ਮੈਂ ਕਾਲਜ ਲਾਈਫ 'ਚ ਇਸ ਤਰ੍ਹਾਂ ਨਹੀਂ ਸੀ ਹੁੰਦਾ। ਇਹ ਹੌਲੀ ਹੌਲੀ ਕੀ ਹੋਇਆ ਕਿ ਮੇਰੇ ਮੈਰਿਜ ਤੋਂ ਪਹਿਲਾਂ, ਬਹੁਤੇ ਲੋਕ ਕਹਿੰਦੇ ਕਿ ਵਿਆਹ ਤੋਂ ਬਾਅਦ ਮੈਂ ਹਾਈਪਰ ਹੋਣ ਲੱਗ ਪਿਆ। ਵਿਆਹ ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ ਜ਼ਿੰਦਗੀ ਦੇ ਵਿੱਚ ਕੁਝ ਇੱਦਾਂ ਦੇ ਇਨਸੀਡੈਂਟਸ ਹੁੰਦੇ, ਕੁਝ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਕਿ ਤੁਹਾਨੂੰ ਤੁਹਾਡਾ ਜਿਹੜਾ ਨਾ ਸੁਭਾਅ ਦੇ ਵਿੱਚ ਤਬਦੀਲੀ ਆਉਣ ਲੱਗ ਜਾਂਦੀ ਹੈ। ਤੁਹਾਡਾ ਲੋਕਾਂ ਲਈ ਨਜ਼ਰੀਆ ਬਦਲ ਜਾਂਦਾ, ਤੁਹਾਡਾ ਆਪਣੇ ਆਪ ਲਈ ਨਜ਼ਰੀਆ ਬਦਲ ਜਾਂਦਾ। ਤੁਸੀਂ ਕਹਿੰਦੇ ਆ ਕਿ ਨਹੀਂ, ਇਮਾਨਦਾਰੀ ਚੰਗੀ ਗੱਲ ਨਹੀਂ ਹੈਗੀ, ਨਹੀਂ ਹਰ ਇੱਕ ਦੇ ਨਾਲ ਹਮਦਰਦੀ ਕਰਨੀ ਚੰਗੀ ਗੱਲ ਨਹੀਂ ਹੁੰਦੀ। ਮੈਂ ਵੀ ਕਿਸੇ ਨਾਲ ਹਮਦਰਦੀ ਕੀਤੀ, ਮੈਨੂੰ ਉਹਦਾ ਕੀ ਫਲ ਮਿਲਿਆ। ਮੈਂ ਵੀ ਕਿਸੇ ਦੇ ਨਾਲ ਇਮਾਨਦਾਰੀ ਕੀਤੀ ਹੈ, ਮੈਨੂੰ ਕੀ
ਫਲ ਮਿਲਿਆ। ਸੋ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੀਆਂ ਨਿੱਕੀਆਂ ਘਟਨਾਵਾਂ, ਇੰਸੀਡੈਂਟਸ ਹੁੰਦੇ ਆ ਜਿਹੜੇ ਸਾਡੇ ਸੁਭਾਅ ਦੇ ਵਿੱਚ ਤਬਦੀਲੀ ਲੈ ਕੇ ਆਉਂਦੇ ਆ। ਸਾਡੀ ਥਿਊਰੀ ਜਿਹੜੀ ਹੈ ਨਾ ਮਨਜ਼ਾ, ਉਹ ਉਲਟ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ, ਜ਼ਿੰਦਗੀ ਦੇ ਜਿਹੜੇ ਤੁਹਾਡੇ ਨਾਲ ਕੌੜੇ ਤਜਰਬੇ ਹੁੰਦੇ ਨੇ ਉਹ ਤੁਹਾਨੂੰ ਏਦਾਂ ਦਾ ਬਣਾਉਂਦੇ ਨੇ, ਨਾ ਕਿ ਤੁਸੀਂ ਖੁਦ ਏਦਾਂ ਦੇ ਹੁੰਦੇ ਹੋ। ਕਈ ਵਾਰ ਏਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ, ਤੇ ਉਹ ਤੁਹਾਨੂੰ ਕਿਤੇ ਨਾ ਕਿਤੇ ਇੰਨੀ ਤਕਲੀਫ ਦੇ ਜਾਂਦੀਆਂ ਨੇ ਕਿ ਤੁਸੀਂ ਉਸ ਚੀਜ਼ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਤੋਂ ਬਹੁਤ ਜ਼ਿਆਦਾ ਚਿੜਨ ਲੱਗ ਜਾਂਦੇ ਹੋ। ਇਹ ਜ਼ਿੰਦਗੀ ਦੇ ਜਿਹੜੇ ਤਜਰਬੇ ਨੇ ਨਾ ਵੀਰ ਜੀ, ਉਹਨਾਂ ਤੋਂ ਹੁੰਦਾ ਹੈ। ਹਾਂ, ਇਹਨੂੰ ਅਸੀਂ ਕਿਸ ਤਰ੍ਹਾਂ ਟੈਕਲ ਕਰ ਸਕਦੇ ਹਾਂ? ਹਮੇਸ਼ਾ ਇਹ ਸੋਚੋ, ਜੇ ਮੈਂ ਕਿਸੇ ਨਾਲ ਏਦਾਂ, ਜੇ ਮੇਰੇ ਨਾਲ ਕੋਈ ਏਦਾਂ ਹਾਈਪਰ ਹੋਵੇ ਤਾਂ ਮੈਨੂੰ ਕਿਸ ਤਰ੍ਹਾਂ ਦਾ ਫੀਲ ਹੋਊਗਾ, ਜਾਂ ਮੈਂ ਜੇ ਕੋਈ ਮੈਨੂੰ ਏਦਾਂ ਦੀਆਂ ਗੱਲਾਂ ਬੋਲੇ ਤਾਂ ਮੈਨੂੰ ਕਿਸ ਤਰ੍ਹਾਂ ਦਾ ਫੀਲ ਹੋਊਗਾ। ਜਦੋਂ ਤੁਸੀਂ ਕਿਸੇ ਦੀ ਗੱਲ ਨੂੰ ਆਪਣੇ ਉੱਪਰ ਮਹਿਸੂਸ ਕਰਨ ਲੱਗ ਜਾਓ ਤਾਂ ਮੈਨੂੰ ਲੱਗਦਾ ਹੈ ਬਹੁਤ ਤੁਸੀਂ ਘੱਟ ਹਾਈਪਰ ਹੋਵੋਗੇ। ਔਰ ਸਬਰ ਜਿਹੜੀ ਚੀਜ਼ ਹੈ ਇਹ ਸਭ ਤੋਂ ਵੱਡੀ ਹੈ। ਕਿਸੇ ਵੀ ਪ੍ਰੋਬਲਮ ਦਾ ਹੱਲ ਜਿਹੜਾ ਉਹ ਸਬਰ ਹੈ। ਜਦੋਂ ਤੁਸੀਂ ਸਬਰ ਦੇ ਵਿੱਚ ਰਹਿੰਦੇ ਹੋ ਤਾਂ ਅਗਲਾ ਵੀ ਜਿਹੜਾ ਦੂਸਰਾ ਵੀ ਹੈ ਉਹ ਵੀ ਜਿਹੜਾ ਸਬਰ ਦੇ ਵਿੱਚ ਆ ਜਾਂਦਾ ਉਹ ਵੀ ਹੌਲੀ ਹੌਲੀ ਚੁੱਪ ਕਰਨਾ ਸ਼ੁਰੂ ਕਰ ਜਾਂਦਾ। ਜਦੋਂ ਤੁਸੀਂ ਹਾਈਪਰ ਹੁੰਦੇ ਹੋ ਤਾਂ ਦੂਸਰਾ ਬੰਦਾ ਵੀ ਤੁਹਾਨੂੰ ਉੱਦਾਂ ਦੀਆਂ ਹਰਟ ਕਰਨ ਵਾਲੀਆਂ ਗੱਲਾਂ ਬੋਲੇਗਾ ਜਿੱਦਾਂ ਦੀਆਂ ਤੁਸੀਂ ਬੋਲ ਰਹੇ ਹੋ ਅਗਲੇ ਨੂੰ। ਇਸ ਕਰਕੇ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਸਬਰ ਪੈਦਾ ਕਰੀਏ। ਇੱਕ ਇਹ ਜ਼ਰੂਰ ਸੋਚੀਏ ਕਿ ਸਾਡੇ ਉੱਪਰ ਕਿਸ ਤਰ੍ਹਾਂ ਦਾ ਫੀਲ ਹੋਊਗਾ, ਸਾਨੂੰ ਕਿਸ ਤਰ੍ਹਾਂ ਦਾ ਫੀਲ ਹੋਊਗਾ ਜੇ ਸਾਡੇ ਨਾਲ ਕੋਈ ਏਦਾਂ ਕਰੇ। ਤੇ ਉਸ ਤੋਂ ਬਾਅਦ ਤੁਸੀਂ ਬਿਲਕੁਲ ਆਪਣੇ ਆਪ ਨੂੰ ਨਾਰਮਲ ਮਹਿਸੂਸ ਕਰਦੇ ਹੋ। ਤੇ ਸ਼ਾਮ ਸੁੰਦਰ ਜੀ, ਇੱਕ ਗੱਲ ਦਾ ਇਹ ਵੀ ਧਿਆਨ ਰੱਖੋ ਕਿ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇੱਕਦਮ ਹਾਈਪਰ ਹੋ ਜਾਂਦੇ, ਸਭ ਤੋਂ ਪਹਿਲਾਂ ਹਰ ਇੱਕ ਇਨਸਾਨ ਦੀ ਆਪਣੀ ਇੱਕ ਥਿਊਰੀ ਹੁੰਦੀ ਹੈ। ਇਹ ਉਹ ਜਿਵੇਂ ਕੁਛ ਨਿਯਮ ਬਣਾਏ ਹੁੰਦੇ ਆ, ਇਨਸਾਨ ਦਾ ਇੱਕ ਇਖਲਾਕ ਹੁੰਦਾ, ਇੱਕ ਜ਼ਮੀਰ ਹੁੰਦਾ। ਜਿਵੇਂ ਕੁਝ ਇਨਸਾਨ ਕਹਿੰਦੇ ਕਿ ਜਿਵੇਂ ਮੈਂ ਇਹ ਸੋਚਦਾ ਕਿ ਨਹੀਂ, ਕਿਸੇ ਦੇ ਨਾਲ ਮੈਂ ਬੇਈਮਾਨੀ ਨਹੀਂ ਕਰਨੀ, ਮੈਂ ਕਿਸੇ ਦੇ ਪੈਸੇ ਦਾ ਨੁਕਸਾਨ ਨਹੀਂ ਕਰਨਾ, ਜਾਂ ਮੈਂ ਜਿਹਨੂੰ ਮਦਦ ਦੀ ਲੋੜ ਹੈ ਮੈਂ ਉਹਦੀ ਮਦਦ ਕਰਦਾ, ਬੇਸ਼ੱਕ ਮੈਨੂੰ ਇਹ ਵੀ ਪਤਾ ਹੋਵੇ ਕਿ ਮੇਰਾ ਇਸਤੇਮਾਲ ਕਰ ਰਿਹਾ। ਜਦੋਂ ਅਸੀਂ ਆਪਣੀ ਥਿਊਰੀ ਤੋਂ ਉਲਟ ਚੱਲਣਾ ਸ਼ੁਰੂ ਹੋ ਜਾਂਦੇ ਹਾਂ ਨਾ, ਉਦੋਂ ਤੁਹਾਡੇ ਵਿੱਚ ਇਹ ਤਬਦੀਲੀ ਆਉਣੀ ਹੈ। ਤੁਸੀਂ ਹਾਈਪਰ ਹੋਵੋਗੇ, ਚਿੜ ਜਾਓਗੇ ਬਹੁਤ ਜਲਦੀ, ਖਿੱਚ ਜਾਓਗੇ ਬਹੁਤ ਜ਼ਿਆਦਾ, ਤੁਸੀਂ ਉੱਚੀ ਉੱਚੀ ਬੋਲੋਗੇ, ਇੱਕਦਮ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹਾਈ ਹੋ ਜਾਊਗਾ। ਤੁਹਾਨੂੰ ਆਪਣੇ ਪਰਿਵਾਰ ਦੇ ਉੱਤੇ, ਤੁਹਾਨੂੰ ਆਪਣੇ ਆਪ ਦੇ ਉੱਤੇ ਗੁੱਸਾ ਆਊਗਾ। ਜਿਸ ਬੰਦੇ ਦਾ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ, ਉਹ ਚਾਹੇ ਤੁਹਾਡੇ ਕੋਲ ਕਰਾਉਣਾ ਵੀ ਨਾ ਹੋਵੇ, ਉਹਨੇ ਦੁਬਾਰਾ ਸਿਰਫ ਇੱਕ ਵਾਰੀ ਤੁਹਾਨੂੰ ਕਿਹਾ ਹੋਵੇ, ਤੁਸੀਂ ਇਹੀ ਕਹੋਗੇ ਯਾਰ ਮੇਰਾ ਵਕਤ ਜ਼ਾਇਆ ਕਰਨਾ ਹੁਣ ਇਹਨੇ ਐਵੇਂ ਮੇਰੇ ਕੋਲ ਆ ਕੇ ਬੈਠ ਜਾਣਾ, ਮੇਰੇ 2 ਘੰਟੇ ਵੇਸਟ ਹੋ ਜਾਣੇ ਆ। ਸੋ ਜਦੋਂ ਅਸੀਂ ਆਪਣੀ ਥਿਊਰੀ ਤੋਂ ਅਲੱਗ ਜਾਂਦੇ ਹਾਂ, ਜ਼ਰੂਰੀ ਨਹੀਂ ਕਿ ਕੋਈ ਬੰਦਾ ਸਾਨੂੰ ਗੁੱਸਾ ਚੜਾਵੇ। ਜਦੋਂ ਅਸੀਂ ਖੁਦ ਆਪਣੇ ਨਿਯਮਾਂ ਤੋਂ, ਆਪਣੇ ਅਸੂਲਾਂ ਤੋਂ ਉਲਟ ਚੱਲਦੇ ਹਾਂ ਨਾ, ਉਦੋਂ ਵੀ ਸਾਡੇ ਵਿੱਚ ਜਿਹੜਾ ਹੈ ਇਹ ਹਾਈਪਰ ਹੋਣਾ, ਜਿਹੜਾ ਇਹ ਵਾਲੀ ਆਦਤ ਹੈ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਇਸ ਕਾਇਨਾਤ ਨੇ ਜਿਸ ਤਰ੍ਹਾਂ ਦਾ ਬਣਾਇਆ, ਸਾਨੂੰ ਉਸ ਕੁਦਰਤ ਨੇ ਜਿਸ ਤਰ੍ਹਾਂ ਦਾ ਬਣਾਇਆ, ਇਹ ਜਿੱਦਾਂ ਦਾ ਵੀ ਸਾਡਾ ਸੁਭਾਅ ਆ, ਜਦੋਂ ਅਸੀਂ ਉਹਦੇ ਵਿੱਚ ਤਬਦੀਲੀ ਕਰਨੀ ਸ਼ੁਰੂ ਕਰਦੇ ਹਾਂ ਨਾ, ਤੇ ਉਦੋਂ ਅਸੀਂ ਇੱਕਦਮ ਹਾਈਪਰ ਹੋਣਾ ਸ਼ੁਰੂ ਹੋ ਜਾਂਦੇ ਹਾਂ। ਜਿਵੇਂ ਅਸੀਂ ਦੇਖਦੇ ਹਾਂ ਕਿ ਕਈ ਲੋਕ ਜਿਹੜੇ ਆ ਉਹ ਛੋਟੇ ਕੱਦ ਦੇ ਹੁੰਦੇ ਆ, ਫਿਰ ਉਹ ਦਵਾਈਆਂ ਖਾਂਦੇ ਨੇ ਲੰਬੇ ਹੋਣ ਦੀਆਂ। ਉਹ ਦਵਾਈਆਂ ਜਿਹੜੀਆਂ ਉਹਨਾਂ ਦੇ DNA ਤੇ ਅਸਰ ਕਰਦੀਆਂ। ਇੱਕ DNA ਜਿਹੜਾ ਹੁੰਦਾ ਆ, ਉਹਨੂੰ ਰੱਬ ਨੇ ਜਿਸ ਤਰ੍ਹਾਂ ਦਾ ਬਣਾਤਾ, ਅਸੀਂ ਉਹਨੂੰ ਬਦਲ ਨਹੀਂ ਸਕਦੇ। ਫਿਰ ਕੀ ਹੁੰਦਾ, ਉਹਨਾਂ ਦਾ ਕੱਦ ਤਾਂ ਨਹੀਂ ਲੰਬਾ ਹੁੰਦਾ, ਜਾਂ ਤਾਂ ਉਹਨਾਂ ਦੇ ਹੱਥ ਬਹੁਤ ਲੰਬੇ ਹੋ ਜਾਂਦੇ ਆ, ਜਾਂ ਉਹਨਾਂ ਦੀਆਂ ਲੱਤਾਂ ਬਹੁਤ ਲੰਬੀਆਂ ਹੋ ਜਾਂਦੀਆਂ। ਸਰੀਰ ਦਾ ਕੋਈ ਐਸਾ ਅੰਗ ਜਿਹੜਾ ਉਹਨਾਂ ਦੇ ਵਿੱਚ ਵਿਕਾਰ ਪੈਦਾ ਹੋ ਜਾਂਦਾ ਹੈ। ਸੋ ਜਿਸ ਤਰ੍ਹਾਂ ਦੇ ਅਸੀਂ ਹੈਗੇ ਹਾਂ, ਜਦੋਂ ਅਸੀਂ ਉਸ ਤੋਂ ਉਲਟ ਚੱਲਣਾ ਸ਼ੁਰੂ ਕਰਦੇ ਹਾਂ ਨਾ, ਤੇ ਉਦੋਂ ਸਾਡੇ ਵਿੱਚ ਇਹ ਜਿਹੜੀਆਂ ਇਹ ਗੁੱਸੇ ਵਾਲੀਆਂ ਆਦਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਕੁਦਰਤ ਤੋਂ ਉਲਟ ਚੱਲਾਂਗੇ ਤਾਂ ਏਦਾਂ ਦਾ ਕੁਝ ਹੁੰਦਾ। ਗੁਰਿੰਦਰ ਗੁਰੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਿੰਦਰ ਗੁਰੀ ਜੀ, ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ। ਅਜਮਲ ਭਾਈ ਕਹਿੰਦੇ ਕਿ ਮੈਂ ਤੇ ਖਤਰੇ ਚ ਹਾਂ, ਰਾਹਤ ਦੀ ਆਦਤ ਹੋ ਜਾਣਾ ਰਾਹਤ ਨਾਲ ਮੁਹੱਬਤ ਤੋਂ ਵੱਧ ਖਤਰਨਾਕ ਹੈ। ਆਹਾ, ਕੀ ਬਾਤ ਹੈ ਅਜਮਲ ਭਾਈ, ਬਹੁਤ ਵਧੀਆ। ਵਧੀਆ ਜੀ, ਬਹੁਤ। ਇਹ ਜਿਹੜੀ ਤੁਹਾਡੀ ਮੁਹੱਬਤ ਆ, ਇਹ ਵੀ ਸ਼ਾਇਦ ਇੱਕ ਬੁਰੀ ਆਦਤ ਆ। ਤੁਸੀਂ ਰੱਬ ਦੇ ਨਾਲ ਇੰਨੀ ਮੁਹੱਬਤ ਕਰਦੇ ਆ, ਨਹਿਰਾਂ ਦੇ ਨਾਲ ਇੰਨੀ ਮੁਹੱਬਤ ਕਰਦੇ ਆ, ਮੋਟਰਾਂ ਦੇ ਨਾਲ ਤੁਸੀਂ ਇੰਨੀ ਮੁਹੱਬਤ ਕਰਦੇ ਆ। ਮੇਰੇ ਖਿਆਲ ਭਾਬੀ ਜੀ ਨੂੰ ਸ਼ਾਇਦ ਇਹ ਗੱਲ ਨਹੀਂ ਪਤਾ ਹੈਗੀ ਤੁਹਾਡੀ ਇਸ ਲੁਕੀ ਛਿਪੀ ਮੁਹੱਬਤ ਦੇ ਬਾਰੇ। ਉਹਨਾਂ ਨੂੰ ਜਦੋਂ ਪਤਾ ਲੱਗੂਗਾ, ਤੁਹਾਡੀ ਬੁਰੀ ਆਦਤ ਆਪਣੇ ਆਪ ਦੂਰ ਹੋ ਜਾਣੀ ਆ। ਔਰ ਇਸ ਬੁਰੀ ਆਦਤ ਨੂੰ ਛੱਡਣ ਲਈ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ 5-10 ਦਿਨ ਜਾਂ ਕੋਈ ਮਹੀਨਾ ਲੱਗੂਗਾ। ਮੇਰੇ ਖਿਆਲ 5 ਤੋਂ 10 ਮਿੰਟਾਂ ਦੇ ਵਿੱਚ ਤੁਹਾਡੀ ਆਦਤ ਜਿਹੜੀ ਆ ਦੂਰ ਹੋ ਜਾਣੀ ਹੈ। ਸਿਰਫ ਇਹ ਤੁਹਾਡੀ ਜਿਹੜੀ ਪ੍ਰੋਬਲਮ ਹੈ ਨਾ, ਤੁਸੀਂ ਬਾਹਰ ਦੱਸ ਰਹੇ ਹੋ, ਸੋਸ਼ਲ ਮੀਡੀਆ ਤੇ ਦੱਸ ਰਹੇ ਹੋ, ਇਹਦੇ ਅਸਲ ਡਾਕਟਰ ਦੇ ਕੋਲ ਤੁਸੀਂ ਨਹੀਂ ਜਾ ਰਹੇ। ਸਾਡੇ ਭਾਬੀ ਜੀ ਦੇ ਅਸਲ ਡਾਕਟਰ ਆ, ਤੇ ਉਹਨਾਂ ਦੇ ਨਾਲ ਜ਼ਰੂਰ ਆਪਣੀ ਆਦਤ ਜਿਹੜੀ ਹੈ ਡਿਸਕਸ ਕਰੋ। ਸਤਨਾਮ ਕੌਰ ਜੀ ਕਹਿੰਦੇ ਬਹੁਤੀ ਵਾਰ ਜ਼ਿਆਦਾ ਸਲਾਹਾਂ ਵੀ ਰਾਹ ਤੋਂ ਪਰੇ ਲੈ ਜਾਂਦੀਆਂ ਨੇ, ਆਪਣੇ ਆਪ ਤੇ ਵਿਸ਼ਵਾਸ ਤੇ ਇਕਾਗਰਤਾ ਸਭ ਤੋਂ ਜ਼ਰੂਰੀ ਹੈ ਜੀ। ਬਿਲਕੁਲ ਸਹੀ ਗੱਲ ਹੈ ਸਤਨਾਮ ਕੌਰ ਜੀ। ਇੱਕ ਗੱਲ ਹੋਰ ਹੈ ਕਿ ਅਸੀਂ ਕਿਸੇ ਨੂੰ ਬਹੁਤ ਜਲਦੀ ਜੱਜ ਕਰ ਜਾਂਦੇ ਹਾਂ। ਅਸੀਂ ਕਿਸੇ ਬਾਰੇ ਬਹੁਤ ਜਲਦੀ ਡਿਸੀਜ਼ਨ ਲੈ ਲੈਂਦੇ ਹਾਂ ਕਿ ਇਹ ਇਨਸਾਨ ਏਦਾਂ ਦਾ ਹੈ, ਇਹ ਇਨਸਾਨ ਏਦਾਂ ਦਾ ਹੈ, ਇਹ ਮਾੜਾ ਹੈ, ਇਹ ਚੰਗਾ ਹੈ, ਇਹ ਬਹੁਤ ਜ਼ਿਆਦਾ ਚੰਗਾ। ਜਿਸ ਤਰ੍ਹਾਂ ਤਨਵੀਰਪੁਰੀ ਜੀ ਨੇ ਕਿਹਾ ਕਿ ਮੈਂ ਬਹੁਤ ਜਲਦੀ ਕਿਸੇ ਤੇ ਵਿਸ਼ਵਾਸ ਕਰ ਲੈਣਾ। ਅਸੀਂ ਕੀ ਕਰਦੇ ਹਾਂ, ਅਸੀਂ ਬਹੁਤ ਜਲਦੀ ਕਿਸੇ ਨੂੰ ਜੱਜ ਕਰ ਲੈਂਦੇ ਹਾਂ ਕਿ ਉਹ ਬੰਦਾ ਮਾੜਾ ਹੈ ਜਾਂ ਉਹ ਬੰਦਾ ਬਹੁਤ ਚੰਗਾ ਹੈ, ਉਹਦੇ ਤੇ ਇਤਬਾਰ ਕਰ ਲਿਆ, ਮਾੜਾ ਸਮਝ ਕੇ ਤੋਂ ਦੂਰ ਹੋ ਗਏ। ਇਹ ਗੱਲਾਂ ਜਿਹੜੀਆਂ ਨੇ ਇਹ ਵੀ ਕਿਤੇ ਨਾ ਕਿਤੇ ਸਾਡੀ ਬੁਰੀ ਆਦਤ ਦੇ ਵਿੱਚ ਸ਼ਾਮਿਲ ਹੁੰਦੀਆਂ। ਸਾਨੂੰ ਲੱਗਦਾ ਕਿ ਅਸੀਂ ਬਹੁਤ ਵਧੀਆ ਡਿਸੀਜ਼ਨ ਲਿਆ ਜਾਂ ਇਹ ਸਾਡੀ ਚੰਗੀ ਆਦਤ ਹੈ, ਪਰ ਨਹੀਂ, ਅਸੀਂ ਕਈ ਵਾਰ ਉਸ ਚੀਜ਼ ਤੋਂ ਵੀ ਧੋਖਾ ਖਾ ਜਾਂਦੇ ਹਾਂ। ਇਸ ਕਰਕੇ ਕਿਸੇ ਨੂੰ ਬਹੁਤ ਜਲਦੀ ਜੱਜ ਨਾ ਕਰੀਏ ਤੇ ਬੈਟਰ ਹੁੰਦਾ ਹੈ ਜੀ। ਬਿਲਕੁਲ। ਕਿਸੇ ਨੂੰ ਆਪਣੇ ਪੈਮਾਨੇ ਦੇ ਵਿੱਚ ਉਤਾਰ ਲੈਣਾ, ਕਿਸੇ ਨੂੰ ਆਪਣੇ
ਆਪਣੀ ਸੋਚ ਮੁਤਾਬਕ ਉਹਦਾ ਸੁਭਾਅ ਸੋਚ ਲੈਣਾ ਕਿ ਇਹ ਇਸ ਤਰ੍ਹਾਂ ਦਾ ਬੰਦਾ ਹੀ ਹੋਊਗਾ, ਇਹ ਮੇਰੇ ਵੱਲ ਦੇਖ ਰਿਹਾ ਹੈ, ਇਹ ਮੇਰੇ ਤੋਂ ਸੜਦਾ ਹੋਊਗਾ, ਜਾਂ ਇਹ ਮੇਰੇ ਵੱਲ ਇੰਨਾ ਘੂਰ ਕੇ ਦੇਖਦਾ ਪਿਆ, ਸ਼ਾਇਦ ਇਹਨੇ ਮੇਰੇ ਕੋਲੋਂ ਕੁਝ ਲੁੱਟ ਖੋਹ ਕਰਨੀ ਹੈ। ਅਸੀਂ ਜਿੰਨਾ ਕਿਸੇ ਇਨਸਾਨ ਨੂੰ ਜੱਜ ਕਰਦੇ ਹਾਂ, ਬਹੁਤ ਜਲਦੀ ਜੱਜ ਕਰਦੇ ਹਾਂ, ਓਨਾ ਹੀ ਅਸੀਂ ਆਪਣੇ ਆਪ ਨੂੰ ਉਸ ਬੰਦੇ ਦੇ ਖਿਲਾਫ ਕਰਦੇ ਹਾਂ। ਕਈ ਵਾਰੀ ਜੋ ਇਨਸਾਨ ਸ਼ਕਲ ਤੋਂ ਜਿੱਦਾਂ ਦਾ ਲੱਗਦਾ ਹੁੰਦਾ, ਦਿਲੋਂ ਉਸ ਤਰ੍ਹਾਂ ਦਾ ਨਹੀਂ ਹੁੰਦਾ। ਕਈ ਇਨਸਾਨ ਸ਼ਕਲ ਤੋਂ ਬਹੁਤ ਗੁੱਸੇ ਵਾਲੇ ਲੱਗਦੇ ਆ, ਜਾਂ ਸ਼ਕਲ ਤੋਂ ਉਹ ਸਾਨੂੰ ਲੱਗਦਾ ਹੁੰਦਾ ਕਿ ਇਹ ਬਹੁਤ ਚਲਾਕ ਨੇ, ਇਹ ਸਾਨੂੰ ਕੋਈ ਨੁਕਸਾਨ ਦਊਗਾ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਉਹ ਦਿਲ ਦੇ ਬਹੁਤ ਮਿੱਠੇ ਹੁੰਦੇ ਆ, ਦਿਲ ਦੇ ਬਹੁਤ ਨਰਮ ਹੁੰਦੇ ਨੇ ਉਹ ਲੋਕ। ਸੋ ਕਿਸੇ ਨੂੰ ਜੱਜ ਨਾ ਕਰੋ, ਕਿਸੇ ਵੀ ਇਨਸਾਨ ਦੇ ਵਾਸਤੇ ਜਲਦੀ ਇੱਕ ਥਿਊਰੀ ਡਿਵੈਲਪ ਨਾ ਕਰੋ ਕਿ ਉਹਨੂੰ ਤੁਸੀਂ ਆਪਣੇ ਇੱਕ ਪੈਮਾਨੇ ਵਿੱਚ ਉਤਾਰ ਲਓ ਕਿ ਇਹ ਬੰਦਾ ਇਸ ਤਰ੍ਹਾਂ ਦਾ ਹੋਊਗਾ। ਇਹ ਹਰ ਇਨਸਾਨ ਜਿਹੜਾ ਇੱਕ ਤਰ੍ਹਾਂ ਦਾ ਨਹੀਂ ਹੁੰਦਾ, ਸੋ ਇਹਦਾ ਵੀ ਧਿਆਨ ਰੱਖੋ ਜੀ। ਬਿਲਕੁਲ, ਕਈ ਵਾਰ ਅਸੀਂ ਸੋਚਦੇ ਹਾਂ ਕਿ ਜਿਹੜਾ ਸਾਹਮਣੇ ਬੱਚਾ ਬੈਠਾ ਹੈ, ਮੰਨ ਲਓ ਅਸੀਂ ਟੀਚਰ ਹਾਂ, ਐਜ਼ ਅ ਟੀਚਰ, ਕਿ ਜਿਹੜਾ ਸਾਹਮਣੇ ਬੱਚਾ ਬੈਠਾ ਹੈ ਉਹ ਬੱਚਾ ਸਾਨੂੰ ਸਮਝ ਨਹੀਂ ਰਿਹਾ ਜਾਂ ਸਾਡੀ ਗੱਲ ਨੂੰ ਚੰਗੀ ਤਰ੍ਹਾਂ ਆਨਸਰ ਨਹੀਂ ਕਰ ਰਿਹਾ। ਜੇ ਅਸੀਂ ਕੋਈ ਕੁਐਸਚਨ ਪੁੱਛਿਆ ਉਹਦਾ ਆਨਸਰ ਨਹੀਂ ਦੇ ਰਿਹਾ, ਅਸੀਂ ਸੋਚਦੇ ਹਾਂ ਉਹ ਬੱਚਾ ਨਲਾਇਕ ਹੈ, ਪਰ ਇੱਦਾਂ ਨਹੀਂ ਹੁੰਦਾ। ਕਈ ਵਾਰ ਉਹਦੇ ਬੋਲਣ ਦੀ ਕੋਈ ਪ੍ਰੋਬਲਮ ਹੁੰਦੀ ਹੈ ਜਿਹਦੇ ਨਾਲ ਉਹਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਜੇ ਮੈਂ ਬੋਲਿਆ, ਜੇ ਮੈਂ ਮੈਡਮ ਨੂੰ ਕੋਈ ਕੁਐਸਚਨ ਕੀਤਾ ਤੇ ਮੇਰਾ ਸਾਰੇ ਮਜ਼ਾਕ ਉਡਾਉਣਗੇ। ਇਹ ਵੀ ਹੋ ਸਕਦਾ ਕਿ ਉਹਨੂੰ ਕੋਈ ਸਪੀਚ ਦੀ ਪ੍ਰੋਬਲਮ ਹੋਵੇ, ਉਹਨੂੰ ਬੋਲਣ ਦੀ ਪ੍ਰੋਬਲਮ ਹੋਵੇ, ਜਾਂ ਉਹਨੂੰ ਬੋਰਡ ਤੇ ਦਿਖਦਾ ਹੀ ਨਾ ਹੋਵੇ। ਕਈ ਵਾਰ ਏਦਾਂ ਹੁੰਦਾ ਕਿ ਬੱਚਿਆਂ ਨੂੰ ਉਹ ਕੰਮ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਸਾਹਮਣੇ ਦਿਖਦਾ ਹੀ ਨਹੀਂ ਹੁੰਦਾ, ਬੋਰਡ ਤੋਂ ਦਿਖਦਾ ਹੀ ਨਹੀਂ ਹੁੰਦਾ। ਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਖੀਏ ਕਿ ਹਾਂ ਉਹਨੂੰ ਕੀ ਚੀਜ਼ ਦੀ ਪ੍ਰੋਬਲਮ ਹੈ, ਕੀ ਚੀਜ਼ ਦੀ ਸਮੱਸਿਆ ਹੈ, ਉਹਨੂੰ ਦੂਰ ਕਰੀਏ। ਪਰ ਅਸੀਂ ਉਹਨੂੰ ਜੱਜ ਕਰ ਜਾਂਦੇ ਹਾਂ ਕਿ ਨਹੀਂ, ਉਹਨੂੰ ਕਈ ਵਾਰ ਕੁੱਟਣਾ ਵੀ, ਕਈ ਇਦਾਂ ਦੇ ਵੀ ਅਧਿਆਪਕ ਹੁੰਦੇ ਨੇ, ਉਹ ਕੁੱਟਣ ਲੱਗ ਜਾਂਦੇ ਵੀ ਤੂੰ ਮੇਰਾ ਗੱਲ ਨਹੀਂ ਸੁਣਦਾ, ਤੂੰ ਮੇਰਾ ਕੰਮ ਨਹੀਂ ਕਰਦਾ। ਏਦਾਂ ਵੀ ਹੋ ਜਾਂਦਾ ਹੈ। ਤੇ ਇਹ ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਬੱਚਾ ਕਿਉਂ ਏਦਾਂ ਕਰ ਰਿਹਾ ਹੈ, ਕੀ ਰੀਜ਼ਨ ਹੈ। ਕਈ ਵਾਰ ਉਹਦੇ ਘਰ ਦਾ ਮਾਹੌਲ ਏਦਾਂ ਦਾ ਹੁੰਦਾ ਕਿ ਬੱਚਾ ਸਹਿਮਿਆ ਰਹਿੰਦਾ ਹੈ ਕਿਉਂਕਿ ਘਰ ਦੇ ਵਿੱਚ ਉਹਨੂੰ ਉਦਾਂ ਦਾ ਮਾਹੌਲ ਨਹੀਂ ਮਿਲਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਏਦਾਂ ਹੀ ਵੱਡਿਆਂ ਨਾਲ ਵੀ ਹੁੰਦਾ ਹੈ। ਕਈ ਵਾਰ ਕੋਈ ਇਨਸਾਨ ਏਦਾਂ ਦਾ ਹੁੰਦਾ ਜਿਹੜਾ ਘਰੋਂ ਪਰੇਸ਼ਾਨ ਹੁੰਦਾ, ਪਰ ਸਾਨੂੰ ਲੱਗਦਾ ਕਿ ਉਹ ਜਾਣਬੁੱਝ ਕੇ ਕਿਤੇ ਕਿਸੇ ਨਾਲ ਗਲਤ ਕਰ ਰਿਹਾ। ਇਹ ਵੀ ਚੀਜ਼ਾਂ ਆ ਜਾਂਦੀਆਂ ਨੇ, ਇਹਨਾਂ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੈ ਜੀ। ਮਨਪ੍ਰੀਤ ਬਾਂਦਾ ਜੀ ਨੇ ਕਮੈਂਟ ਕੀਤਾ ਕਿ ਮੇਰੇ ਵਿੱਚ ਬੁਰੀ ਆਦਤ, ਮੈਂ ਸਭ ਨੂੰ ਆਪਣਾ ਮੰਨਦੀ ਹਾਂ ਪਰ ਉਹ ਨਹੀਂ। ਹਾਏ ਸੱਚੀ। ਜੀ ਮਨਪ੍ਰੀਤ ਬਾਂਦਾ ਜੀ, ਇਹ ਵੀ ਤਨਵੀਰ ਪੁਰੀ ਜੀ ਵਾਲੀ ਗੱਲ ਹੀ ਹੋਗੀ ਕਿ ਅਸੀਂ ਸਾਰਿਆਂ ਤੇ ਵਿਸ਼ਵਾਸ ਕਰਦੇ ਹਾਂ ਪਰ ਲੋਕੀ ਉਸ ਦੇ ਕਾਬਿਲ ਨਹੀਂ ਹੁੰਦੇ। ਅਸੀਂ ਇਹ ਤੁਹਾਡੀ ਬੁਰੀ ਆਦਤ ਨਹੀਂ, ਤੁਹਾਡੀ ਚੰਗੀ ਆਦਤ ਹੈ ਕਿ ਤੁਸੀਂ ਸਾਰਿਆਂ ਨੂੰ ਆਪਣਾ ਮੰਨਦੇ ਹੋ ਔਰ ਸਾਰਿਆਂ ਨਾਲ ਚੰਗਾ ਕਰਦੇ ਹੋ। ਹਾਂ, ਕਿਤੇ ਨਾ ਕਿਤੇ ਜਿਹੜੀ ਜੱਜ ਕਰਨ ਦੀ ਪ੍ਰੋਬਲਮ ਆ ਜਾਂਦੀ ਹੈ ਹਮੇਸ਼ਾ। ਉਹ ਕਈ ਵਾਰ ਕਹਿੰਦੇ ਨੇ ਕਿ ਪਰਖਣਾ ਨਹੀਂ ਚਾਹੀਦਾ ਕਿਸੇ ਨੂੰ, ਦੋਸਤ ਨੂੰ ਪਰਖਣਾ ਨਹੀਂ ਚਾਹੀਦਾ ਕਿਉਂਕਿ ਪਰਖਣ ਨਾਲ ਹਮੇਸ਼ਾ ਜਿਹੜੀਆਂ ਦੋਸਤੀਆਂ ਖਤਮ ਹੋ ਜਾਂਦੀਆਂ ਨੇ, ਰਿਸ਼ਤੇ ਖਤਮ ਹੋ ਜਾਂਦੇ ਨੇ। ਪਰ ਮੇਰੇ ਹਿਸਾਬ ਨਾਲ ਕਦੇ ਕਦੇ ਕਿਸੇ ਦੋਸਤ ਨੂੰ ਪਰਖ ਵੀ ਲੈਣਾ ਚਾਹੀਦਾ ਹੈ। ਜਦੋਂ ਅਸੀਂ ਪਰਖਦੇ ਹਾਂ ਤੇ ਤੁਹਾਨੂੰ ਅਸਲੀ ਦੋਸਤ ਦਾ ਔਰ ਜਿਹੜਾ ਦੂਸਰਾ ਮਤਲਬੀ ਦੋਸਤ ਦਾ ਪਤਾ ਚੱਲ ਜਾਂਦਾ ਹੈ। ਜੀ, ਕਈ ਦੋਸਤ ਹੁੰਦੇ ਜਿਹੜੇ ਤੁਹਾਡੇ ਕੋਲ ਕੰਮ ਲੈਂਦੇ ਰਹਿੰਦੇ ਆ, ਪਰ ਇੱਕ ਟਾਈਮ ਤੇ ਤੁਹਾਨੂੰ ਪਰਖ ਲੈਣਾ ਚਾਹੀਦਾ ਕਿ ਕੀ ਇਹ ਬੰਦਾ ਤੁਹਾਡੇ ਕੰਮ ਵੀ ਆ ਸਕਦਾ ਕਿ ਨਹੀਂ ਆ ਸਕਦਾ। ਇੱਕ ਸ਼ੇਰ ਵੀ ਹੈ ਵੈਸੇ ਕਿ ਪਰਖਣਾ ਮਤ ਪਰਖਣੇ ਸੇ ਕੋਈ ਆਪਣਾ ਨਹੀਂ ਰਹਿਤਾ, ਇੱਕ ਸ਼ੀਸ਼ੇ में एक आईने में बड़ी देर तक कोई चेहरा नहीं रहता। ਪਰਖਣ ਦੇ ਨਾਲ ਇਨਸਾਨ ਆਪਣਾ ਨਹੀਂ ਰਹਿ ਜਾਂਦਾ। ਜਦੋਂ ਕਿਸੇ ਵਾਰ ਨੂੰ ਇੱਕ ਵਾਰੀ ਤੁਸੀਂ ਪਰਖ ਲਿਆ ਔਰ ਉਹ ਤੁਹਾਡੇ ਪੈਮਾਨੇ ਤੇ ਖਰਾ ਨਹੀਂ ਉਤਰਿਆ, ਫਿਰ ਉਹ ਤੁਹਾਡੇ ਦਿਲ ਤੋਂ ਉਤਰਨਾ ਸ਼ੁਰੂ ਹੋ ਜਾਊਗਾ। ਤੁਹਾਨੂੰ ਇਹ ਲੱਗੂਗਾ ਕਿ ਮੈਂ ਇਸ ਬੰਦੇ ਨੂੰ ਇਹ ਕੰਮ ਕਿਹਾ ਸੀ, ਮੈਨੂੰ ਲੋੜ ਸੀ, ਮੈਂ ਮੁਸੀਬਤ ਵਿੱਚ ਸੀ, ਇਹਨੂੰ ਮੈਂ ਮਦਦ ਲਈ ਗੁਹਾਰ ਲਾਈ ਹੈ, ਪਰ ਇਸ ਬੰਦੇ ਨੇ ਮੇਰੀ ਮਦਦ ਨਹੀਂ ਕੀਤੀ, ਹੁਣ ਇਹ ਮੇਰਾ ਦੋਸਤ ਨਹੀਂ ਰਹਿ ਗਿਆ। ਪਹਿਲੀ ਗੱਲ, ਕੋਸ਼ਿਸ਼ ਕਰੋ ਕਿਸੇ ਵੀ ਦੋਸਤ ਨੂੰ ਪਰਖੋ ਨਾ। ਦੂਜੀ ਗੱਲ ਆ, ਜੇ ਉਹਨੂੰ ਪਰਖਣਾ ਆ ਤੇ ਆਪਣੇ ਦਿਲ ਨੂੰ ਇਸ ਗੱਲ ਲਈ ਮਜ਼ਬੂਤ ਕਰ ਲਓ ਕਿ ਜੇ ਉਹ ਤੁਹਾਡੀ ਉਸ ਕਸੌਟੀ 'ਤੇ ਖਰਾ ਨਹੀਂ ਉਤਰਦਾ, ਫਿਰ ਉਹ ਤੁਹਾਡੇ ਦਿਲ ਤੋਂ ਵੀ ਉਤਰਨਾ ਆ। ਤੁਹਾਨੂੰ ਉਹਨੂੰ ਹੋ ਸਕਦਾ ਛੱਡਣਾ ਵੀ ਪਵੇ, ਹੋ ਸਕਦਾ ਉਹ ਵੀ ਤੁਹਾਨੂੰ ਛੱਡ ਜਾਵੇ। ਤੀਜੀ ਗੱਲ ਇਹ ਹੈਗੀ ਹੈ ਕਿ ਜੇ ਤੁਸੀਂ ਉਹਨੂੰ ਪਰਖਣਾ ਆ, ਤੁਹਾਡੇ ਪਰਖਣ ਦਾ ਪੈਮਾਨਾ ਜਿਹੜਾ ਖਰਾ ਹੋਣਾ ਚਾਹੀਦਾ ਆ, ਕੋਈ ਮਾੜਾ ਪੈਮਾਨਾ ਨਹੀਂ ਹੋਣਾ ਚਾਹੀਦਾ। ਉਹਨੂੰ ਕਿਸੇ ਐਸੀ ਗੱਲ ਲਈ ਨਾ ਇਸਤੇਮਾਲ ਕਰੋ ਜਾਂ ਨਾ ਪਰਖੋ ਜਿਹੜੀ ਬੇਵਜ੍ਹਾ ਦੀ ਹੋਵੇ, ਜਿਹੜੀ ਬਹੁਤ ਹਲਕੀ ਹੋਵੇ, ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋਵੇ ਕਿ ਮੈਨੂੰ ਇਸ ਤਰ੍ਹਾਂ ਨਹੀਂ ਪਰਖਣਾ ਚਾਹੀਦਾ ਸੀ, ਮੈਂ ਬੇਵਜ੍ਹਾ ਆਪਣਾ ਇੱਕ ਦੋਸਤ ਗਵਾ ਲਿਆ। ਜੀ ਬਿਲਕੁਲ। ਇੱਕ ਗੱਲ ਹੋ ਰਿਹਾ, ਜਦੋਂ ਅਸੀਂ ਕਿਸੇ ਦੋਸਤ ਨੂੰ ਪਰਖਣਾ ਹੈ, ਤੁਸੀਂ ਇੱਕ ਵਾਰ ਸੋਚ ਕੇ ਦੇਖੋ, ਜਦੋਂ ਤੁਸੀਂ ਮਤਲਬ ਬੈਠ ਕੇ ਸੋਚਦੇ ਹੋ ਕਿ ਮੇਰਾ ਕੌਣ ਦੋਸਤ ਹੈ ਕੌਣ ਨਹੀਂ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਮੁਸੀਬਤ ਹੈ, ਮੰਨ ਲਓ ਤੁਹਾਨੂੰ ਕਿਸੇ ਪੈਸੇ ਦੀ ਲੋੜ ਹੈ, ਥੋੜੇ ਪੈਸੇ ਦੀ ਲੋੜ ਹੈ, ਤੁਸੀਂ ਉਸ ਟਾਈਮ ਜਿਹੜੇ ਲੋਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਉਂਦੇ ਨੇ ਕਿ ਹਾਂ ਇਹ ਮੇਰੀ ਮਦਦ ਕਰ ਸਕਦੇ ਨੇ, ਇਹਦਾ ਮਤਲਬ ਕੀ ਹੋਇਆ ਕਿ ਉਹ ਤੁਹਾਡੇ ਸੱਚੇ ਦੋਸਤ ਨੇ। ਔਰ ਜਿਹੜੇ ਤੁਹਾਡੀ ਮਦਦ ਨਹੀਂ ਕਰ ਸਕਦੇ ਉਹ ਤੁਹਾਡੇ ਸੱਚੇ ਦੋਸਤ ਨਹੀਂ ਹਨ। ਪਰ ਇੱਕ ਗੱਲ ਹੋਰ ਹੈ ਕਿ ਕਈਆਂ ਕੋਲ ਉਨੀ ਪਹੁੰਚ ਹੀ ਨਹੀਂ ਹੁੰਦੀ ਕਿ ਉਹ ਤੁਹਾਡੀ ਮਦਦ ਨਹੀਂ ਕਰ ਸਕਦੇ। ਇਹ ਵੀ ਵਿੱਚ ਅਸੀਂ ਖਿਆਲ ਜ਼ਰੂਰ ਰੱਖੀਏ, ਜਿਨ੍ਹਾਂ ਦੀ ਪਹੁੰਚ ਹੋ ਕੇ ਵੀ ਤੁਹਾਡੀ ਮਦਦ ਨਾ ਕਰ ਸਕਣ, ਉਹ ਜਿਹੜੇ ਲੋਕ ਨੇ ਉਹ ਤੁਹਾਡੇ ਸੱਚੇ ਦੋਸਤ ਨਹੀਂ ਹਨ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ। ਬਿਲਕੁਲ ਜੀ। ਕਿਸੇ ਦਿਨ ਆਪਣੇ WhatsApp ਦੇ ਉੱਤੇ ਜਾਂ Facebook ਦੇ ਉੱਤੇ ਸਟੇਟਸ ਪਾਈਓ ਕਿ ਮੈਨੂੰ ਬੁਖਾਰ ਹੈ ਜਾਂ ਮੇਰੀ ਸਿਹਤ ਠੀਕ ਨਹੀਂ ਹੈ। ਤੁਹਾਨੂੰ ਵਾਹਿਗੁਰੂ ਮਿਹਰ ਕਰੇ, ਜਾਂ ਫਿਰ ਤੁਹਾਨੂੰ ਫੁੱਲ ਵਾਲੇ ਸਟਿੱਕਰ ਹੋ ਗਏ, ਜਾਂ ਦੋਨੇ ਹੱਥ ਜੋੜ ਕੇ ਧਿਆਨ ਰੱਖੋ ਜੀ। ਇੱਦਾਂ ਦੇ ਕਮੈਂਟਸ, ਇੱਦਾਂ ਦੇ ਮੈਸੇजेस ਬਹੁਤ ਆ ਜਾਣਗੇ।
ਪਰ ਕਿਸ ਦਿਨ ਇਹ ਸਟੇਟਸ ਪਾਇਓ ਕਿ ਮੈਨੂੰ ਪੈਸਿਆਂ ਦੀ ਲੋੜ ਹੈ ਜਾਂ 10,000 ਰੁਪਏ ਜਾਂ 20,000 ਰੁਪਏ ਦੀ ਲੋੜ ਹੈ। ਦੇਖਦੇ ਹਾਂ ਕਿੰਨੇ ਕੁ ਦੋਸਤ ਪੁੱਛਦੇ ਆ ਵੀ ਕੀ ਗੱਲ ਹੈ, ਕੀ ਪ੍ਰੋਬਲਮ ਹੈ, ਸੁੱਖ ਹੈ ਘਰ ਦੇ ਵਿੱਚ, ਸਭ ਕੁਝ ਠੀਕ ਠਾਕ ਹੈ, ਤੇਰੀ ਸਿਹਤ ਠੀਕ ਹੈ, ਪਰਿਵਾਰ ਠੀਕ ਹੈ, ਕੀ ਗੱਲ ਹੋ ਗਈ, ਤੈਨੂੰ ਪੈਸਿਆਂ ਦੀ ਲੋੜ ਕਿਉਂ ਪੈ ਗਈ ਵੀ ਤੈਨੂੰ ਸਟੇਟਸ ਪਾਉਣਾ ਪੈ ਗਿਆ ਇੱਦਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ। ਇਹ ਕਿਸ ਦਿਨ ਪਰਖ ਕੇ ਦੇਖ ਲਿਓ ਕਿ ਕਿੰਨੇ ਕੁ ਦੋਸਤ ਜਿਹੜੇ ਤੁਹਾਡੇ ਹੱਕ ਦੇ ਵਿੱਚ ਖੜੇ ਹੁੰਦੇ ਆ। ਇਹ ਫੇਸਬੁੱਕ ਦੇ ਵਿੱਚ ਲੰਮੀਆਂ ਲਿਸਟਾਂ ਹੁੰਦੀਆਂ 4-4 ਹਜ਼ਾਰ 5-5 ਹਜ਼ਾਰ ਦੋਸਤਾਂ ਵਾਲੇ ਮੈਂ ਲੋਕ ਵੀ ਦੇਖੇ ਹੋਏ ਆ, ਪਰ ਔਖੇ ਵੇਲੇ ਕਿੰਨੇ ਕੰਮ ਆਉਂਦੇ ਹੁੰਦੇ, ਸਿਰਫ 2 ਜਾਂ 3 ਹੁੰਦੇ ਆ ਉਹਨਾਂ ਵਿੱਚੋਂ ਜਿਹੜੇ ਤੁਹਾਡੇ ਕੰਮ ਆਉਂਦੇ ਆ। ਉਹ ਵੀ ਬਹੁਤ ਸੱਚੇ ਦਿਲ ਵਾਲੇ ਹੋਣਗੇ ਜਿਹੜੇ ਤੁਹਾਡੇ ਲਈ ਆਪ ਖੜੇ ਹੋਣਗੇ, ਜਿਹੜੇ ਤੁਹਾਡੇ ਕੰਮ ਦੀ ਜ਼ਿੰਮੇਵਾਰੀ ਚੁੱਕਣਗੇ, ਜਿਹੜੇ ਤੁਹਾਡੀ ਮੁਸ਼ਕਲ ਦੇ ਵਿੱਚ ਤੁਹਾਡੇ ਨਾਲ ਖੜੇ ਹੋਣਗੇ। ਕੋਈ ਇਨਸਾਨ ਇੱਦਾਂ ਦਾ ਨਹੀਂ ਹੁੰਦਾ, ਕੋਈ ਦੋਸਤ ਇੱਦਾਂ ਦਾ ਨਹੀਂ ਹੁੰਦਾ ਜਿਹੜਾ ਜਿੱਤੋਂ ਤੁਸੀਂ ਉਮੀਦ ਕਰ ਸਕਦੇ ਆ ਕਿ ਇਹ ਮੇਰੇ ਕੰਮ ਆਵੇ। ਕਈ ਵਾਰੀ ਜਿੱਤੋਂ ਉਮੀਦ ਕਰਦੇ ਆ ਉਹ ਕੰਮ ਨਹੀਂ ਆਉਂਦਾ, ਪਰ ਜਿੱਤੋਂ ਕਦੀ ਉਮੀਦ ਵੀ ਨਹੀਂ ਕੀਤੀ ਹੁੰਦੀ ਉਹ ਸਾਡੇ ਲਈ ਖੜਾ ਹੁੰਦਾ ਹੈ। ਤੇ ਜਸਵੀਰ ਕੌਰ ਕਹਿੰਦੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਜੀ, 2 ਬੇੜੀਆਂ ਦਾ ਸਵਾਲ ਕਿਨਾਰੇ ਤੇ ਕਿਵੇਂ ਪਹੁੰਚ ਗਿਆ। ਬਿਲਕੁਲ ਜਿੰਨਾ ਚਿਰ ਅਸੀਂ ਫੋਕਸ ਨਹੀਂ ਰੱਖਾਂਗੇ ਅਸੀਂ ਕਦੀ ਉੱਧਰ ਨੂੰ ਭੱਜ ਜਾਵਾਂਗੇ ਜਾਂ ਅਸੀਂ ਉੱਧਰ ਨੂੰ ਭੱਜਾਂਗੇ, ਅਸੀਂ ਕਿਸੇ ਉਸ ਰਸਤੇ ਵੱਲ ਦੌੜਾਂਗੇ ਜਾਂ ਉਸ ਰਸਤੇ ਵੱਲ ਦੌੜਾਂਗੇ, ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਾਂਗੇ। ਹਮੇਸ਼ਾ ਆਪਣੇ ਇੱਕ ਪ੍ਰਾਇਮਰੀ ਕੰਮ ਦੇ ਉੱਤੇ ਫੋਕਸ ਰੱਖਣਾ ਚਾਹੀਦਾ ਹੈ। ਉਸ ਕੰਮ ਨੂੰ ਪਛਾਣੋ कि तुम्हारी महारत किस विच फंस जी। अजमल भाई कहने कि अपनी इस आदत पे ही एक रोज मारे जाएंगे, कोई दर खोले ना खुले हम पुकारे जाएंगे। क्या बात है, बहुत खूब अजमल भाई। संदीप सिंह जी आए ने मोगा तो कह रहे सत श्री अकाल जोड़ी नू। सत श्री अकाल जी संदीप जी, बहुत बहुत शुक्रिया, मेहरबानी मेरे वीर, तुसीं प्रोग्राम दे विच आए हो जी। कोई गल नहीं जी, लभ जूगा जी कमेंट। ਇਹ ਕਮੈਂਟਸ ਕਾਫੀ ਆ ਗਏ ਜੀ। ਲਓ ਜੀ ਕਮੈਂਟ ਲੰਘ ਗਏ ਜੀ, ਫੋਨ ਤੋਂ ਮਨਜ਼ਰ ਲੱਭ ਲੈਣੇ ਆਪਾਂ। ਇਹ ਸਾਨੂੰ ਸੰਦੀਪ ਸਿੰਘ ਜੀ ਦਾ ਇੱਕ ਕਮੈਂਟ ਆਇਆ ਸੀ ਜੀ, 1 ਮਿੰਟ ਜੀ। काफी अगे चला गया जी। जी माफी चाहते हैं जी, काफी नजर लभ लो कमेंट, मैं अगे कमेंट पढ़दा जी। संदीप सिंह जी कहने सत श्री अकाल जी जोड़ी नू, बहुत वधिया विषय है। इस तरह कई बार वधिया रिश्ता भी खराब हो जाता है जी। बिल्कुल सही गल कह रहे हो तुसी। मनदीप वादर जी कहने बहुत सोहना विषय है। जसबीर कौर जी कहने बिल्कुल जी, मैं भी हुण यही सोचदी हां कि बहुत जल्दी किसी ते विश्वास नहीं करना चाहिए। बिल्कुल। अजमल भाई कहने अगर छोड़ना चाहो तो नहीं छोड़ सकोगे जी, सकोगे वो शख्स सकूंगा वो शख्स भी बिगड़ी हुई आदत की तरह है। वाह क्या बात है अजमल भाई, बहुत ही खूबसूरत शेर है। अजमल भाई कहने बिल्कुल सही। रणदीप कौर खंगूड़ा जी आने कहने सत श्री अकाल जी। सत श्री अकाल जी, स्वागत है जी रणदीप जी। स्वागत। मनजीत सिंह लिखते हैं कि 1976 ਵਿੱਚ 10ਵੀਂ ਪਾਸ ਕੀਤੀ, ਸਕੂਲ ਛੱਡ ਦਿੱਤਾ, ਉਸ ਤੋਂ ਬਾਅਦ ਬੇਸ਼ੱਕ ਐਮਏ ਵੀ ਕਰ ਲਈ, ਪਰ ਜੋ ਸਕੂਲ ਦੇ ਮਾਹੌਲ ਦੀ ਬੜੀ ਕਮੀ ਮਹਿਸੂਸ ਹੋ ਰਹੀ ਹੈ। ਪਰ ਰੰਗ ਐਫਐਮ ਦੇ ਪਿਆਰੇ ਹੋਸਟ ਸ਼ਹਿਬਾਜ਼ ਖਾਨ ਜੀ ਅਤੇ ਮਨਜ਼ਰ ਖਾਨ ਜੀ ਦਾ ਇਹ ਪ੍ਰੋਗਰਾਮ ਦੇਖ ਕੇ ਲੱਗਦਾ ਹੈ ਕਿ ਸਕੂਲ ਦੀ ਕਿਸੇ ਕਲਾਸ ਵਿੱਚ ਦਾਖਲਾ ਲੈ ਲਿਆ ਹੈ ਤੇ ਬੜੀਆਂ ਖੂਬਸੂਰਤ ਤੇ ਸਿਆਣੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਬਹੁਤ ਬਹੁਤ ਸ਼ੁਕਰੀਆ ਅਮਨਜੀਤ ਸਿੰਘ ਜੀ, ਪਰ ਐਡੀ ਸਾਡੀ ਜ਼ਰੂਰਤ ਨਹੀਂ ਹੈਗੀ ਤੇ ਬਹੁਤ ਬਹੁਤ ਸ਼ੁਕਰੀਆ ਜੇ ਤੁਸੀਂ ਇਸ ਲਾਇਕ ਸਾਨੂੰ ਸਮਝਦੇ ਹੋ। ਮਿਹਰਬਾਨੀ, ਤੁਹਾਡੀ ਮੁਹੱਬਤ ਹੈ ਜੀ, ਤੁਹਾਡਾ ਪਿਆਰ ਹੈ। बहुत बहुत धन्यवाद इस प्रोग्राम चाहिए जी। अजमल भाई कहने लोग वाकिफ है मेरी आदतों से रुतबा कम ही सही पर लाजवाब रखता हूं, हिंदी च कुछ गलती होवे ते माफ करना। वाह बहुत खूबसूरत अजमल भाई, तुसी तां हिंदी भी लिख लेने हो, सानू आज पता चल आया। बहुत खूबसूरत। लव कुमार आए ने जी, कहंदे ने रंग एफएम दे नाल जुड़ के भी थकावट कम घट हो जाती है जी। जियो प्यारी जोड़ी, शुक्रिया जी लव कुमार जी, ਤੁਹਾਡੇ ਇਸ ਲਵ ਲਈ, ਤੁਹਾਡੀ ਇਸ ਮੁਹੱਬਤ ਲਈ ਬਹੁਤ ਮਿਹਰਬਾਨੀ। जीपीएस महालम कहने ਜ਼ਿਲ੍ਹਾ ਫਿਰੋਜ਼ਪੁਰ। ਲਓ ਜੀ मैं पहचान लिया। शैली जी ने शहबाज जी, शैली जी जिला कोऑर्डिनेटर ने पढ़ाओ पंजाब ਦੇ और बहुत अच्छा लिखते ਨੇ, शायर ने। बहुत बहुत शुक्रिया शैली सर, ਤੁਸੀਂ ਆਏ ਹੋ ਜੀ। ਬਿਲਕੁਲ ਜੀ ਸ਼ੈਲੀ ਜੀ, ਮੈਂ ਤੁਹਾਡੇ ਜ਼ਿਲ੍ਹੇ ਵਿੱਚ ਨੌਕਰੀ ਕੀਤੀ ਹੈ, ਮੈਨੂੰ ਲੱਗਦੇ ਸੀ ਉਧਰ ਦੇ ਨਾਮ ਜਿਹੜੇ ਇਸੇ ਤਰ੍ਹਾਂ ਹੀ ਹੁੰਦੇ ਆ, ਗੱਟੀ ਰਾਜੋ ਕੇ, ਗੱਟੀ ਰਹਿਮੇ ਕੇ, ਰਾਜੋ ਕੇ ਉਸ ਪਾਰ, ਮਹਾਲਮ ਪਿੰਡ ਜਿਵੇਂ ਤੁਸੀਂ ਦੱਸਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਹੋ ਗਏ ਆ ਜਿਹੜੇ ਮੈਨੂੰ ਮੇਰੇ ਜ਼ਿਹਨ ਦੇ ਵਿੱਚ ਸੀਗੇ, ਕਿਉਂਕਿ ਮੈਂ 18 ਸਾਲ ਪਹਿਲਾਂ ਉੱਥੇ ਨੌਕਰੀ ਕੀਤੀ ਹੈ। ਉਸ ਮੇਰੀ ਨੌਕਰੀ 2-3 ਮਹੀਨੇ ਦੀ ਮੈਂ ਨੌਕਰੀ ਕੀਤੀ ਸੀ। ਉਸ 3 ਮਹੀਨੇ ਦੀ ਨੌਕਰੀ ਦੌਰਾਨ ਮੈਂ ਇੱਕ ਗੱਲ ਜ਼ਰੂਰ ਚੰਗੀ ਸਿੱਖੀ ਹੈ ਕਿ ਜੇ ਤੁਸੀਂ ਕਿਸੇ ਦੇ ਕੰਮ ਆ ਸਕਦੇ ਆ ਤਾਂ ਜ਼ਰੂਰ ਆਓ। ਕਿਸੇ ਨੂੰ ਜੇ ਮੁਸ਼ਕਿਲ ਦੀ ਲੋੜ ਆ ਤੇ ਉਹਦੀ ਮਦਦ ਜਿਹੜੀ ਜ਼ਰੂਰ ਕਰੋ। ਮੈਨੂੰ ਯਾਦ ਹੈ ਮੈਂ ਟ੍ਰੇਨ ਵਿੱਚ ਜਾ ਰਿਹਾ ਸੀ ਤੇ ਅਗਲੇ ਦਿਨ ਮੇਰਾ ਪੇਪਰ ਸੀ। ਮੈਂ ਰਾਤ ਨੂੰ ਉੱਥੋਂ ਵਾਪਸ ਆ ਰਿਹਾ, 5:30 ਵਜੇ ਟ੍ਰੇਨ ਚੱਲਦੀ ਸੀ ਸਰਦੀਆਂ ਨੂੰ। ਸਰਦੀਆਂ ਵਿੱਚ ਤਾਂ ਵੈਸੇ ਵੀ ਜਲਦੀ ਹਨੇਰਾ ਹੋ ਜਾਂਦਾ। ਤੇ ਮੈਂ ਜਦੋਂ ਵਾਪਸ ਆ ਰਿਹਾ ਸੀ, ਮੈਂ ਪੇਪਰ ਦੀ ਤਿਆਰੀ ਕਰ ਰਿਹਾ ਸੀ ਤੇ ਮੇਰੀ ਸੀਟ ਦੇ ਆਸੇ-ਪਾਸੇ ਜਿੰਨੇ ਵੀ ਬੰਦੇ ਬੈਠੇ ਸੀ ਸਾਰੇ ਤਾਸ਼ ਖੇਡ ਰਹੇ ਸੀ, ਪਰ ਮੈਂ ਪੜ੍ਹ ਨਹੀਂ ਸੀ ਪਾ ਰਿਹਾ ਕਿਉਂਕਿ ਸਵੇਰੇ ਮੇਰਾ ਪੇਪਰ ਸੀ। ਮੈਨੂੰ ਬਹੁਤ ਮੁਸ਼ਕਿਲ ਆ ਰਹੀ ਸੀ, ਉੱਤੋਂ ਲਾਈਟ ਵੀ ਨਹੀਂ ਸੀ ਹੈਗੀ, ਟ੍ਰੇਨ ਦੀ ਟਿਊਬ ਖਰਾਬ ਸੀ। ਤੇ ਇੱਕ ਭਾਈ ਸਾਹਿਬ ਖੜੇ ਹੋਏ, ਉਹਨਾਂ ਨੇ ਦੇਖਿਆ ਕਿ ਜਿਹੜਾ ਮੁੰਡਾ ਆ ਇਹ ਛੋਟੀ ਜਿਹੀ ਉਮਰ ਦਾ ਹੈਗਾ, ਇਹ ਪੜ੍ਹ ਰਿਹਾ ਆ, ਇਹਦਾ ਮਤਲਬ ਕੋਈ ਪੇਪਰ ਪੂਪਰ ਇਹਨੇ ਦੇਣਾ ਆ। ਉਹਨਾਂ ਨੇ ਉੱਠ ਕੇ ਉਹ ਟਿਊਬ ਨੂੰ 2-3 ਵਾਰੀ ਘੁਮਾਇਆ ਤੇ ਟਿਊਬ ਜਗ ਪਈ। ਤੇ ਮੈਂ 2.5 ਘੰਟੇ ਦੇ ਉਸ ਸਫ਼ਰ ਦੇ ਵਿੱਚ ਆਪਣੇ ਪੇਪਰ ਦੀ ਤਿਆਰੀ ਕਰ ਰਹੀ ਸੀ। ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਕਿਸੇ ਦੇ ਮੌਕੇ ਦਾ ਇੰਤਜ਼ਾਰ ਨਾ ਕਰੋ। ਜੇ ਤੁਸੀਂ ਕੋਈ ਦਿਆਲਤਾ ਦਿਖਾਉਣੀ ਹੈ, ਜੇ ਤੁਸੀਂ ਆਪਣਾ ਕੋਈ ਹਮਦਰਦੀ ਦਿਖਾਉਣੀ ਹੈ, ਜੇ ਤੁਸੀਂ ਕੋਈ ਆਪਣੀ ਅੱਛਾਈ ਦਿਖਾਉਣੀ ਹੈ, ਜੇ ਤੁਸੀਂ ਕਿਸੇ ਦੀ ਮਦਦ ਕਰਨੀ ਹੈ, ਕਿਸੇ ਦੀ ਬਾਂਹ ਫੜਨੀ ਹੈ, ਤਾਂ ਉਹਦੇ ਵਿੱਚ ਬਿਲਕੁਲ ਵੀ ਉਡੀਕ ਨਾ ਕਰੋ। ਇੱਕ ਵਲੰਟੀਅਰ ਬਣੋ। ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖੋ ਕਿ ਤੁਸੀਂ ਉਸ ਇਨਸਾਨ ਦੀ ਮਦਦ ਦੇ ਵਾਸਤੇ, ਜੇ ਤੁਹਾਨੂੰ ਉਸ ਖੁਦਾ ਨੇ ਇੰਨੀ ਤੌਫੀਕ ਬਖਸ਼ੀ ਹੈ, ਇੰਨਾ ਬਲ ਬਖਸ਼ਿਆ,
ਇੰਨੀ ਤੁਹਾਡੇ ਵਿੱਚ ਹਿੰਮਤ ਹੈਗੀ ਹੈ ਕਿ ਤੁਸੀਂ ਉਸ ਬੰਦੇ ਦੀ ਮਦਦ ਕਰ ਸਕੋ ਤਾਂ ਜ਼ਰੂਰ ਜੀ ਕਰੋ। ਬਿਲਕੁਲ, ਮੈਨੂੰ ਲੱਗਦਾ ਸ਼ਹਿਬਾਜ਼ ਜੀ ਨੂੰ ਜਿਹੜੀ ਹੁਣੇ ਜੌਬ ਕਰ ਰਹੇ ਨੇ ਉਹਦੀ ਵੀ ਸੂਚਨਾ ਜਿਹੜੀ ਉੱਥੇ ਦੇ ਸਟੇਸ਼ਨ ਮਾਸਟਰ ਨੇ ਦਿੱਤੀ ਸੀ। ਜੀ ਬਿਲਕੁਲ ਜੀ। ਤੇ ਅੱਜ ਨੌਕਰੀ ਤੇ ਆ ਤੇ ਉਹਨਾਂ ਦੀ ਵਜ੍ਹਾ ਨਾਲ ਹੀ ਆ, ਜੇ ਅੱਜ ਉਹ ਸੁਣ ਰਹੇ ਹੋਣ, ਪਤਾ ਨਹੀਂ ਉਹ ਹੋਣਗੇ ਜਾਂ ਨਹੀਂ ਹੋਣਗੇ ਦੁਨੀਆ ਦੇ ਵਿੱਚ, ਪਰ ਉਹਨਾਂ ਦੀ ਵਜ੍ਹਾ ਨਾਲ ਅੱਜ ਨੌਕਰੀ ਤੇ ਨੇ, ਇਸ ਨੌਕਰੀ ਤੇ ਨੇ। ਤੇ ਇਹ ਵੀ ਬਹੁਤ ਵੱਡੀ ਗੱਲ ਹੈ, ਕਿਸੇ ਦੀ ਮਦਦ ਕਰਨਾ, ਕਿਸੇ ਨੂੰ ਇਹ ਦੱਸਣਾ ਕਿ ਹਾਂ ਵੀ ਇਹ ਟੈਸਟ ਦੇ ਤੂੰ ਤੇ ਜਾਂ ਇਸ ਲਈ ਅਪਲਾਈ ਕਰੋ ਤੇ ਤੁਹਾਡੀ ਜੌਬ ਲੱਗ ਸਕਦੀ ਹੈ। ਜੀ ਸੰਦੀਪ कौर जी, सत श्री अकाल जी, ਤੁਹਾਡਾ ਵੀ ਬਹੁਤ सत ਬਹੁਤ श्री अकाल ਸਵਾਗत है। बहन जी, जी आयन बहुत बहुत स्वागत। अजमल भाई लिखते हैं, भूल कर हमें अगर तुम रहते हो सलामत तो भूल के तुमको संभलना हमें भी आता है। मेरी फितरत में ये आदत नहीं है, वरना तेरी तरह बदल जाना हमें भी आता है। बहुत वाह, बढ़िया जी, क्या बात है अजमल भाई, बहुत अच्छा शेर है ਅੱਜ जी। ਤਾਂ ਸ਼ੇਰਾਂ ਵਾਲੀ ਡਾਇਰੀ ਨਿਕਲੀ ਹੋਈ ਹੈ ਅਜਮਲ ਭਾਈ ਦੀ। ਦਵਿੰਦਰ ਕੌਰ ਜੀ ਕਹਿੰਦੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਪਿਆਰੀ ਜੋੜੀ ਨੂੰ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ। ਜੀ ਆਇਆਂ ਨੂੰ। ਰਣਦੀਪ ਕੌਰ ਖੰਗੂੜਾ ਜੀ ਕਹਿ ਰਹੇ ਨੇ, ਟੱਕੀਆਂ ਰਹਿਣ ਦੇ ਮਿੱਤਰਾ, ਗੱਲਾਂ ਧਰਤ ਦੀਆਂ, ਹਵਾ ਵਗੀ ਤਾਂ ਆਪਣੇ ਆਪ ਮੁਹਾਰੇ ਆਉਣਗੀਆਂ, ਰੁੱਤਾਂ ਜਿਹੜੀਆਂ ਰੁੱਸੀਆਂ ਫਿਰਦੀਆਂ ਨੇ, ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ। ਵਾਹ, ਬਹੁਤ ਬਹੁਤ ਖੂਬਸੂਰਤ। ਵਧੀਆ ਜੀ, ਬਹੁਤ ਸੋਹਣਾ ਸ਼ੇਰ ਹੈ ਜੀ। ਕੁੰਦਨ ਲਾਲ ਜੀ ਕਹਿੰਦੇ ਨੇ, ਅੱਜ ਕੱਲ੍ਹ ਜ਼ਿਆਦਾਤਰ ਬੁਰੀਆਂ ਆਦਤਾਂ ਨਸ਼ੇ ਹਨ ਜੀ, ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਜੀ। ਬਿਲਕੁਲ ਜੀ, ਬਿਲਕੁਲ। ਇਹ ਵਾਕਈ ਗੱਲ ਤੁਹਾਡੀ ਠੀਕ ਹੈ ਜੀ, ਨਸ਼ਿਆਂ ਤੋਂ ਬਚਣਾ ਚਾਹੀਦਾ। ਰਵਿੰਦਰ ਕੌਰ ਉੱਪਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਤੁਸੀਂ ਪ੍ਰੋਗਰਾਮ 'ਚ ਆਏ ਹੋ ਜੀ। ਜਗਦੀਪ ਸਿੱਧੂ ਲਿਖਦੇ ਨੇ ਕਿ ਪਿਆਰੇ ਵੀਰ, ਲਾਡਲੀ ਭੈਣ ਤੇ ਸਾਰੇ ਸਾਂਝੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਆਦਾਬ ਜੀ। ਵਾਲੇਕੁਮ ਸਤਿ ਸ਼੍ਰੀ ਸਲਾਮ, ਅਕਾਲ ਸਤਿ ਜੀ, ਸ਼੍ਰੀ ਅਕਾਲ। ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ। ਸੁਭਾਸ਼ ਭਾਈ ਕਹਿੰਦੇ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ, ਆਮੀਨ ਇਲਾਹੀ ਆਮੀਨ। ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ, ਤੁਹਾਡਾ ਵੀ ਸੁਭਾਸ਼ ਭਾਈ। ਸਵਾਗਤ ਪ੍ਰੋਗਰਾਮ 'ਤੇ ਤੁਸੀਂ ਆਏ ਹੋ ਜੀ, ਜੀ ਆਇਆਂ ਨੂੰ ਜੀ, ਮਿਹਰਬਾਨੀ, ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਇਸ ਮੁਹੱਬਤ ਲਈ। ਜਸਬੀਰ ਕੌਰ ਲਿਖਦੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਜੀ, ਗੁੱਸੇ ਨਾਲ ਕੇਵਲ ਆਪਣੇ ਸਰੀਰ ਦਾ ਹੀ ਨੁਕਸਾਨ ਹੁੰਦਾ ਹੈ। ਜੀ ਸ਼ਮਸੁਲ ਚਾਵਲਾ ਜੀ ਕਹਿੰਦੇ, ਆਪਣੇ ਅਸੂਲਾਂ ਵਿੱਚ ਤਬਦੀਲੀ ਕਰਨਾ ਬਹੁਤ ਵਧੀਆ ਵਰਣਨ ਜੀ, ਮੈਂ ਫੋਲੋ ਕਰਾਂਗਾ ਜੀ। ਬਿਲਕੁਲ ਸ਼ਮਸੁਲ ਚਾਵਲਾ ਜੀ, ਬਹੁਤ ਬਹੁਤ ਸ਼ੁਕਰੀਆ। ਸੁਖਵਿੰਦਰ ਸਿੰਘ ਹੈਪੀ ਜੀ ਆਏ ਨੇ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਅੱਜ ਪਾਪਾ ਦੀ ਇੱਕ ਨਜ਼ਮ ਆਪਣੇ ਅਖਬਾਰ ਦੇ ਵਿੱਚ ਲਾਈ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਸਿੰਘ ਹੈਪੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ ਸੁਖਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਹਮੇਸ਼ਾ ਕੋਸ਼ਿਸ਼ ਕਰੋ ਆਪਣੇ ਕੰਫਰਟ ਜ਼ੋਨ ਵਿੱਚੋਂ ਬਾਹਰ ਆਓ, ਜਿੱਥੇ ਤੁਸੀਂ ਬਹੁਤ ਆਰਾਮ ਮਹਿਸੂਸ ਕਰਦੇ ਹੋ। ਕਹਿੰਦੇ ਵੀ ਜੇ ਤੁਸੀਂ ਬਹੁਤ ਸੁੱਖ ਦੇ ਵਿੱਚ ਆ ਤਾਂ ਤੁਹਾਡੀ ਡਿਵੈਲਪਮੈਂਟ ਨਹੀਂ ਹੋ ਸਕਦੀ। ਆਪਣੇ ਆਪ ਨੂੰ ਉਸ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਕੱਢੋ। ਤੁਸੀਂ ਜਿੰਨਾ ਆਪਣੇ ਆਪ ਨੂੰ ਇੱਕ ਭੱਠੀ ਵਿੱਚ ਭੁੰਨੋਗੇ, ਜਿੰਨਾ ਤੁਸੀਂ ਤਕਲੀਫ ਸਹਿਣ ਦੀ ਆਦਤ ਪਾਓਗੇ, ਜਿੰਨਾ ਤੁਸੀਂ ਕਿਸੇ ਸਖਤ ਕੰਮ ਨੂੰ ਕਰਨ ਦੀ ਆਦਤ ਪਾਓਗੇ, ਤੁਸੀਂ ਆਪਣੇ ਆਪ ਨੂੰ ਡਿਵੈਲਪ ਕਰੋਗੇ। ਜਿੰਨਾ ਤੁਸੀਂ ਸੁੱਖ ਸਹੂਲਤਾਂ ਦੇ ਵਿੱਚ ਪੈ ਜਾਵਾਂਗੇ, ਓਨਾ ਅਸੀਂ ਆਪਣੇ ਆਪ ਨੂੰ ਖਰਾਬ ਕਰਾਂਗੇ। ਅੱਜ ਕੱਲ੍ਹ ਦੇ ਬੱਚੇ ਅਸੀਂ ਦੇਖਦੇ ਹਾਂ, ਅਸੀਂ ਤਾਂ ਉਹ ਵੀ ਜ਼ਮਾਨਾ ਦੇਖਿਆ ਜਦੋਂ ਇੱਕ ਟੇਬਲ ਫੈਨ ਦੇ ਅੱਗੇ 6 ਮੰਜੇ ਡੱਠੇ ਹੁੰਦੇ ਸੀ ਤੇ ਕਈ ਵਾਰੀ ਆਖਰੀ ਮੰਜਾ ਮਿਲਦਾ ਹੁੰਦਾ ਸੀ, ਆਖਰੀ ਮੰਜੇ ਤੱਕ ਵੀ ਹਵਾ ਨਹੀਂ ਸੀ ਪਹੁੰਚਦੀ ਹੁੰਦੀ। ਲਾਈਟ ਜਾਂ ਤਾਂ ਚਲੇ ਜਾਂਦੀ ਹੁੰਦੀ ਸੀ ਜਾਂ ਡਿਮ ਹੁੰਦੀ ਸੀ, ਜੇ ਹੁੰਦੀ ਵੀ ਸੀ ਲਾਈਟ ਤਾਂ ਉਸ ਪੱਖੇ ਦੀ ਹਵਾ ਸਾਨੂੰ ਮਿਲਦੀ ਨਹੀਂ ਸੀ ਹੁੰਦੀ। ਪਰ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ, ਉਹ ਸਾਰਾ ਦਿਨ ਏਸੀ ਵਿੱਚ ਰਹਿ ਕੇ ਵੀ, ਏਅਰ ਕੰਡੀਸ਼ਨ ਰੂਮ ਦੇ ਵਿੱਚ ਰਹਿ ਕੇ ਵੀ ਜਿਹੜੇ ਆ, ਉਹ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਪਾਉਂਦੇ। ਉਹ 1 ਮਿੰਟ ਲਈ ਏਸੀ ਜੇ ਬੰਦ ਹੋਵੇ, 1 ਮਿੰਟ ਲਈ ਜੇ ਠੰਡਕ ਤੋਂ ਥੋੜ੍ਹਾ ਦੂਰ ਹੋਣ ਤਾਂ ਉਹ ਕੁਰਲਾ ਜਾਂਦੇ ਆ, ਉਹਨਾਂ ਦੀ ਤਬੀਅਤ ਖਰਾਬ ਹੋਣ ਲੱਗ ਜਾਂਦੀ ਕਿ ਸਾਨੂੰ ਇਹ ਏਅਰ ਕੰਡੀਸ਼ਨ ਦੀ ਲੋੜ ਹੈ। ਸੋ ਜਿੰਨਾ ਅਸੀਂ ਆਪਣੇ ਆਪ ਨੂੰ ਸੁੱਖ ਸਹੂਲਤ ਦੇ ਵਿੱਚੋਂ ਬਾਹਰ ਕੱਢਾਂਗੇ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਆਪਣੇ ਆਪ ਨੂੰ ਬਿਲਕੁਲ ਤੋੜਨ ਲੱਗ ਜਾਈਏ, ਪਰ ਉਸ ਇੱਕ ਕੰਫਰਟ ਜ਼ੋਨ 'ਚੋਂ ਅਸੀਂ ਬਾਹਰ ਆਈਏ। ਜੇ ਕਹਿੰਦੇ ਨਾ ਕਿ ਨੋ ਪੇਨ ਨੋ ਗੇਨ, ਜੇ ਅਸੀਂ ਤਕਲੀਫ ਨਹੀਂ ਮਹਿਸੂਸ ਕਰਦੇ, ਜੇ ਅਸੀਂ ਆਪਣੇ ਆਪ ਨੂੰ ਤਕਲੀਫ ਦੇ ਵਿੱਚ ਨਹੀਂ ਪਾਉਂਦੇ, ਅਸੀਂ ਕੁਝ ਹਾਸਿਲ ਨਹੀਂ ਕਰ ਸਕਦੇ। ਮਿਹਨਤ ਤਾਂ ਕਰਨੀ ਹੀ ਪੈਣੀ ਹੈ, ਉਸ ਇੱਕ ਖਾਸ ਜ਼ੋਨ ਦੇ ਵਿੱਚੋਂ ਸਾਨੂੰ ਬਾਹਰ ਆਉਣਾ ਹੀ ਪੈਣਾ। ਜੀ ਬਿਲਕੁਲ, ਸੋ ਇਹ ਆਦਤ ਪਾਓ ਕਿ ਉਸ ਜ਼ੋਨ 'ਚੋਂ ਬਾਹਰ ਆਓ। ਬਿਲकुल सुभाष भाई कह रहे ने ओम राहत नाम जी बिल्कुल। रविंदर कौर उपल जी कहने, एक दिन ये राहत ਕਾਂਡ ਐਸਾ ਹੋਣਾ ਕਿ ਅਸੀਂ ਸਾਰੇ ਬਲੌਕ ਹੋ ਜਾਣੇ ਆ। ਰੱਬ ਹੀ ਜਾਣਦਾ ਉਸ ਵੇਲੇ ਕੀ ਬਣੂ ਇਹ ਸ਼ਰੀਫ ਵੀਰ ਦਾ। ਸਾਡੇ ਤੇ ਹੱਥ ਖੜੇ ਨੇ ਅਜਮਲ ਵੀਰ ਜੀ। ਨਹੀਂ ਕੁਝ ਨਹੀਂ ਹੁੰਦਾ ਰਵਿੰਦਰ ਭੈਣ ਜੀ। ਅਮਨ ਦਾਤਵਾਸੇ ਜੀ ਕਹਿੰਦੇ, ਜੇਕਰ ਮਨੁੱਖ ਭੂਤਕਾਲ ਤੇ ਭਵਿੱਖ ਨੂੰ ਛੱਡ ਕੇ ਵਰਤਮਾਨ ਵਿੱਚ ਜਿਉਣਾ ਸ਼ੁਰੂ ਕਰ ਦੇਵੇ, ਸਤ ਪ੍ਰੇਸ਼ਰ ਸਾਰੀਆਂ ਮੁਸ਼ਕਿਲਾਂ ਤੋਂ ਸਹਿਜੇ ਹੀ ਨਿਜਾਤ ਪਾਈ ਜਾ ਸਕਦੀ ਹੈ। ਮਨੁੱਖ ਨੂੰ ਕਰਤਾ ਭਾਵ ਛੱਡ ਦੇਣਾ ਚਾਹੀਦਾ ਹੈ। ਹਰ ਪਲ ਜਾਗ ਕੇ ਸਾਕਸ਼ੀ ਭਾਵ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਕਰ ਰਹੇ ਹੋ ਸਹੀ ਗੱਲ ਹੈ ਜੀ, ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਲੰਘੇ ਸਮੇਂ ਦਾ ਉਹਨਾਂ ਫਿਕਰ ਨਾ ਆਪਾਂ ਨਾ ਕਰੀਏ, ਉਹਦੇ ਬਾਰੇ ਉਹਨਾਂ ਨਾ ਸੋਚੀਏ। ਕੁਝ ਗੱਲਾਂ ਹੁੰਦੀਆਂ ਜਿਹਨਾਂ ਨੂੰ ਆਪਾਂ ਨਹੀਂ ਭੁੱਲ ਸਕਦੇ। ਆਉਣ ਵਾਲੇ ਸਮੇਂ ਦੀ ਬਹੁਤੀ ਫਿਕਰ ਨਾ ਕਰੀਏ। ਐਟ ਪ੍ਰੈਜ਼ੈਂਟ ਜੋ ਸਾਡੇ ਕੋਲ ਹੈਗਾ, ਪੰਛੀਆਂ ਵਾਲਾ ਜੀਵਨ ਜਿਹਨੂੰ ਤੁਸੀਂ ਕਹਿੰਦੇ ਹੋ, ਜਿਹਨੇ ਜਿਹੜਾ ਸਵੇਰੇ ਚੋਗਾ ਚੁਗ ਲਿਆ, ਦੁਪਹਿਰੇ ਉਹਨੂੰ ਮਿਲਣਾ ਕਿ ਨਹੀਂ, ਰਾਤ ਨੂੰ ਉਹਦੇ ਕੋਲ ਖਾਣੇ ਦਾ ਗੁਜ਼ਾਰਾ ਪ੍ਰਬੰਧ ਹੋਣਾ ਕਿ ਨਹੀਂ ਹੋਣਾ। ਤੇ ਇਸ ਤਰ੍ਹਾਂ ਉਹ ਵੀ ਤਾਂ ਦੇਖੋ ਜੀ ਰਹੇ ਆ, ਜਾਨਵਰ ਵੀ ਤਾਂ ਜੀ ਰਹੇ ਆ। ਉਹ ਇੱਕ ਟਾਈਮ ਦੀ ਰੋਟੀ ਦਾ ਪ੍ਰਬੰਧ ਕਰਦੇ, ਕਈ ਵਾਰੀ ਨਹੀਂ ਵੀ ਮਿਲਦੀ। ਜੇ ਅਸੀਂ ਸਾਡੇ ਕੋਲੋਂ, ਚਲੋ ਅੱਲਾ ਦਾ ਸ਼ੁਕਰ ਹੈ, ਰੱਬ ਦਾ ਸ਼ੁਕਰ ਹੈ, ਸਾਡੇ ਇਨਸਾਨਾਂ ਦੇ ਕੋਲ ਰੋਟੀ ਦਾ ਪ੍ਰਬੰਧ ਤਾਂ ਹੁੰਦਾ ਨਾ। ਜੇ ਅਸੀਂ ਕੱਲ੍ਹ ਦਾ ਫਿਕਰ ਕਰਨੀ ਛੱਡ ਦਈਏ, ਥੋੜ੍ਹਾ ਅੱਜ ਦਾ ਹੀ ਕੰਮ ਨਿਪਟਾ ਲਈਏ, ਅੱਜ ਦੇ ਜਿਹੜੇ ਕੰਮ ਆ ਠੀਕ ਕਰ ਲਈਏ,
ਤਾਂ ਵੀ ਜਿਹੜੀ ਸਾਡੀ ਜਿਹੜੀ ਆਦਤ ਹੈ ਚੰਗੀ ਬਣੂਗੀ। इफ्तिखार अहमद जी आए नहीं कहते जी सोहना प्रोग्राम जी। बहुत बहुत अस्सलाम शुक्रिया। वालेकुम जी, अस्सलाम बहुत बहुत वालेकुम शुक्रिया। इफ्तिखार अहमद जी। अजमल भाई कहने आदत उनकी अब कुछ इस तरह हो गई, अब उनकी बेरुखी से भी मोहब्बत हो गई। वाह क्या बात है। ये दिल भुलाता जी नहीं है मोहब्बतें उसकी, पड़ी हुई थी मुझे कितनी आदतें, पड़ी हुई थी मुझे कितनी आदतें उसकी। जी क्या सब बात है, उतर बहुत जानी है जी, कोई खूबसूरत। गल नहीं, थोड़ी देर की गल है जी। जी बहुत ਤੇ खूबसूरत। ਇੱਕ ਅੱਧੇ ਟੋਟਕੇ ਦੀ ਇੱਕ ਅੱਧੇ ਇਲਾਜ ਦੀ ਗੱਲ ਹੈ। ਭਾਬੀ ਜੀ ਨੇ ਜੀ ਤੁਹਾਡੀਆਂ ਸਾਰੀਆਂ ਆਦਤਾਂ ਜਿਹੜੀਆਂ ਉਹ ਠੀਕ ਕਰ ਦੇਣੀਆਂ। ਹਮ, ਜਗਦੀਪ ਸਿੱਧੂ ਕਹਿੰਦੇ ਨੇ ਕਈ ਵਾਰੀ ਸਾਨੂੰ ਦੂਜਿਆਂ ਵਿੱਚ ਬੁਰੀਆਂ ਆਦਤਾਂ ਦਿਸਦੀਆਂ ਨੇ ਪਰ ਆਪਣੀਆਂ ਨਹੀਂ। ਕੀ ਇਹ ਸੱਚ ਹੈ? ਬਿਲਕੁਲ। ਜੀ ਇਹ ਅਸੀਂ ਦੂਜਿਆਂ ਦੀ ਬੁਰੀਆਂ ਆਦਤਾਂ ਤਾਂ ਕੱਢਦੇ ਹਾਂ ਤੇ ਸਾਨੂੰ ਆਪਣੀਆਂ ਬੁਰੀਆਂ ਆਦਤਾਂ ਨਹੀਂ ਦਿਸਦੀਆਂ ਹੁੰਦੀਆਂ, ਬਾਕੀ ਗੱਲ ਸੱਚ ਹੈ। ਤੇ ਪਰ ਦੂਜੇ ਦੀ ਬੁਰੀ ਆਦਤ ਜੇ ਸਾਨੂੰ ਦਿਸਦੀ ਹੈ, ਜੇ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ, ਜੇ ਤੁਹਾਡਾ ਖਾਸ ਖਾਸ ਹੈ, ਤਾਂ ਉਹਨੂੰ ਉਹਦੀ ਬੁਰੀ ਆਦਤ ਦਾ ਅਹਿਸਾਸ ਇੱਕ ਵਾਰੀ ਤਰੀਕੇ ਦੇ ਨਾਲ ਜ਼ਰੂਰ ਕਰਾ ਦਿਓ ਕਿ ਤੇਰੇ ਵਿੱਚ ਆਹ ਜਿਹੜੀ ਹੈ ਇਹ ਆਦਤ ਜਿਹੜੀ ਮੈਨੂੰ ਠੀਕ ਨਹੀਂ ਲੱਗਦੀ। ਉਹਨੂੰ ਤਰੀਕੇ ਨਾਲ ਦੱਸ ਦਿਓ ਕਿ ਮੈਨੂੰ ਤੇਰੀਆਂ ਬਾਕੀ ਸਾਰੀਆਂ ਆਦਤਾਂ ਬਹੁਤ ਚੰਗੀਆਂ ਲੱਗਦੀਆਂ, ਸਿਰਫ ਇੱਕ ਆਦਤ ਜਿਹੜੀ ਥੋੜੀ ਜਿਹੀ ਖਟਕ ਰਹੀ ਹੈ ਮੈਨੂੰ, ਜੇ ਉਹ ਕਿਤੇ ਦੂਰ ਹੋ ਜਾਵੇ ਤਾਂ ਫਿਰ ਤੇਰੇ ਵਰਗਾ ਇਨਸਾਨ ਸ਼ਾਇਦ ਕੋਈ ਦੁਨੀਆ ਤੇ ਨਾ ਹੀ ਹੋਵੇ। ਉਸ ਆਦਤ ਨੂੰ ਅਸੀਂ ਠੀਕ ਕਰਵਾ ਕੇ ਇੱਕ ਤਾਂ ਉਸ ਬੰਦੇ ਦੇ ਵਿੱਚ ਜਿਹੜੀ ਤਰੁੱਟੀ ਹੈ, ਜਿਹੜੀ ਕਮੀ ਹੈ, ਉਹਨੂੰ ਦੂਰ ਕਰ ਸਕਦੇ ਹਾਂ। ਸਾਡੇ ਮਨ ਦੇ ਵਿੱਚ ਵੀ ਉਸ ਬੰਦੇ ਵਾਸਤੇ ਜਿਹੜੀ ਹਲਕੀ ਜਿਹੀ ਉਸ ਆਦਤ ਨੂੰ ਲੈ ਕੇ ਕੜੱਤਨ ਪੈਦਾ ਹੁੰਦੀ ਹੈ, ਉਹ ਵੀ ਜਿਹੜੀ ਹੈ ਠੀਕ ਹੋ ਜਾਊਗੀ, ਦੂਰ ਜੀ ਹੋ ਜਾਊਗੀ। ਜੀ ਬਿਲਕੁਲ ਦੱਸ ਦਿਓ ਜੀ, ਜੋ ਦੋਸਤ ਹੈਗਾ ਜੀ ਚੰਗਾ ਬਿਲਕੁਲ। ਤੁਹਾਡਾ ਜ਼ਰੂਰ ਦੱਸਿਓ। ਇੱਕ ਗੱਲ ਹੋਰ ਹੈ ਕਿ ਦੂਸਰੇ ਨੂੰ ਵੀ ਬੋਲਣ ਦੇਣਾ ਚਾਹੀਦਾ ਹੈ। ਕਈ ਵਾਰ ਕੀ ਹੁੰਦਾ ਹੈ, ਅਸੀਂ ਆਪਣੀਆਂ ਗੱਲਾਂ ਨੂੰ ਹੀ ਅਹਿਮੀਅਤ ਦਿੰਦੇ ਹਾਂ ਕਿ ਮੈਂ ਜੋ ਬੋਲ ਰਿਹਾ ਉਹ ਸਹੀ ਹੈ, ਜਾਂ ਜੋ ਮੈਂ ਹਾਂ ਉਹ ਸਹੀ ਹੈ, ਜੋ ਦੂਸਰਾ ਹੈ ਉਹ ਮੇਰੇ ਬਰਾਬਰ ਨਹੀਂ ਹੋ ਸਕਦਾ, ਜਾਂ ਅਸੀਂ ਉਹਨੂੰ ਸੁਣਨਾ ਹੀ ਨਹੀਂ ਚਾਹੁੰਦੇ। ਦੂਸਰੇ ਨੂੰ ਸੁਣਨ ਦੀ ਆਦਤ ਵੀ ਜ਼ਰੂਰ ਪਾਓ, ਕਿਉਂਕਿ ਦੂਸਰੇ ਨੂੰ ਸੁਣਨਾ ਵੀ ਇੱਕ ਚੰਗੀ ਆਦਤ ਹੈ। ਜਦੋਂ ਅਸੀਂ ਕਿਸੇ ਦੂਸਰੇ ਨੂੰ ਸੁਣਦੇ ਹਾਂ ਤਾਂ ਜ਼ਰੂਰ ਅਸੀਂ ਕੁਝ ਨਾ ਕੁਝ ਨਵਾਂ ਵੀ ਸਿੱਖਦੇ ਹਾਂ। ਜਦੋਂ ਆਪਣੀ ਹੀ ਗੱਲ ਨੂੰ ਅਸੀਂ ਬੋਲੀ ਜਾਂਦੇ ਹਾਂ, ਮੈਂ ਇਦਾਂ ਕੀਤਾ, ਮੈਂ ਇਦਾਂ, ਮੈਂ ਉਦਾਂ, ਜਿਹੜੀ ਮੈਂ ਹੈ ਨਾ, ਜਦੋਂ ਉਹ ਮੈਂ ਜਿਹੜੀ ਜ਼ਿਆਦਾ ਵੱਜ ਜਾਵੇ ਫਿਰ ਉਹ ਈਗੋ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਇਸ ਕਰਕੇ ਇੰਨੀ ਕੁ ਮੈਂ ਹੀ ਰੱਖੀਏ ਤਾਂ ਕਿ ਜਿਹੜਾ ਤੁਸੀਂ ਵੀ ਸੁਣਨ ਨੂੰ ਅਸੀਂ ਦਿਲ ਕਰੇ, ਸਾਡਾ ਕਿਸੇ ਨੂੰ ਵੀ ਸੁਣਨ ਨੂੰ ਦਿਲ ਕਰੇ। ਇਹ ਨਾ ਸਿਰਫ ਆਪਣੇ ਆਪ ਨੂੰ ਸੁਣਾਈ ਜਾਈਏ, ਆਪਣੀ ਆਪਣੀ ਗੱਲ ਨੂੰ ਸੁਣਾਈ ਜਾਈਏ, ਦੂਸਰੇ ਨੂੰ ਸੁਣਨ ਦੀ ਆਦਤ ਵੀ ਜ਼ਰੂਰ ਪਾਈਏ। ਜੀ ਤੇ ਇੱਕ ਆਦਤ ਇਹ ਵੀ ਪਾਓ ਕਿ ਦੂਜਿਆਂ ਤੋਂ ਉਮੀਦ ਘੱਟ ਕਰੋ। ਜਦੋਂ ਅਸੀਂ ਉਮੀਦ ਕਰਦੇ ਹਾਂ ਨਾ ਤਾਂ ਉਦੋਂ ਸਾਡਾ ਦਿਲ ਆਪਣੇ ਆਪ ਦੁਖੀ ਹੁੰਦਾ। ਮੈਂ ਪਹਿਲਾਂ ਵੀ ਕਿਹਾ ਸੀ ਕਿ ਪਰਖਣਾ ਆਪਾਂ ਛੱਡ ਦਈਏ। ਜਦੋਂ ਅਸੀਂ ਪਰਖਣ ਤੇ ਕੋਈ ਉਮੀਦ ਰੱਖਦੇ ਹਾਂ, ਸਾਡਾ ਦੋਸਤ ਉਸ ਉਮੀਦ ਤੇ ਖਰਾ ਨਹੀਂ ਉਤਰਦਾ, ਉਦੋਂ ਸਾਨੂੰ ਪਰੇਸ਼ਾਨੀ ਹੁੰਦੀ ਹੈ। ਜਿਸ ਤਰ੍ਹਾਂ ਦਾ ਅਸੀਂ ਹਾਂ ਉਸ ਤਰ੍ਹਾਂ ਦੇ ਅਸੀਂ ਦੂਜਿਆਂ ਨੂੰ ਨਾ ਸੋਚੀਏ। ਮੈਂ ਅੱਗੇ ਵੀ ਇੱਕ ਵਾਰੀ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜੇ ਸ਼ੇਰ ਸਾਡੇ ਇਲਾਕੇ ਵਿੱਚ ਆ ਜਾਵੇ ਤੇ ਅਸੀਂ ਉਹਨੂੰ ਨਹੀਂ ਖਾਂਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੇ ਸ਼ੇਰ ਦੇ ਇਲਾਕੇ ਵਿੱਚ ਜਾਓਗੇ ਤਾਂ ਤੁਹਾਨੂੰ ਨਹੀਂ ਖਾਊਗਾ। ਜੋ ਤੁਸੀਂ ਕਿਸੇ ਨਾਲ ਸਲੂਕ ਕਰਦੇ ਆ ਨਾ, ਉਹੋ ਜਿਹੇ ਸਲੂਕ ਦੀ ਆਦਤ ਉਮੀਦ ਜਿਹੜੀ ਆ ਉਹ ਦੂਜਿਆਂ ਤੋਂ ਨਾ ਕਰੋ। ਇਹ ਬੁਰੀ ਆਦਤ ਹੁੰਦੀ ਹੈ। ਜਦੋਂ ਸਾਨੂੰ ਉਹੋ ਜਿਹਾ ਰਵੱਈਆ ਨਹੀਂ ਮਿਲਦਾ, ਸਾਨੂੰ ਉਹੋ ਜਿਹਾ ਅੱਗਿਓਂ ਸੁਭਾਅ ਜਿਹੜਾ ਉਸ ਬੰਦੇ ਦਾ ਨਹੀਂ ਮਿਲਦਾ ਤਾਂ ਸਾਨੂੰ ਤਕਲੀਫ ਹੁੰਦੀ ਹੈ, ਸਾਡੇ ਦਿਲ ਨੂੰ ਦੁੱਖ ਪਹੁੰਚਦਾ ਕਿ ਇਸ ਬੰਦੇ ਦੇ ਨਾਲ ਤਾਂ ਮੈਂ ਇਸ ਤਰ੍ਹਾਂ ਦਾ ਸਲੂਕ ਕੀਤਾ ਸੀ, ਇਹਨੇ ਮੇਰੇ ਨਾਲ ਇਸ ਤਰ੍ਹਾਂ ਸਲੂਕ। ਤੁਸੀਂ ਬਿੱਛੂ ਦੇ ਡੰਗ ਨਹੀਂ ਮਾਰ ਸਕਦੇ, ਬਿੱਛੂ ਤੁਹਾਡੇ ਡੰਗ ਮਾਰੂਗਾ। ਤਾਂ ਕੀ ਤੁਸੀਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਕੇ ਬੈਠ ਜਾਓਗੇ? ਕੀ ਤੁਸੀਂ ਇਸ ਗੱਲ ਨੂੰ ਲੈ ਕੇ ਸਾਰੀ ਰਾਤ ਸੋਚੋਗੇ ਕਿ ਮੈਂ ਬਿੱਛੂ ਦੇ ਡੰਗ ਨਹੀਂ ਸੀ ਮਾਰਿਆ, ਉਹਨੇ ਮੇਰੇ ਡੰਗ ਮਾਰ ਦਿੱਤਾ? ਕਿਉਂਕਿ ਬਿੱਛੂ ਨੂੰ ਰੱਬ ਨੇ ਇਸੇ ਤਰ੍ਹਾਂ ਦਾ ਬਣਾਇਆ, ਇਹ ਉਹਦੀ ਫਿਤਰਤ ਹੈ, ਇਹ ਉਹਦਾ ਸੁਭਾਅ ਆ। ਤੇ ਅਸੀਂ, ਸਾਡਾ ਸੁਭਾਅ ਜਿਸ ਤਰ੍ਹਾਂ ਦਾ ਕੀ ਹੈ, ਸਾਡੇ ਸੁਭਾਅ ਦੇ ਵਿੱਚ ਇਨਸਾਨੀਅਤ ਹੈ, ਸਾਡੇ ਸੁਭਾਅ ਦੇ ਵਿੱਚ ਇਮਾਨਦਾਰੀ ਹੈ। ਬਿੱਛੂ ਦੇ ਸੁਭਾਅ ਦੇ ਵਿੱਚ ਇਮਾਨਦਾਰੀ ਨਹੀਂ ਹੈ, ਉਹਦੇ ਸੁਭਾਅ ਦੇ ਵਿੱਚ ਇਨਸਾਨੀਅਤ ਨਹੀਂ ਹੈ, ਉਹਦੇ ਸੁਭਾਅ ਦੇ ਵਿੱਚ ਹਮਦਰਦੀ, ਪਿਆਰ, ਮੁਹੱਬਤ ਨਹੀਂ ਹੈਗਾ ਬਿਲਕੁਲ ਵੀ। ਸੋ ਅਸੀਂ ਜਿਸ ਤਰ੍ਹਾਂ ਦਾ ਸਲੂਕ ਦੂਜਿਆਂ ਨਾਲ ਕਰਦੇ ਹਾਂ, ਜਦੋਂ ਅਸੀਂ ਦੂਜਿਆਂ ਕੋਲੋਂ ਉੱਦਾਂ ਦੀ ਉਮੀਦ ਰੱਖਣ ਲੱਗ ਪੈਂਦੇ ਹਾਂ ਤਾਂ ਸਾਡੇ ਦਿਲ ਨੂੰ ਆਪਣੇ ਆਪ ਤਕਲੀਫ ਪਹੁੰਚਦੀ ਹੈ। ਪਰ ਇੱਕ ਗੱਲ ਇਹ ਵੀ ਜਾਇਜ਼ ਹੈ ਕਿ ਜਦੋਂ ਮਨਜ਼ਰ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ, ਜਦੋਂ ਅਸੀਂ ਕਿਸੇ ਦੇ ਨਾਲ ਇੰਨੀ ਮੁਹੱਬਤ ਕਰਦੇ ਹਾਂ ਜਾਂ ਕਿਸੇ ਦੀ ਮਦਦ ਕਰਦੇ ਹਾਂ ਜਾਂ ਕਿਸੇ ਨਾਲ ਇੰਨਾ ਲਗਾਵ ਰੱਖਦੇ ਹਾਂ, ਤਾਂ ਥੋੜੀ ਬਹੁਤੀ ਉੱਦਾਂ ਦੀ ਮੁਹੱਬਤ ਸਾਨੂੰ ਵੀ ਮਿਲਣੀ ਚਾਹੀਦੀ ਉੱਧਰਲੇ ਪਾਸੇ। ਜਦੋਂ ਨਹੀਂ ਮਿਲਦੀ ਫਿਰ ਦੁੱਖ ਤਕਲੀਫ ਹੁੰਦੀ ਜੀ ਹੈ। ਬਿਲਕੁਲ, ਕਿਉਂਕਿ ਹਰ ਇਨਸਾਨ ਜਦੋਂ ਕਿਸੇ ਨੂੰ ਪਿਆਰ ਕਰਦਾ ਹੈ, ਕਿਸੇ ਤੇ ਵਿਸ਼ਵਾਸ ਕਰਦਾ, ਤੇ ਉਹਨੂੰ ਵੀ ਲੱਗਦਾ ਕਿ ਮੇਰੇ ਤੇ ਵੀ ਇਦਾਂ ਹੀ ਕੋਈ ਪਿਆਰ ਕਰੇ, ਮੈਨੂੰ ਵੀ ਇਦਾਂ ਹੀ ਵਿਸ਼ਵਾਸ ਕਰੇ, ਜਾਂ ਮੇਰੇ ਨਾਲ ਵੀ ਉਸੇ ਤਰ੍ਹਾਂ ਦਾ ਵਿਹਾਰ ਕਰੇ ਜਿਸ ਤਰ੍ਹਾਂ ਮੈਂ ਕਰ ਰਿਹਾ। ਇਹ ਵੀ ਜ਼ਰੂਰ ਹੋਣਾ ਚਾਹੀਦਾ। ਇਹ ਜਿਹੜੀ ਇੱਕ ਦੂਸਰੇ ਦੇ ਨਾਲ ਇਹ ਜਿਹੜਾ ਵਿਹਾਰ ਹੈ ਤੁਹਾਡਾ ਇਦਾਂ ਦਾ ਬਣਨਾ ਚਾਹੀਦਾ ਹੈ। ਬਾਕੀ ਇੱਕ ਗੱਲ ਹੋਰ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਦੇ ਨਾਲ ਕੰਪੇਅਰ ਨਾ ਕਰੀਏ। ਕਈ ਵਾਰ ਅਸੀਂ ਕੀ ਹੁੰਦਾ, ਕਿਸੇ ਨਾਲ ਕੰਪੇਅਰ ਕਰਦੇ ਆ ਕਿ ਉਹ ਤਾਂ ਬਹੁਤ ਇੰਟੈਲੀਜੈਂਟ ਹੈ, ਉਹ ਮੇਰੇ ਨਾਲੋਂ ਉੱਪਰ ਨਿਕਲ ਗਿਆ, ਮੇਰੇ ਤੋਂ ਅੱਗੇ ਚਲਾ ਗਿਆ, ਜਾਂ ਮੈਂ ਬਹੁਤ ਨੀਵਾਂ ਰਹਿ ਗਿਆ ਆ, ਜਾਂ ਮੈਂ ਇਦਾਂ ਦਾ ਕਿਉਂ ਨਹੀਂ ਕਰ ਸਕਿਆ, ਉਹਨੂੰ ਇਹ ਚੀਜ਼ ਮਿਲ ਗਈ, ਮੈਨੂੰ ਕਿਉਂ ਨਹੀਂ ਮਿਲੀ। ਜਦੋਂ ਅਸੀਂ ਕਿਸੇ ਨਾਲ ਆਪਣੀ ਤੁਲਨਾ ਕਰਦੇ ਆ ਨਾ, ਤੇ ਅਸੀਂ ਜ਼ਰੂਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਖਰਾਬ ਕਰ ਲੈਂਦੇ ਹਾਂ। ਇਹ ਸਾਡੀ ਸਭ ਤੋਂ ਬੁਰੀ ਆਦਤ ਹੈ। ਜਦੋਂ ਅਸੀਂ ਕੰਪੇਅਰ ਕਰਦੇ ਹਾਂ ਤਾਂ ਅਸੀਂ ਬਹੁਤ ਕੰਮ ਜਿਹੜੇ ਅਸੀਂ ਕਰ ਸਕਦੇ ਹਾਂ ਉਹਨਾਂ ਨੂੰ ਅਸੀਂ ਉੱਥੇ ਹੀ ਵਿੱਚ ਵਿਚਾਲੇ ਹੀ ਛੱਡ ਦਿੰਦੇ ਹਾਂ। ਹਰ ਇੱਕ ਇਨਸਾਨ ਦੇ ਦਿਮਾਗ ਦੇ ਵਿੱਚ ਰੱਬ ਨੇ ਇੱਕ ਏਦਾਂ ਦੀ ਚੀਜ਼ ਰੱਖੀ ਹੁੰਦੀ ਹੈ ਜਿਹੜੀ ਤੁਹਾਨੂੰ ਜ਼ਮੀਨ ਤੋਂ ਆਸਮਾਨ ਤੱਕ ਲੈ ਕੇ ਜਾ ਸਕਦੀ ਹੈ। ਹਰ ਇੱਕ ਦੇ ਦਿਮਾਗ ਦੇ ਵਿੱਚ ਏਦਾਂ ਦੀ ਕੋਈ ਸੋਚ ਹੁੰਦੀ ਹੈ, ਜਾਂ ਏਦਾਂ ਦੀ ਕੋਈ ਚੀਜ਼ ਹੁੰਦੀ ਹੈ, ਜਾਂ ਏਦਾਂ ਦਾ ਕੋਈ ਵਿਚਾਰ ਹੁੰਦਾ ਹੈ, ਜਾਂ ਏਦਾਂ ਦੀ ਕੋਈ ਚਾਹਤ ਹੁੰਦੀ ਹੈ ਜਿਹੜੀ ਤੁਹਾਨੂੰ ਜ਼ਮੀਨ ਤੋਂ ਆਸਮਾਨ ਤੱਕ ਲੈ ਕੇ ਜਾ ਸਕਦੀ ਹੁੰਦੀ ਹੈ। ਬਸ ਉਹਨੂੰ ਪਹਿਚਾਨਣ ਦੀ ਲੋੜ ਹੁੰਦੀ ਹੈ। ਇਸ ਕਰਕੇ
ਇਹ ਨਹੀਂ ਕਿ ਕੋਈ ਇਨਸਾਨ ਜਿਹੜਾ ਆ ਉਹ ਚੀਜ਼ ਨੂੰ ਹਾਸਲ ਕਰ ਗਿਆ, ਤੁਸੀਂ ਨਹੀਂ ਕਰ ਸਕਦੇ, ਤੁਸੀਂ ਵੀ ਕਰ ਸਕਦੇ ਹੋ। ਸਿਰਫ ਆਪਣੇ ਆਪ ਨੂੰ ਮੰਨਣ ਦੀ ਲੋੜ ਹੈ ਕਿ ਹਾਂ ਮੈਂ ਇਹ ਕੰਮ ਕਰ ਸਕਦਾ ਹਾਂ ਜੀ। ਤੇ ਦੋਸਤੋ ਕਦੀ ਵੀ ਆਪਣੇ ਚੈਪਟਰ ਨੰਬਰ 1 ਨੂੰ ਦੂਜਿਆਂ ਦੇ ਚੈਪਟਰ ਨੰਬਰ 10 ਦੇ ਨਾਲ ਕੰਪੇਅਰ ਕਦੀ ਨਾ ਕਰੋ। ਜੀ ਕਦੀ ਵੀ ਆਪਣੀ ਜ਼ਿੰਦਗੀ ਦੇ ਇੱਕ ਸਫ਼ੇ ਨੂੰ ਦੂਜਿਆਂ ਦੀ ਜ਼ਿੰਦਗੀ ਦੇ ਸਫ਼ੇ ਦੇ ਨਾਲ ਕੰਪੇਅਰ ਨਾ ਕਰੋ। ਚੰਨ ਦੇ ਸੂਰਜ ਦੇ ਨਾਲ ਕਦੀ ਵੀ ਕੋਈ ਮੇਲ ਨਹੀਂ ਹੋ ਸਕਦਾ, ਤੁਲਨਾ ਨਹੀਂ ਹੋ ਸਕਦੀ। ਚੰਦ ਆਪਣੇ ਟਾਈਮ ਤੇ ਨਿਕਲਦਾ, ਉਹਦੀ ਆਪਣੀ ਇੱਕ ਖੂਬਸੂਰਤੀ ਆ, ਉਹਦਾ ਆਪਣਾ ਇੱਕ ਕੰਮ ਆ। ਸੂਰਜ ਆਪਣੇ ਵਕਤ ਤੇ ਨਿਕਲਦਾ, ਉਹਦੀ ਆਪਣੀ ਖੂਬਸੂਰਤੀ ਆ, ਉਹਦਾ ਆਪਣਾ ਇੱਕ ਕੰਮ ਆ। ਸੋ ਕਦੀ ਵੀ ਅਸੀਂ ਕਿਸੇ ਨੂੰ ਵੀ ਕਿਸੇ ਦੇ ਨਾਲ ਆਪਣੇ ਆਪ ਨੂੰ ਜਾਂ ਕਿਸੇ ਦੇ ਨਾਲ ਕੰਪੇਅਰ ਨਹੀਂ ਸਾਨੂੰ ਕਰਨਾ ਚਾਹੀਦਾ। ਜਦੋਂ ਅਸੀਂ ਕੰਪੇਅਰ ਕਰਾਂਗੇ, ਉਹਨਾਂ ਦੇ ਆਪਣੇ ਹਾਲਾਤ ਨੇ, ਲੋਕਾਂ ਦੇ ਸਾਡੇ ਆਪਣੇ ਹਾਲਾਤ ਨੇ, ਉਹ ਆਪਣੇ ਢੰਗ ਨਾਲ ਜੀ ਰਹੇ ਨੇ, ਅਸੀਂ ਆਪਣੇ ਢੰਗ ਨਾਲ ਜੀ ਰਹੇ ਨੇ। ਇੱਥੇ ਆ ਕੇ ਸਭ ਤੋਂ ਵੱਡਾ ਰੋਲ ਜਿਹੜਾ ਅਦਾ ਕਰਦਾ ਉਹ ਹੈ ਸੋਸ਼ਲ ਮੀਡੀਆ। ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਾਰਟੀਆਂ ਦੀਆਂ ਫੋਟੋ ਪਾਉਂਦੇ ਆ, ਕਿਤੇ ਦੂਰ ਘੁੰਮਣ ਜਾਂਦੇ ਆ ਉਹਦੀਆਂ ਫੋਟੋ ਪਾਉਂਦੇ ਆ। ਉਹਦੇ ਨਾਲ ਕੀ ਹੁੰਦਾ ਕਿ ਦੂਜੇ ਲੋਕ ਜਿਹੜੇ ਸਾਨੂੰ ਦੇਖਦੇ ਆ ਉਹ ਇਸ ਗੱਲ ਤੋਂ ਬੜਾ ਇੰਪ੍ਰੈਸ ਹੁੰਦੇ ਆ ਕਿ ਇਹ ਬੰਦਾ ਬੜੀ ਅੱਛੀ ਜ਼ਿੰਦਗੀ ਜੀ ਰਿਹਾ ਹੈ, ਬੜਾ ਘੁੰਮਦਾ ਆ। ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਆਪ ਦੇ ਵਿੱਚ ਵੀ ਮਹਿਸੂਸ ਹੁੰਦਾ ਕਿ ਅਸੀਂ ਨਹੀਂ ਜਾ ਰਹੇ, ਜਾਂ ਸਾਡੇ ਕੋਲ ਇੰਨਾ ਵਕਤ ਹੀ ਨਹੀਂ ਹੈਗਾ ਕਿ ਅਸੀਂ ਆਪਣੇ ਪਰਿਵਾਰ ਨੂੰ ਕਿਤੇ ਲੈ ਕੇ ਜਾਈਏ। ਅਸੀਂ ਇਸ ਤਰ੍ਹਾਂ ਇੱਕ ਦੂਜੇ ਨਾਲ ਆਪਣੀ ਜ਼ਿੰਦਗੀ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਅਸੀਂ ਕੰਪੇਅਰ ਕਰਾਂਗੇ, ਜਦੋਂ ਅਸੀਂ ਆਪਣੇ ਆਪ ਦੀ ਤੁਲਨਾ ਦੂਜਿਆਂ ਨਾਲ ਕਰਾਂਗੇ, ਤੇ ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਣਾ ਹੀ ਆਉਣਾ। ਇਹ ਬਹੁਤ ਬੁਰੀ ਆਦਤ ਹੈ। ਕਦੀ ਵੀ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੋ। ਜਿਸ ਤਰ੍ਹਾਂ ਦੇ ਵੀ ਹਾਲਾਤ ਹੈਗੇ ਨੇ ਬਹੁਤ ਚੰਗੇ ਨੇ। ਜਿਸ ਤਰ੍ਹਾਂ ਦਾ ਵੀ ਸਾਨੂੰ ਉਸ ਰੱਬ ਨੇ ਬਣਾਇਆ, ਜਿਸ ਤਰ੍ਹਾਂ ਦੇ ਵੀ ਸਾਨੂੰ ਉਹਨੇ ਜਿਸ ਤਰ੍ਹਾਂ ਦੇ ਵੀ ਵਕਤ ਵਿੱਚ ਪਾਇਆ, ਜਿਸ ਤਰ੍ਹਾਂ ਦੇ ਵੀ ਹਾਲਾਤ ਵਿੱਚ ਸਾਨੂੰ ਪਾਇਆ ਹੋਇਆ, ਸਾਨੂੰ ਉਹਨੂੰ ਮੰਨਣਾ ਪੈਣਾ ਔਰ ਉਹਦੇ ਮੁਤਾਬਕ ਹੀ ਚੱਲਣਾ ਪੈਣਾ। ਹਾਂ, ਕੋਸ਼ਿਸ਼ ਕੀਤੀ ਜਾ ਸਕਦੀ ਹੈ ਥੋੜ੍ਹਾ ਜਿਹਾ ਉਹਨਾਂ ਨੂੰ ਸੁਧਾਰਨ ਦੀ, ਉਸ ਹਾਲਾਤ ਨੂੰ ਸੁਧਾਰਨ ਦੀ, ਵਧੀਆ ਬਣਾਉਣ ਦੀ। ਜੇ ਅਸੀਂ ਕੋਸ਼ਿਸ਼ ਵੀ ਨਾ ਕਰੀਏ ਉਹ ਵੀ ਮਾੜੀ ਗੱਲ ਹੈ। ਜੇ ਸਾਡੇ ਕੋਲ ਪਹੁੰਚ ਹੈ, ਜੇ ਸਾਡੇ ਕੋਲ ਇੰਨੀ ਤੌਫੀਕ ਹੈ, ਜੇ ਸਾਡੇ ਕੋਲ ਇੰਨੀ ਹਿੰਮਤ ਹੈ, ਸਾਡੇ ਕੋਲ ਇੰਨਾ ਹੌਸਲਾ ਹੈ ਕਿ ਅਸੀਂ ਆਪਣੇ ਜ਼ਿੰਦਗੀ ਦੇ ਹਾਲਾਤ ਨੂੰ ਥੋੜ੍ਹਾ ਬਦਲ ਸਕਦੇ ਹਾਂ, ਤਾਂ ਕੋਸ਼ਿਸ਼ ਜ਼ਰੂਰ ਕਰ ਲੈਣੀ ਚਾਹੀਦੀ ਹੈ ਜੀ। ਜੀ ਤੇ ਬਿल्कुल। कमेंट्स वाला जी अजमल जी ने कमेंट किया था, मुझको दुश्मन के इरादों पे भी प्यार आता है, राहत की उल्फत ने मोहब्बत मेरी आदत कर दी। ਵਾਹ ਕੀ ਬਾਤ ਹੈ ਅਜਮਲ ਭਾਈ, ਅੱਜ ਤਾਂ ਜੀ ਇੱਕ ਤੋਂ ਇੱਕ ਸ਼ੇਰ ਮੈਨੂੰ ਬੋਲਿਆ ਜਾ ਰਿਹਾ ਹੈ। ਅਜਮਲ ਵੀਰ, ਮੈਨੂੰ ਲੱਗਦਾ ਗਲੀ ਦੇ ਵਿੱਚੋਂ ਅੱਜ ਰਾਹਤ ਭਾਬੀ ਜੀ ਨੇ ਬਾਹਰ ਪਿੰਡੋਂ ਬਾਹਰ ਛੱਡ ਕੇ ਆਉਣੀ ਹੈ, ਜਿਸ ਤਰ੍ਹਾਂ ਤੁਸੀਂ ਅੱਜ ਜ਼ਿਕਰ ਕਰ ਰਹੇ ਹੋ। ਜੀ ਸੁਭਾਸ਼ ਭਾਈ ਕਹਿੰਦੇ ਅਸਲਾਮ ਵਾਲੇਕੁਮ ਜਨਾਬੇ ਆਲਾ ਜੀ। ਅਮਨ ਦਾਤੇਵਾਸੀ ਕਹਿੰਦੇ ਮੈਂ ਦਾ ਭਾਵ ਛੱਡ ਕੇ ਤੁਸੀਂ ਦੀ ਭਾਵਨਾ ਵਿਕਸਿਤ ਕਰੋ, ਜ਼ਿੰਦਗੀ ਆਨੰਦਿਤ ਹੋ ਜਾਵੇਗੀ। ਜੀ ਬਿਲਕੁਲ, ਮੈਂ ਇਹੀ ਗੱਲ ਕੀਤੀ ਸੀ। ਅਜਮਲ ਭਾਈ ਕਹਿੰਦੇ ਆਦਤਾਂ ਤੁਮਨੇ कर दी आदतन आदतन तुमने कर दिए वादे, आदतन हमने एतबार किया। वाह, बहुत खूबसूरत अजमल भाई, बहुत खूबसूरत शेर है। मनजीत सिंह जी कहने ਜਦੋਂ ਆਦਮੀ ਸਮਝਦਾ ਹੈ ਕਿ ਮੈਂ ਠੀਕ ਹਾਂ, ਲੰਘ ਗਿਆ ਕਮੈਂਟ ਨਹੀਂ ਇੱਥੇ ਹੀ ਹੋਣਾ ਸ਼ੁਭਾ ਜੀ, ਕਾਫੀ ਲੰਘ ਗਿਆ ਜੀ ਕਮੈਂਟ ਜੀ। ਬਹੁਤ ਸੋਹਣਾ ਕਮੈਂਟ ਸੀਗਾ। ਦੇਖਦੇ ਹਾਂ, ਇੱਕ ਮਿੰਟ ਲੱਭ ਲੈਂਦੇ ਆਪਾਂ ਜੀ। ਮਨਜੀਤ ਜੀ ਲਿਖਦੇ, ਜਦੋਂ ਆਦਮੀ ਸਮਝਦਾ ਹੈ ਕਿ ਮੈਂ ਠੀਕ ਹਾਂ ਤੇ ਮੇਰੀ ਠੀਕ ਗੱਲ ਨੂੰ ਜਦੋਂ ਉਮੀਦ ਰੱਖਦੇ ਹਾਂ ਕਿ ਸਾਹਮਣੇ ਵਾਲੇ ਨੂੰ ਸਾਡੀ ਗੱਲ ਠੀਕ ਲੱਗੇ, ਪਰ ਅਜਿਹਾ ਨਾ ਹੋਵੇ ਤਾਂ ਹਾਈਡਰੋਜਨ ਜਾਂ ਭੜਕ ਜਾਣਾ ਵੀ ਸੁਭਾਵਿਕ ਹੁੰਦਾ ਹੈ। ਜਦ ਕਿ ਸੋਚ ਤੇ ਸਮਝ ਦਾ ਦਾਇਰਾ ਆਪਣਾ ਆਪਣਾ ਹੁੰਦਾ ਹੈ। ਹੋ ਸਕਦਾ ਹੈ ਸਾਡੀ ਗੱਲ ਜੋ ਅੱਜ ਸਾਨੂੰ ਸਮਝ ਆ ਰਹੀ ਹੈ ਉਹ ਸਾਹਮਣੇ ਵਾਲੇ ਨੂੰ ਦੇਰ ਬਾਅਦ ਸਮਝ ਆਵੇ, ਇਸ ਕਰਕੇ ਗੁੱਸਾ ਕਰਨਾ ਕਿਸੇ ਤਰ੍ਹਾਂ ਵੀ ਨਹੀਂ ਬਣਦਾ। जी बिल्कुल, बहुत अच्छी गल की है तुसी। दविंदर कौर जी कहने जिंदगी जब भी लगा के तुझे पढ़ लिया, कम वक्त तूने एक और पन्ना खोल दिया। वाह क्या बात है, और सही गल है, ये तो पन्ने खुलते रहंदे ने। शफकत महमूद जी आए ने जी, कहंदे ने जी बहावलपुर दा सलाम है जी। वालेकुम सलाम जी। शफकत महमूद जी। अजमल भाई कहने हाँ दोस्तों मैनू भी पैसे दी लोड़ ਪੈ ਗਈ ਹੈ ਜੀ। ਅਜਮਲ ਭਾਈ ਨੇ ਹੁਣੇ ਅਜਮਾ ਲਿਆ ਲੋਕਾਂ ਨੂੰ ਤੇ ਦੋਸਤਾਂ ਨੂੰ। ਪ੍ਰਵੀਨ ਕੌਰ ਸਿੱਧੂ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਕਹਿੰਦੇ ਬਹੁਤ ਵਧੀਆ ਗੱਲਾਂ ਹੋ ਰਹੀਆਂ ਹਨ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਜਸਪ੍ਰੀਤ ਕੌਰ ਬੱਬੂ ਜੀ ਸਾਡੇ ਨਾਲ ਜੁੜੇ ਨੇ, ਅੱਜ ਪਹਿਲੀ ਵਾਰ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਮੇਰੇ ਖਿਆਲ ਪਹਿਲਾਂ ਵੀ ਇੱਕ ਵਾਰੀ ਆਏ ਸੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜਸਬੀਰ ਕੌਰ ਕਹਿੰਦੇ ਨੇ ਹਾਂਜੀ ਸਹੀ ਹੈ, ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ ਵਿਚਾਰੇ, ਉਹਨਾਂ ਨੂੰ ਜਾਣਨਾ ਚਾਹੀਦਾ ਹੈ। ਮੈਂ ਵਿਦਿਆਰਥੀਆਂ ਕੋਲੋਂ ਉਹਨਾਂ ਦੀ ਮੁਸ਼ਕਲਾਂ ਲਿਖਵਾ ਲੈਂਦੀ ਸੀ ਪਰ ਕਿਸੇ ਨਾਲ ਸਾਂਝੀ ਨਹੀਂ ਸੀ ਕਰਦੀ, ਸਗੋਂ ਘਰ ਆ ਕੇ ਪੜ੍ਹਦੀ ਸੀ ਤੇ ਕੋਸ਼ਿਸ਼ ਕਰਦੀ ਸੀ ਹੱਲ ਕੱਢਣ ਦਾ। ਬਹੁਤ ਵਧੀਆ ਜੀ, ਬਹੁਤ ਸੋਹਣਾ ਤਰੀਕਾ ਹੈ ਜੀ। ਰਣਜੀਤ ਕੌਰ ਜੀ ਆਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ। ਰਾਜਵਿੰਦਰ ਕੌਰ ਸੈਣੀ ਜੀ ਕਹਿੰਦੇ ਮੇਰੀ ਇੱਕ ਆਦਤ ਤੁਸੀਂ ਦੱਸੋ ਚੰਗੀ ਹੈ ਜਾਂ ਮਾੜੀ, ਕਿ ਮੈਂ ਉਸ ਬੰਦੇ ਦੀ ਵੀ ਹੈਲਪ ਕਰ ਦਿੰਦੀ ਹਾਂ ਜਿਸ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੁੰਦਾ ਹੈ ਜਾਂ ਸਾਡੇ ਕਿਸੇ ਟਾਈਮ ਮੁਖਾਲਫਤ ਕੀਤੀ ਹੁੰਦੀ ਹੈ ਤੇ ਮੌਕਾ ਪ੍ਰਸਤ ਜਿਹੇ ਹੁੰਦੇ ਨੇ। ਇਸ ਬਦਲੇ ਕਈ ਵਾਰ ਮੈਂ ਪਰਿਵਾਰ ਨਾਲ ਝੂਠ ਵੀ ਬੋਲ ਦਿੰਦੀ ਹਾਂ, ਪਰ ਦਇਆ ਭਾਵਨਾ ਦਾ ਕੀ ਕਰਾਂ। ਰਾਜਵਿੰਦਰ ਕੌਰ ਸੈਣੀ ਜੀ, ਇਹ ਇੱਕ ਪਾਸੇ ਤਾਂ ਆਦਤ ਚੰਗੀ ਹੈ, ਪਰ ਕਈ ਵਾਰ ਕੀ ਹੁੰਦਾ ਜਦੋਂ ਅਸੀਂ ਕਿਸੇ ਏਦਾਂ ਦੇ ਇਨਸਾਨ ਦੀ ਬਾਰ-ਬਾਰ ਮਦਦ ਕਰ ਦਿੰਦੇ ਹਾਂ ਜਿਹੜਾ ਤੁਹਾਡੀ ਮੁਖਾਲਫਤ ਕਰਦਾ ਹੈ ਜਾਂ ਤੁਹਾਨੂੰ ਕਿਤੇ ਨਾ ਕਿਤੇ ਸਮੱਸਿਆ ਕ੍ਰੀਏਟ ਕਰਦਾ ਤੁਹਾਡੇ ਲਈ, ਫਿਰ ਉਹਦੀ ਇਹ ਆਦਤ ਬਣ ਜਾਂਦੀ ਹੈ ਕਿ ਮੈਂ ਤਾਂ
ਇੰਨਾ ਕੁਝ ਬੁਰਾ ਕਰਕੇ ਵੀ ਮੇਰੀ ਫੇਰ ਵੀ ਮਦਦ ਹੋਈ ਜਾ ਰਹੀ ਹੈ, ਜਾਂ ਮੈਨੂੰ ਉਹ ਫੇਰ ਵੀ ਉਸੇ ਤਰ੍ਹਾਂ ਚੰਗਾ ਸਮਝੀ ਜਾ ਰਹੇ ਨੇ, ਤਾਂ ਹੀ ਮੇਰੀ ਮਦਦ ਕਰ ਰਹੇ ਨੇ। ਜਦੋਂ ਤੁਸੀਂ ਏਦਾਂ ਕਰਦੇ ਹੋ ਨਾ, ਤਾਂ ਉਹ ਦੂਸਰਿਆਂ ਨਾਲ ਵੀ ਉਸੇ ਤਰ੍ਹਾਂ ਦਾ ਵਿਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹਨੂੰ ਕਿਤੇ ਨਾ ਕਿਤੇ ਇਹ ਜਿਹੜਾ ਸਬਕ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ। ਕਈ ਵਾਰ ਨਾ ਵੀ ਕਰਨੀ ਚਾਹੀਦੀ ਹੈ। ਰਾਜਵਿੰਦਰ ਕੌਰ ਸੈਣੀ ਜੀ, ਹਮੇਸ਼ਾ ਹੀ ਚੰਗੇ ਬਣਨਾ ਵੀ ਚੰਗੀ ਗੱਲ ਨਹੀਂ ਹੁੰਦੀ। ਆਪਾਂ ਠੀਕ ਹੈ ਉਨਾ ਕੁ ਚੰਗਾ ਬਣੀਏ ਜਿੰਨਾ ਕੁ ਲੋੜ ਹੈ, ਤਾਂ ਕਿ ਦੂਸਰਾ ਬੰਦਾ ਉਸ ਚੀਜ਼ ਦੀ ਆਦਤ ਨੂੰ ਪਾਲ ਨਾ ਲਵੇ। ਇਸ ਕਰਕੇ ਇਹ ਆਦਤ ਮਾੜੀ ਨਹੀਂ ਹੈਗੀ, ਪਰ ਕਿਤੇ ਨਾ ਕਿਤੇ ਦੂਸਰੇ ਇਨਸਾਨ ਲਈ ਮਾੜੀ ਹੋ ਜਾਂਦੀ ਹੈ ਜਦੋਂ ਅਸੀਂ ਉਹਦੀ ਮੁਖਾਲਫਤ ਹੀ ਨਹੀਂ ਕਰਦੇ, ਉਹਨੂੰ ਅਸੀਂ ਵਧੀਆ ਹੀ ਦੱਸੀ ਜਾਂਦੇ ਹਾਂ। ਇਸ ਕਰਕੇ ਥੋੜਾ ਜਿਹਾ ਇਸ ਨੂੰ ਆਪਾਂ ਠੀਕ करिए। सुभाष भाई बहुत बहुत शुक्रिया। शफकत महमूद कह रहे हैं कि उनके चेहरे पे नूर बरसता है, उनके बालों में चांदनी हो गई शाम। वाह, बहुत खूबसूरत, बहुत होगी शाम शहबाज जी दे नाम। जी शुक्रिया जी, क्या बात बहुत है। ਮਿਹਰਬਾਨੀ ਜੀ, ਮਿਹਰਬਾਨੀ। ਸੁਖਦੇਵ ਭੱਟੀ ਕਹਿੰਦੇ ਸ਼ਹਿਬਾਜ਼ ਵੀਰੇ ਤੇ ਮੁਨੱਜ਼ਮ ਮੈਡਮ ਜੀ ਤੇ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸ਼ਫਕਤ ਜੀ ਬਹੁਤ ਬਹੁਤ ਸ਼ੁਕਰੀਆ ਜੀ, ਇੰਨੇ ਖੂਬਸੂਰਤ ਸ਼ੇਅਰ ਲਈ ਮਿਹਰਬਾਨੀ। ਅਮਨ ਦਾਤੇ ਵਾਸੀ ਲਿਖਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਇਹਨਾਂ ਸ਼ਬਦਾਂ ਨੂੰ ਅਮਲ ਰੂਪ ਦਿਓ ਜੀ, ਸਭ ਕਸ਼ਟ ਨਿਵਰਤ ਹੋ ਜਾਣਗੇ ਜੀ। ਬਿਲਕੁਲ ਸਹੀ ਗੱਲ ਹੈ। ਰਵਿੰਦਰ ਕੌਰ ਉੱਪਰ ਜੀ ਕਹਿੰਦੇ ਸੋਹਣੀਆਂ ਤੇ ਅਮੁੱਲ ਗੱਲਾਂ, ਬਹੁਤ ਸ਼ੁਕਰੀਆ। ਸੁਭਾਸ਼ ਭਾਈ ਕਹਿੰਦੇ ਵਾਹ ਵਾਹ ਵਾਹ। ਮਨਜੀਤ ਸਿੰਘ ਜੀ ਕਹਿੰਦੇ ਕਿਸੇ ਨੇ ਕਿਹਾ ਸੀ ਕਿ ਜੋ ਕਹਿੰਦਾ ਹੈ ਕਿ ਮੇਰਾ ਇੱਕ ਦੋਸਤ ਹੈ ਉਹ ਕਿਸਮਤ ਵਾਲਾ ਹੈ, ਜੋ ਕਹਿੰਦਾ ਹੈ ਕਿ ਮੇਰੇ ਦੋਸਤ ਹਨ ਉਹ ਬਹੁਤ ਹੀ ਕਿਸਮਤ ਵਾਲਾ ਹੈ, ਤੇ ਜੋ ਕਹਿੰਦਾ ਹੈ ਕਿ ਮੇਰੇ 3 ਦੋਸਤ ਹਨ ਉਹ ਝੂਠ ਬੋਲਦਾ ਹੈ। ਜੀ ਬਿਲਕੁਲ ਸਹੀ ਗੱਲ ਕਹੀ ਜੀ ਤੁਸੀਂ, बहुत ਵਧੀਆ कमेंट है। सुभाष पारस जी कहते हैं वाह जी वाह, मेहरबानी जी सुभाष जी। अजमल जी कहते हैं जिन आंखों को सजदों में रोने की आदत हो वो आंखें कभी अपने मुकद्दर पर रोया नहीं करती। क्या बात बहुत है, बढ़िया बहुत जी। खूबसूरत। रविंद्र कौर जी कहने जब इंसान का वक्त बुरा होता है तब लोग उसका हाथ नहीं उसकी गलतियां पकड़ते हैं। बिल्कुल सही गल है। परवीन कौर सिद्धू जी कहने मदद करके एहसास ना जताए दोस्त, सज्जे हੱਥ ਦਾ ਦਾਨ ਖੱਬੇ ਨੂੰ ਨਾ ਦੱਸੇ ਦੋਸਤ। ਇਹ ਵੀ ਇੱਕ ਚੰਗੀ ਆਦਤ ਹੈ। ਜਦੋਂ ਅਸੀਂ ਢੰਡੋਰਾ ਪਿੱਟਦੇ ਆ ਆਪਣੀਆਂ ਗੱਲਾਂ ਦਾ, ਤੇ ਉਹ ਸਾਡੀ ਬੁਰੀ ਆਦਤ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ। ਕੁਰਾਨ ਦੇ ਵਿੱਚ ਵੀ ਇਹ ਜ਼ਿਕਰ ਹੈ, ਜੇ ਤੁਸੀਂ ਇੱਕ ਹੱਥ ਨਾਲ ਦਿੰਦੇ ਹੋ ਤਾਂ ਦੂਸਰੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਕਿਸੇ ਦੀ ਮਦਦ ਕੀਤੀ ਹੈ। ਜੀ ਜਸਪ੍ਰੀਤ ਕੌਰ ਬੱਬੂ ਕਹਿੰਦੇ ਨੇ ਦੋਸਤਾਂ ਦੀ ਲਿਸਟ ਲੰਬੀ ਹੋ ਸਕਦੀ ਪਰ ਹੱਥ ਫੜ ਨਾਲ ਤੁਰਨ ਵਾਲਾ ਕੋਈ ਇੱਕ ਹੀ ਹੋ ਸਕਦਾ। ਜੀ ਬਿਲਕੁਲ ਸਹੀ ਗੱਲ ਹੈ। ਤੇ ਬੱਬੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਦੋਸਤ ਇਦਾਂ ਦੇ ਹੈਗੇ ਆ ਜਿਹੜੇ ਹੱਥ ਫੜ ਕੇ ਸਾਡੇ ਨਾਲ ਤੁਰਦੇ ਆ, ਜਿਨ੍ਹਾਂ ਨੂੰ ਸਾਨੂੰ ਆਪਣਾ ਦੁੱਖ ਦੱਸਣ ਦੀ ਲੋੜ ਵੀ ਨਹੀਂ ਪੈਂਦੀ। ਉਹ ਆਪਣੇ ਆਪ ਹੀ ਸਾਡੇ ਚਿਹਰੇ ਤੋਂ ਸਾਡੀ ਮੁਸ਼ਕਲ ਨੂੰ, ਸਾਡੀ ਉਦਾਸੀ ਨੂੰ, ਸਾਡੀ ਪਰੇਸ਼ਾਨੀ ਨੂੰ ਪੜ੍ਹ ਲੈਂਦੇ ਤੇ ਉਹਨੂੰ ਹੱਲ ਵੀ ਕਰਦੇ। ਇੱਥੋਂ ਤੱਕ ਕਿ ਸਿਰਫ ਸਲਾਹ ਨਹੀਂ ਦਿੰਦੇ, ਜੇ ਕਿਤੇ ਉਹਨਾਂ ਨੂੰ ਇਹ ਵੀ ਲੱਗੇ ਕਿ ਇਹਨਾਂ ਨੂੰ ਪੈਸਿਆਂ ਦੀ ਲੋੜ ਆ ਤੇ ਉਹ ਆਪਣੇ ਆਪ ਹੀ ਪੈਸੇ ਲੈ ਕੇ ਘਰ ਵੀ ਪਹੁੰਚ ਜਾਂਦੇ ਆ। ਇਹ ਬਹੁਤ ਖੁਸ਼ਕਿਸਮਤ ਹੈ ਜੀ, ਅੱਲਾ ਮੀਆਂ ਹਰ ਇੱਕ ਨੂੰ ਇਸ ਤਰ੍ਹਾਂ ਦੇ ਦੋਸਤ ਦੇਣ ਜੀ। ਮਿਹਰਬਾਨੀ। सुभाष भाई कहने बहन जी लोग तो गर्दन पकड़ते हैं जी। जी बिल्कुल सही। एहसान राणा जी कहने एहसान व इज्जत में फरिश्तों से हैं अच्छे, जो एहसान तो करते हैं जताना नहीं आता। वाह, बहुत खूबसूरत है। वो जो एहसान तो अच्छे होते हैं जो एहसान करते हैं और जताते नहीं है। बहुत अच्छी गल है। सुभाष भाई बहुत बहुत शुक्रिया। गुरविंदर कौर जी कहने सत श्री अकाल वीर जी, नज़ाम सत श्री अकाल गुरविंदर कौर जी, बड़े सालों बाद तुसी हाजिरी दी है, स्वागत है जी हरविंदर कौर जी, मेहरबानी। अजमल जी रहते हैं कि बिन बात के ही रूठने की आदत है, किसी अपने को साथ पाने की चाहत है, आप खुश रहें मेरा क्या है, मैं तो आईना हूँ मुझे टूटने की आदत है। वाह, क्या बात है। सुभाष भाई बहुत बहुत शुक्रिया। लंबरदार वीर जी कहने इस्लाम प्यारो दिलों दुआवां, बहुत शुक्रिया। बहुत बहुत शुक्रिया रितु सूद वर्मा जी भी देख रहे हैं, बहुत बहुत स्वागत है रितु जी। लंबरदार शिंदा बुर्जवाला जी कहने जुग जुग जियो, ਤੁਹਾਡੇ ਉਪਰਾਲੇ ਨੂੰ ਮੁਬਾਰਕਬਾਦ ਜੀ, ਬਹੁਤ शुक्रिया। एहसान जी कहने जी मोहब्बत मेहनत बर्दाश्त लाजमी है जी, मेहनत बर्दाश्त लाजमी है। दाने खाक में मिलकर गुलजार होता है। बहुत खूबसूरत जी। अजमल जी कहते हैं जब भी वो उदास हो उसे मेरी कहानी सुना देना, मेरे हालात पर हंसना उसकी पुरानी आदत है। बहुत ਵਧੀਆ ਜੀ, ਬਹੁਤ ਖੂਬਸੂਰਤ, ਬਹੁਤ ਸੋਹਣੇ ਸ਼ੇਅਰ ਹੈ ਜੀ ਅੱਜ ਤੁਸੀਂ ਜਿਹੜੇ ਪ੍ਰੋਗਰਾਮ ਦੇ ਵਿੱਚ ਲਿਖ ਰਹੇ ਆ ਜੀ, ਭੇਜ ਰਹੇ ਹੋ, ਬਹੁਤ ਮਿਹਰਬਾਨੀ। ਸੁਭਾਸ਼ ਪਾਰਸ ਜੀ ਕਹਿੰਦੇ ਨੇ ਜੀ ਚਾਹ ਪੀਓ ਜੀ ਸਰ ਜੀ, ਮੇਰੇ ਲਈ ਬਚ ਗਈ ਤਾਂ ਰੱਖ ਲਿਓ ਜੀ, ਜ਼ਰੂਰ ਰੱਖਾਂਗੇ। ਪ੍ਰਵੀਨ ਕੌਰ ਸਿੱਧੂ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਲਈ ਰੰਗ ਐਫਐਮ ਦੀ ਪੂਰੀ ਟੀਮ, ਭੈਣ ਜੀ ਦੀਪ ਸੰਧੂ, ਸ਼ਹਿਬਾਜ਼ ਵੀਰ ਤੇ ਮਿਰਜ਼ਾ ਭੈਣ ਜੀ ਦਾ ਬਹੁਤ ਸ਼ੁਕਰੀਆ ਤੇ ਸਤਿਕਾਰ, ਬਹੁਤ ਬਹੁਤ ਸ਼ੁਕਰੀਆ। ਰਿਤੂ ਸੂਦ ਵਰਮਾ ਜੀ ਆਏ ਨੇ, ਕਹਿੰਦੇ ਹੈਲੋ ਬਿਊਟੀਫੁਲ ਕਪਲ, ਬਹੁਤ ਬਹੁਤ ਸ਼ੁਕਰੀਆ ਜੀ, ਸਵਾਗਤ ਹੈ ਤੁਹਾਡਾ। शुक्रिया जी। घूम फिर के आए ने जी ये पहाड़ा की सैर करके। दविंदर कौर जी कहने बिल्कुल सही भाई, मेरे साथ भी कुछ ऐसा ही हुआ, परंतु अभी भी आदतें नहीं बदली, जितनी हो जाए आज भी मदद कर रहे हैं जी, यही जिंदगी है पारस भाई। बिल्कुल। एहसान राणा जी कहने भुखिया नूं ते दंदल पीनी पैनी सी, रजियां दे मूहां अड्डे अड्डे लगदे ने।
ਵਾਹ ਬਹੁਤ ਵਧੀਆ ਹੈ ਜੀ, ਬਹੁਤ ਰੱਜਿਆਂ ਦੇ ਵਧੀਆ। ਮੂੰਹ ਅੱਡੇ ਅੱਡੇ ਲੱਗਦੇ ਨੇ। ਰੱਜਿਆਂ ਦੇ ਮੂੰਹ ਅੱਡੇ ਅੱਡੇ ਲੱਗਦੇ ਨੇ। ਬਹੁਤ ਸ਼ੁਕਰੀਆ ਸੁਭਾਸ਼ ਭਾਈ। ਲੰਬੜਦਾਰ ਜੀ ਬਹੁਤ ਬਹੁਤ ਸ਼ੁਕਰੀਆ। ਸੁਭਾਸ਼ ਜੀ ਕਹਿੰਦੇ ਸਰ ਜੀ ਆਪਣੀ ਆਦਤ ਦੇ ਤਾਂ ਕੁੱਤੇ ਫੇਲ ਹੈ ਜੀ। ਠੀਕ ਹੈ ਜੀ। ਜੀ ਇਹ ਲੰਬੜਦਾਰ ਜੀ ਕਹਿੰਦੇ ਨੇ ਬਿਲਕੁਲ ਸਹੀ ਅਰਥਾਂ ਵਿੱਚ ਸਮਝੀਏ ਤਾਂ ਇਹੋ ਹੀ ਗੱਲ ਠੀਕ ਹੈ ਜੀ। ਜੀ ਮਿਹਰਬਾਨੀ। ਹਰਪ੍ਰੀਤ ਸਿੰਘ ਜਸ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਜਦੋਂ ਅਸੀਂ ਟੁੱਟੇ ਹੁੰਦੇ ਉਸ ਵੇਲੇ ਹੋਰ ਵੀ ਤੋੜਨ ਵਾਲੇ ਬਹੁਤ ਆ ਜਾਂਦੇ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ ਹਰਪ੍ਰੀਤ ਸਿੰਘ ਜਸ ਜੀ। ਇਸ ਕਰਕੇ ਹਮੇਸ਼ਾ ਜੁੜੇ ਰਹੋ ਤਾਂ ਕਿ ਤੁਹਾਨੂੰ ਲੋਕ ਤੋੜਨ ਦੀ ਕੋਸ਼ਿਸ਼ ਨਾ ਕਰਨ। ਉਹੀ ਗੱਲ ਏਕਤਾ ਦੇ ਵਿੱਚ ਵੱਲ ਹੈ, ਜਦੋਂ ਤੁਸੀਂ ਜੁੜੇ ਹੁੰਦੇ ਹੋ ਤਾਂ ਤੁਹਾਨੂੰ ਲੋਕ ਤੋੜਨ ਲੱਗੇ ਸੋਚਦੇ ਨੇ ਕਿ ਇਹ ਇਨਸਾਨ ਨੂੰ ਕਿੱਦਾਂ ਤੋੜਿਆ ਜਾਵੇ। ਪ੍ਰਵੀਨ ਕੌਰ ਸਿੱਧੂ ਜੀ ਕਹਿੰਦੇ ਕਾਲ ਨਾ ਕਰਨਾ ਕਰ ਸਜਣਾ, ਸਬਰ ਤੋਂ ਵੀ ਕੰਮ ਲੈ ਸਜਣਾ, ਧਿਆਨ ਇੱਕ ਪਾਸੇ ਲਾ ਕੇ ਕਰ ਮੁਸ਼ਕਲ ਸਰ ਸਜਣਾ। ਬਹੁਤ ਵਧੀਆ, ਬਹੁਤ ਬਹੁਤ ਵਧੀਆ ਜੀ। ਖੂਬਸੂਰਤ। ਗੁਰਿੰਦਰ ਕੌਰ ਲਿਖਦੇ ਨੇ ਕਿ ਕਦੇ ਵੀ ਕਿਸੇ ਤੋਂ ਜੈਲਸੀ ਨਹੀਂ ਕਰਨੀ ਚਾਹੀਦੀ ਬਲਕਿ ਉਸ ਦੀ ਰੀਸ ਕਰਨੀ ਚਾਹੀਦੀ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਸਾਡੇ ਨਾਲ ਰੀਸ ਕਰ ਜੀ। ਜੀ ਬਹੁਤ ਵਧੀਆ ਬਿਲकुल ਜੀ। सही। सही है जी फंडा ये भी। हम्म। अजमल जी कहते हैं जी कैसे बदल दूं आदत में अपनी कि मुझे तुझे याद करने की आदत हो गई ਆਹਾ है। ਕੀ बहुत बढ़िया ਬਾਤ जी। ਹੈ, ਅੱਜ ਤਾਂ ਇੱਕ ਤੋਂ ਇੱਕ ਸ਼ੇਰ ਆ ਰਿਹਾ। ਅਹਿਸਾਨ ਰਾਣਾ ਜੀ ਕਹਿੰਦੇ ਦੂਸਰੇ ਨੂੰ ਸੁਣਨਾ ਚਾਹੀਦਾ ਹੈ। ਮੁਨੱਜ਼ਾ ਦੀ ਸੋਹਣੀ ਗੱਲ ਹੈ। ਜ਼ਿਆਦਾ ਬੋਲਣ ਵਾਲਾ ਅਹਿਸਾਸ ਬੱਤਰੀ ਦਾ ਸ਼ਿਕਾਰ ਹੁੰਦਾ ਹੈ। ਬਿਲਕੁਲ ਸਹੀ ਗੱਲ ਹੈ ਅਹਿਸਾਨ ਰਾਣਾ ਜੀ। ਬਿਲਕੁਲ ਸਾਨੂੰ ਦੂਸਰੇ ਨੂੰ ਸੁਣਨ ਦੀ ਆਦਤ ਜ਼ਰੂਰ ਹੋਣੀ ਚਾਹੀਦੀ ਹੈ। ਜਸਪ੍ਰੀਤ ਕੌਰ ਬੱਬੂ ਜੀ ਕਹਿੰਦੇ ਬਿਲਕੁਲ ਸਹੀ ਕਿਹਾ ਜੀ ਤੁਸੀਂ। ਉਮੀਦ ਆਸ਼ਾ ਵੀ ਹੈ ਤੇ ਲੋੜ ਤੋਂ ਜ਼ਿਆਦਾ ਉਮੀਦ ਨਿਰਾਸ਼ਾ ਵੀ जी ਹੈ। बिल्कुल जी जसप्रीत जी बिल्कुल सही गल है। अजमल जी कहते बहुत कुछ बदला है मैंने अपने आप में लेकिन तुम्हें वो टूट कर चाहने की आदत अब तक नहीं बदली। क्या वीर जी बात ਅੱਜ ਹੈ, ਬਚ ਕਿਆ ਜਾਓ। ਬਾਤ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਹਾਂ ਅੱਜ ਮੈਨੂੰ ਲੱਗਦਾ ਭਾਬੀ ਸਵੇਰੇ ਜੀ ਜਾਂ ਤਾਂ ਪੇਕੇ ਸਵੇਰੇ ਗਏ ਸੈਰੀ ਆ ਚ ਤੁਹਾਨੂੰ ਖਾਣਾ ਨਹੀਂ ਮਿਲਣਾ। ਜਾਂ ਤਾਂ ਭਾਬੀ ਜੀ ਪੇਕੇ ਗਏ ਜਾਂ ਉਹਨਾਂ ਦਾ ਨੈਟ ਜਿਹੜਾ ਉਹ ਖਤਮ ਹੋ ਚੁੱਕਾ ਹੈ। ਜੀ। ਇਸੇ ਕਰਕੇ ਇਹਨਾਂ ਨੇ ਰੋਮਾਂਟਿਕ ਸ਼ੇਅਰ ਇੰਨੇ ਆ ਰਹੇ ਆ। ਲੰਬੜਦਾਰ ਜੀ ਕਹਿੰਦੇ ਨੇ ਇਸ ਪ੍ਰੋਗਰਾਮ ਦੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਨੂੰ ਮੁਹੱਬਤਾਂ ਪਿਆਰ ਸਤਿਕਾਰ ਆਪਣਾ ਜੀ। ਬਹੁਤ ਸ਼ੁਕਰੀਆ ਸ਼ੁਕਰੀਆ। ਰਿਤੂ ਸੂਦ ਵਰਮਾ ਜੀ ਕਹਿੰਦੇ ਵੈਰੀ ਨਾਈਸ ਟੌਪਿਕ। ਸ਼ੁਕਰੀਆ ਜੀ। ਜੀ ਸ਼ੁਕਰੀਆ। ਅਹਿਸਾਨ ਰਾਣਾ ਜੀ ਕਹਿੰਦੇ ਮੁਹੱਬਤ ਤੇ ਹੋਸ ਵਿੱਚ ਬੜਾ ਫਰਕ ਬੜਾ ਹੈ ਫਰਕ ਹੈ। ਇਹ ਸਾਨੂੰ ਹਵਸ ਵਿੱਚ, ਜੀ ਮੁਹੱਬਤ ਤੇ ਹਵਸ ਵਿੱਚ ਬੜਾ ਬੜਾ ਫਰਕ ਹੈ। ਸਾਨੂੰ ਮੁਹੱਬਤ ਦੇ ਨਜ਼ਦੀਕ ਨੀਅਤ ਕਰਦੀ ਹੈ ਜੀ। ਬਿਲਕੁਲ ਬਹੁਤ ਬਹੁਤ ਸੋਹਣਾ ਖੂਬਸੂਰਤ, ਜੀ, ਬਹੁਤ ਬਹੁਤ ਸੋਹਣੀ ਗੱਲ ਖੂਬਸੂਰਤ ਹੈ। ਗੱਲ ਕਹੀ ਹੈ। ਜਸਵੀਰ ਕੌਰ ਕਹਿੰਦੇ ਨੇ ਕਿ ਮਨਜ਼ਰ ਜੀ ਠੀਕ ਕਹਿ ਰਹੇ ਹੋ ਜੀ। ਚੰਗਾ ਬੁਲਾਰਾ ਹੀ ਉਹ ਹੈ ਜਿਹੜਾ ਚੰਗਾ ਸਰੋਤਾ ਹੈ। ਸੁਣਨ ਦੀ ਆਦਤ ਵੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਜੀ ਜੀ। ਬਿਲਕੁਲ। ਬਿਲਕੁਲ। ਪ੍ਰਵੀਨ ਕੌਰ ਸਿੱਧੂ ਲਿਖਦੇ ਨੇ ਕਿ ਜੋ ਵਿਅਕਤੀ ਆਪ ਸਾਫ਼ ਦਿਲ ਹੁੰਦੇ ਹਨ ਉਹ ਸਭ ਉੱਪਰ ਵਿਸ਼ਵਾਸ ਕਰ ਜੀ ਲੈਂਦੇ ਹਨ ਜੀ। ਜੀ। ਤੇ ਅਜਮਲ ਜੀ ਨੇ ਲਿਖਿਆ ਜੀ ਕਿ ਮੁਝ ਕੋ ਲੋ ਜੀ ਕਮੈਂਟ ਫਿਰ ਲੰਘੇ ਜੀ ਕਮੈਂਟ ਸਾਡੇ। ਇਹ ਅੱਜ ਕਮੈਂਟਸ ਕਾਫੀ ਨੇ ਜੀ। ਇਹ ਮੈਨੂੰ ਲੱਗਦਾ ਕਿ ਮਨਜ਼ਰ ਸਾਰੇ ਕਮੈਂਟ ਸਾਡੇ ਕੋਲ ਪੜ੍ਹ ਨਹੀਂ ਜੀ ਹੋਣੇ ਕਿਉਂਕਿ ਚਲੋ ਵਕਤ ਵੀ ਸਤਿੰਦਰ ਹੋ ਕੌਰ ਚੁੱਕਾ। ਜੀ ਦਾ ਮੈਸੇਜ ਪੜ੍ਹਦੇ ਹਾਂ ਕਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ, ਸਵਾਗਤ ਹੈ। ਚੰਦਰ ਸ਼ੇਖਰ ਜੀ ਆਏ ਨੇ ਜੀ ਕਹਿੰਦੇ ਬਹੁਤ ਸਤਿ ਦੇਰ ਸ਼੍ਰੀ ਬਾਅਦ ਆਏ ਅਕਾਲ ਨੇ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਐਡਵੋਕੇਟ ਨੂੰ। ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਮਿਹਰਬਾਨੀ ਪ੍ਰੋਗਰਾਮ ਚ ਆਏ ਹੋ ਜੀ। ਮਿਹਰਬਾਨੀ। ਇਹ ਅਜਮਲ ਜੀ ਬਹੁਤ ਬਹੁਤ ਸ਼ੁਕਰੀਆ। ਰਾਣਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਅਜਮਲ ਜੀ 10% ਮੇਰਾ ਜੀ ਕਹਿ ਰਹੇ ਨੇ ਜੀ। ਜੀ ਤੇ ਭਰਪੂਰ ਸਿੰਘ ਜੀ ਆਏ ਨੇ ਜੀ। ਬੰਸ ਰਾਓ ਤੋਂ ਜੀ। ਜੀ ਕਹਿੰਦੇ ਉਹਨਾਂ ਸਿੱਖਿਆ ਦੇ ਮਿਥਲੇ अजीब मापदंड ऐसी मात बोली बोलते गवार हो जी गए। बिल्कुल सही गल है। अजमल भाई ने लिखा है कि उनकी आदत है शरारे मेरी दिल पर रखना, खुद सितम ढाकर मेरा नाम सितमगर रखना। वाह वाह, क्या बहुत बात बढ़िया। है, बहुत इन्ने औखे शेर लिखदे खूबसूरत। सोना तुसीं। प्रोग्राम देखने की आदत पै गई है। बहुत शुक्रिया अजमल ਜੀ भाई। ਸਤਿੰਦਰਜੀਤ ਕੌਰ ਕਹਿੰਦੇ ਨੇ ਕਿ ਛੱਡ ਕੇ ਰੋਸੇ ਮਨ ਦੇ ਸਿੱਟਣਾ ਗੁੰਝਲਾਂ ਨੂੰ ਸੁਲਝਾ ਲੈ ਕੱਲਿਆਂ ਕੱਲਿਆਂ ਤੁਰਿਆਂ ਲੱਗਦਾ ਜੇਕਰ ਪੰਧ ਲੰਮੇਰਾ ਹੈ। वाह ਬਹੁਤ ਵਧੀਆ बहुत ਬਹੁਤ ਵਧੀਆ ਜੀ। खूबसूरत। चंद्र शेखर जी ने लिखा जी कौन है जिसमें कमी नहीं है आसमां के पास भी तो जमीन जमीन नहीं है। वाह बहुत खूबसूरत, ਬਹੁਤ बहुत ਸੋਹਣਾ खूबसूरत ਸ਼ੇਰ शेर ਹੈ है ਜੀ। जी। ਸੁਭਾਸ਼ ਜੀ ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ। ਅਮਨ ਦਾਤੇ ਵਾਸੀਆ ਲਿਖਦੇ ਨੇ ਕਿ ਜੇਕਰ ਤੁਹਾਨੂੰ ਕੋਈ ਗਾਲ ਕੱਢਦਾ ਬੁਰਾ ਕਹਿੰਦਾ ਤਾਂ ਤੁਸੀਂ ਤੁਰੰਤ ਪ੍ਰਤੀਕਿਰਿਆ ਨਾ ਦਿਓ। 24 ਘੰਟਿਆਂ ਬਾਅਦ ਉਸ ਨੂੰ ਆਪਣੀ ਪ੍ਰਤੀਕਿਰਿਆ ਦਿਓ। ਤੁਸੀਂ ਦੇਖੋਗੇ ਤੁਸੀਂ ਉਸ ਨੂੰ ਜੈਸੇ ਕੋ ਤੈਸਾ ਵਾਲਾ ਵਿਹਾਰ ਵਿੱਚ ਜਵਾਬ ਨਹੀਂ ਦੇ ਸਕੋਗੇ। ਤੁਹਾਡਾ ਇਹ ਵਿਸ਼ਾ ਸਮੱਸਿਆ ਦੇ ਹੱਲ ਵੱਲ ਸਿੱਧਿਤ ਹੈ। ਬੁਰੀਆਂ ਆਦਤਾਂ ਵਿਕਸਿਤ ਕਿਉਂ ਹੁੰਦੀਆਂ ਨੇ ਜ਼ਿਆਦਾ ਇਹਨਾਂ ਬਾਬਤ ਗੱਲ ਕਰਨ ਦੀ ਲੋੜ ਹੈ ਜੀ। ਬਿਲਕੁਲ ਜੀ। ਅਮਨ ਦਾਤੇ ਵਾਸੀਆ ਜੀ। ਪਰ ਕੁਝ ਮੇਰੇ ਦੋਸਤ ਇਦਾਂ ਦੇ ਨੇ ਜਿਨ੍ਹਾਂ ਦੇ ਨਾਲ ਜਦੋਂ ਲੜਾਈ ਕਰ ਲਓ ਜੇ 24 ਘੰਟੇ ਦਾ ਗੈਪ ਜਾਂ 10 ਘੰਟੇ ਦਾ ਗੈਪ ਪੈ ਗਿਆ ਤੇ ਉਹਨਾਂ ਦੇ ਮਨ ਦੇ ਵਿੱਚ ਹੋਰ ਗੁਬਾਰ ਭਰ ਜਾਂਦੇ ਆ। ਫਿਰ ਉਹਨਾਂ ਦੋਸਤਾਂ ਦਾ ਵੀ ਕੀ ਕਰੀਏ। ਹੋਰ ਜ਼ਿਆਦਾ ਉਹਨਾਂ ਦੇ ਗਿਲਾ ਗੁਬਾਰ ਪੈਦਾ ਵੀ ਹੋ ਜਿਹੜੇ ਜਾਂਦਾ ਹੈ। ਉਹ ਜਿਹੜੇ ਠੰਡੇ ਕਰਨੇ ਪੈਂਦੇ ਆ। ਜੀ। ਇਹ ਪਰਸਨ ਟੂ ਪਰਸਨ ਹਰ ਇੱਕ ਬੰਦੇ ਦੀ ਆਦਤ ਤੇ ਡਿਪੈਂਡ ਕਰਦਾ ਹੁੰਦਾ ਕਿ ਉਹ ਕਿੱਦਾਂ ਦਾ ਸੁਭਾਅ ਰੱਖਦਾ ਆ। ਇਹ ਆਪਾਂ ਸੋਚ ਲੈਂਦੇ ਹਾਂ ਕਿ 24 ਘੰਟੇ ਆਪਾਂ ਚੁੱਪ ਰਹੀਏ ਤਾਂ ਗੱਲ ਜਿਹੜੀ ਠੰਡੀ ਹੋ ਜਾਊਗੀ। ਕਈ ਵਾਰੀ ਕੀ ਹੁੰਦਾ ਕੋਈ ਇਨਸਾਨ ਤੁਹਾਡੇ ਕੋਲੋਂ ਉਸੇ ਵਕਤ ਤੁਹਾਡਾ ਜਵਾਬ ਸੁਣਨਾ ਚਾਹੁੰਦਾ ਹੁੰਦਾ ਕਿ ਤੁਸੀਂ ਉਹਦੇ ਬਾਰੇ ਕੀ ਸੋਚਦੇ ਆ। ਤੇ ਜੇ ਤੁਸੀਂ ਨਹੀਂ ਬੋਲੋਗੇ 8-10 ਘੰਟੇ ਦਾ ਜਾਂ 15-20 ਘੰਟੇ ਦਾ ਗੈਪ ਪੈ ਗਿਆ ਤੇ ਉਹ 15-20 ਘੰਟੇ ਦੇ ਜਿਹੜੇ ਗੁਬਾਰ ਆ ਫਿਰ ਜਿਹੜੇ ਬਹੁਤ ਢਿੱਡ ਦੇ ਵਿੱਚ ਫਟਦਾ ਜਿਹੜੇ ਗੋਲੇ ਬਣ ਗਏ ਆ ਨਾ ਜੀ। ਉਹ ਬਹੁਤ ਬੁਰੀ ਤਰ੍ਹਾਂ ਫਟਦੇ ਆ। ਜੀ ਬਿਲਕੁਲ। ਵੈਸੇ ਇਹਨਾਂ ਦਾ ਸੁਝਾਅ ਠੀਕ ਹੈ ਕਿ ਬੁਰੀਆਂ ਆਦਤਾਂ ਵਿਕਸਿਤ ਕਿਉਂ ਹੁੰਦੀਆਂ ਨੇ, ਇਹਦੇ ਬਾਰੇ ਵੀ ਗੱਲ ਜ਼ਰੂਰ ਕਰਾਂਗੇ ਜੀ ਜ਼ਰੂਰ ਇਹਦੇ ਬਾਰੇ ਜੀ ਵੀ ਗੱਲ। ਬਿਲਕੁਲ ਜੀ ਇੱਕ ਜੀ। ਪ੍ਰੋਗਰਾਮ ਜ਼ਰੂਰ ਰੱਖਾਂਗੇ ਇਨਸ਼ਾਅੱਲਾ। ਜੀ। ਸੋਮਵਾਰ ਨੂੰ ਦੇਖਾਂਗੇ ਜ਼ਰੂਰ ਇਹਦੇ ਬਾਰੇ ਗੱਲ ਹਮ। ਕਰਾਂਗੇ। ਭੋਲਾ ਚਾਓ ਵਾਲਾ ਭੋਲਾ ਜੀ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਮੇਰੀ ਛੋਟੀ ਭੈਣ ਤੇ ਮੇਰੇ ਵੀਰ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ। ਮਨਜੀਤ ਸਿੰਘ ਜੀ ਕਹਿੰਦੇ ਸ਼ਬਦ ਹਾਈਪਰ ਲਿਖਿਆ ਸੀ ਪਰ ਹਾਈਡਰੋਜਨ ਲਿਖਿਆ ਗਿਆ ਸੀ। ਮੈਂ ਸਮਝ ਜੀ। ਗਿਆ ਸੀ ਜੀ ਤੁਸੀਂ ਹਾਈਪਰ ਲਿਖਣਾ ਸੀ ਹਾਈਡਰੋਜਨ ਲਿਖਿਆ ਗਿਆ ਸੀ ਜੀ। ਕੋਈ ਗੱਲ ਨਹੀਂ। ਵਾਰਿਸ ਪਰ ਮੈਂ ਉਹਨੂੰ ਸ਼ਾਹ ਨਾਲ- ਹਾਈਡਰੋਜਨ ਹੀ ਪੜਿਆ ਸੀਗਾ ਜੀ। ਜਦ ਕਿ ਹਾਈਪਰ ਸੀ ਉਹ। ਇਹ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟ ਦਿਓ ਪੂਰੀਆਂ ਪੂਰੀਆਂ ਜੀ। ਬਿਲਕੁਲ ਜੀ ਬਿਲਕੁਲ। ਲੰਬੜਦਾਰ ਜੀ ਸਹੀ ਕਿਹਾ ਤੁਸੀਂ। एहसान राना कह रहे हैं कि सेहतमंद ते
ਡਾਈਟਿੰਗ ਜ਼ਿਆਦਾ ਆਪਣੇ ਨਾਲ ਦੁਸ਼ਮਣੀ ਨਾ ਕਰੋ। ਸ਼ਫਕਤ ਮਹਿਮੂਦ ਹੋਰਾਂ ਠੀਕ ਆਖਿਆ ਹੈ ਜੀ। ਜੀ ਬਿਲਕੁਲ ਜੀ। ਸੁਭਾਸ਼ ਭਾਈ ਕਹਿੰਦੇ OMG। ਦਵਿੰਦਰ ਕੌਰ ਜੀ ਬਹੁਤ ਬਹੁਤ ਸ਼ੁਕਰੀਆ। ਰਿੰਕੂ ਠਾਠੀ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਰਿੰਕੂ ਠੱਠੀ ਭਾਈ ਮੋਗਾ ਪੰਜਾਬ ਤੋਂ ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ। ਇਹ ਕਹਿੰਦੇ ਨੇ ਹਮ ਵੀ कुछ नहीं वफा करके खुश नहीं वफा करके ये भी अच्छा हुआ आपसे निभा नहीं हुई। वाह बहुत खूबसूरत जी। तनवीर पुरी जी कहने कोशिश करनी चाहिदी है बुरियां आदतां तो बचे रहन दी। जी बिल्कुल बिल्कुल सही तुसी क्या। लोग कहते हैं मुझे काम की आदत ही नहीं, मैं कहता हूँ मुझे राहत से फुर्सत ही नहीं। वाह क्या बात है। चुप करो नमाज पढ़ रही है। ठीक है दविंदर कौर जी बहुत बहुत शुक्रिया। अजमल जी कहते हैं जी कि आदत फिर इन्होंने कुछ होने लिखा जी। ਉਹ ਕਹਿੰਦੇ ਅੱਜ ਮੈਂ ਕੁਛ ਨਹੀਂ ਨਾ ਇਦਾਂ ਦਾ ਕੁਛ ਲਿਖਿਆ ਤੇ ਚਲੋ ਕੋਈ ਗੱਲ ਨਹੀਂ। ਸੁਭਾਸ਼ ਭਾਈ ਕਹਿ ਰਹੇ ਨੇ लोगों को यूं ही अकड़ने की आदत है, बातें बेबात झगड़ने की आदत है। रिंकू ठाठी जी बहुत बहुत शुक्रिया। अजमल भाई कहने आदत तो ਸਸਪਸ਼ਟ ਪਤਾ ਨਹੀਂ ਕੀ ਲਿਖਿਆ ਉਹਨਾਂ ਨੇ, ਕਿਹੜੀ ਭਾਸ਼ਾ 'ਚ ਲਿਖਿਆ। ਨਮਰਤਾ ਵੀਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਜੀ ਸ਼ੁਕਰੀਆ ਜੀ ਰਵਿੰਦਰ ਉਪਲ ਜੀ, ਤੁਹਾਡੀ ਵੀ ਬਹੁਤ ਮਿਹਰਬਾਨੀ। ਦਵਿੰਦਰ ਕੌਰ ਜੀ ਬਹੁਤ ਬਹੁਤ ਸ਼ੁਕਰੀਆ। ਸੁਭਾਸ਼ ਪਾਰਸ ਮੇਰੇ ਵੀਰ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ ਤੁਹਾਡੀ। ਲੰਬੜਦਾਰ ਜੀ ਕਹਿੰਦੇ ਨੇ ਜੀ ਉੱਪਲ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ। ਬਹੁਤ ਮਿਹਰਬਾਨੀ। ਤਨਵੀਰ ਪੁਰੀ ਜੀ ਕਹਿੰਦੇ ਨੇ ਜੀ ਕਿ ਦੇਰ ਤੱਕ ਜਾਗਣ ਦੀ ਆਦਤ ਤੇ ਬਹੁਤ ਸਾਰੇ ਲੋਕਾਂ ਦੀ ਹੈ, ਖਾਸ ਤੌਰ ਤੇ ਰਮਜ਼ਾਨ ਵਿੱਚ ਤੇ ਲੋਕ ਰਾਤਾਂ ਨੂੰ ਸਹਿਰੀ ਤੱਕ ਜਾਗਦੇ ਨੇ। ਜੀ ਬਿਲਕੁਲ ਕਈ ਵਾਰ ਇਬਾਦਤ ਕਰਦੇ ਨੇ। ਦਵਿੰਦਰ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ। ਦਵਿੰਦਰ ਕੌਰ ਉਪਲ ਜੀ। ਅਹਿਸਾਨ ਰਾਣਾ ਜੀ ਕਹਿ ਰਹੇ ਨੇ ਕਿ ਪਿੰਨੀਆਂ ਨਾ ਮਿਲਿਆ ਬਰਦਾਸ਼ਤ ਕਰਕੇ ਖੁਸ਼ ਹਾਂ। ਅੱਜ ਆਏ ਨਹੀਂ ਜੀ ਪਿੰਨੀਆਂ ਵਾਲੇ ਬਾਦਸ਼ਾਹ ਆਏ ਨਹੀਂ ਜੀ ਹੈਗੇ ਅੱਜ, ਤੇ ਕੋਈ ਗੱਲ ਨਹੀਂ। ਉਹ ਅੱਜ ਕੱਲ ਥੋੜਾ ਜਿਹਾ ਮੈਨੂੰ ਲੱਗਦਾ ਪਿੰਨੀਆਂ ਬਣਾਉਣ ਚ ਬਿਜ਼ੀ ਨੇ। ਮੇਰੀ ਆਦਤ ਹੈ, ਚਲ ਕੋਈ ਗੱਲ ਨਹੀਂ। ਅਜਮਲ ਭਾਈ ਕਹਿੰਦੇ ਮੇਰੀ ਆਦਤ ਹੈ। ਬਿਲਕੁਲ ਅਜਮਲ ਭਾਈ ਦੀ ਇਹ ਆਦਤ ਬਹੁਤ ਅੱਛੀ ਹੈ। ਉਹ ਇਹ ਗੱਲ ਕਹਿਣਾ ਚਾਹੁੰਦੇ ਨੇ ਕਿ ਚੱਲ ਕੋਈ ਗੱਲ ਨਹੀਂ, ਜਦੋਂ ਕੁਝ ਬੁਰਾ ਹੁੰਦਾ ਹੈ ਤੇ ਜੇ ਅਸੀਂ ਇਹ ਗੱਲ ਸਿੱਖ ਲਈਏ ਚੱਲ ਕੋਈ ਗੱਲ ਨਹੀਂ ਕਹਿਣਾ, ਤੇ ਫਿਰ ਜਿਹੜਾ ਹੈ ਫਿਰ ਕੁਝ ਵੀ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਰਹਿੰਦਾ। ਸਾਡੇ ਭੂਆ ਜੀ ਸੀ ਵੱਡੇ, ਉਹ ਕਹਿੰਦੇ ਹੁੰਦੇ ਸੀ ਕੋਈ ਨਾ, ਤੇ ਕੋਈ ਨਾ ਜਦੋਂ ਚੰਗੋ ਜਦੋਂ ਕਹਿ ਦੇਣਾ ਤੇ ਉਸ ਤੋਂ ਬਾਅਦ ਫਿਰ ਕੋਈ ਗੱਲ ਹੀ ਨਹੀਂ ਰਹਿੰਦੀ ਹਨਾ। ਜਦੋਂ ਫਿਰ ਕੋਈ ਜਦੋਂ ਬਹਿਸ ਦੀ ਗੱਲ ਹੀ ਨਹੀਂ ਰਹਿੰਦੀ ਤੇ ਜਿਹੜਾ ਹਰ ਕੰਮ ਹੈ ਉਹ ਵਧੀਆ ਹੀ ਹੁੰਦਾ। ਅਜਮਲ ਜੀ ਕਹਿੰਦੇ ਨੇ ਬਹੁਤ ਵਧੀਆ ਪ੍ਰੋਗਰਾਮ ਦੇਖਣ ਦੀ ਬਹੁਤ ਮਾੜੀ ਆਦਤ ਪੈ ਗਈ। ਚਲੋ ਇਹ ਮਾੜੀ ਆਦਤ ਵੀ ਚੰਗੀ ਆਦਤ ਹੀ ਆ ਜੋ ਭਾਈ। ਜਿੱਦਾਂ ਕਈ ਚੰਗੀਆਂ ਆਦਤਾਂ ਬੁਰੀਆਂ ਆਦਤਾਂ ਹੁੰਦੀਆਂ, ਇਸੇ ਤਰ੍ਹਾਂ ਕਈ ਬੁਰੀਆਂ ਆਦਤਾਂ ਉਹ ਚੰਗੀਆਂ ਆਦਤਾਂ ਵੀ ਹੁੰਦੀਆਂ ਨੇ। ਬਹੁਤ ਬਹੁਤ ਸ਼ੁਕਰੀਆ। ਲੋ ਜੀ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਬੁਰੀਆਂ ਆਦਤਾਂ ਸਤਰੰਗੇ ਪਲ। ਤੁਸੀਂ ਸੁਣਦੇ ਸੀ ਸ਼ਹਿਬਾਜ਼ ਤੇ ਮੁਨੱਜ਼ਰ ਸੰਗ ਜੀ। ਇਹ 10 ਮਿੰਟ ਉੱਤੇ ਹੋ ਗਏ ਨੇ, ਮਾਫੀ ਚਾਹੁੰਦੇ, ਤੁਹਾਡਾ ਵਕਤ ਬਹੁਤ ਲੈ ਲਿਆ। ਕਮੈਂਟਸ ਕਾਫੀ ਸੀ, ਵਿੱਚੋਂ ਕੁਝ ਲੰਘ ਵੀ ਗਏ, ਮਾਫੀ ਚਾਹੁੰਦੇ ਹਾਂ। ਤੇ ਉਹਨਾਂ ਦੋਸਤਾਂ ਨੂੰ ਇੱਕ ਵਾਰੀ ਹੱਥ ਜੋੜ ਕੇ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਜਿਨ੍ਹਾਂ ਦੇ ਕਮੈਂਟਸ ਨਹੀਂ ਪੜ੍ਹ ਸਕੇ, ਪਰ ਉਹਨਾਂ ਦਾ ਸ਼ੁਕਰੀਆ, ਤਹਿ ਦਿਲੋਂ ਸ਼ੁਕਰੀਆ। ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਵਾਸਤੇ ਖੂਬਸੂਰਤ ਕਮੈਂਟ ਕੀਤੇ ਨੇ। ਅਜਮਲ ਜੀ ਕਹਿੰਦੇ ਚਲੋ ਕੋਈ ਨਾ, ਬਹੁਤ ਚੱਲ ਕੋਈ ਨਾ ਵੀ ਬਹੁਤ ਸੋਹਣੀ ਗੱਲ ਹੈ ਜੀ। ਬਿਲਕੁਲ ਸਹੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਚੱਲ ਕੋਈ ਨਾ ਵੀ ਜੀ। ਤੇ ਲੋ ਜੀ ਮਿਲਦੇ ਹਾਂ ਜੀ ਕੱਲ ਰਾਤ ਨੂੰ 8 ਵਜੇ ਸਾਡੇ ਪ੍ਰੋਗਰਾਮ ਅਲਫਾਜ਼ ਬੋਲਦੇ ਨੇ ਵਿੱਚ। ਇਹ ਤੁਹਾਡੀਆਂ ਨਜ਼ਮਾਂ, ਤੁਹਾਡੇ ਗੀਤ, ਤੁਹਾਡੀਆਂ ਕਲਮਾਂ ਸੁਣਾਂਗੇ ਜੀ। ਉਹਨਾਂ ਨੇ ਕੀ ਲਿਖਿਆ ਸਾਡੇ ਵਾਸਤੇ, ਕੀ ਪੇਸ਼ ਕੀਤਾ। ਤੁਸੀਂ ਜਿਹੜੇ ਵੀ ਦੋਸਤ ਆਪਣੇ ਹਾਜ਼ਰੀ ਲਵਾਉਣਾ ਚਾਹੁੰਦੇ ਆ ਉਹ ਆਪਣੀ ਆਡੀਓ ਜਾਂ ਵੀਡੀਓ ਰਿਕਾਰਡ ਕਰਕੇ ਸਾਡੇ ਪ੍ਰੋਗਰਾਮ ਲਈ ਮੇਰੇ WhatsApp ਨੰਬਰ 7087415886 ਤੇ ਭੇਜ ਦਿਓ ਜੀ। ਅਜਮਲ ਜੀ ਕਹਿੰਦੇ ਜੀ ਮੇਰੇ ਕੋਲੋਂ ਮਾਫੀ ਮੰਗ ਲਓ ਜੀ। ਜ਼ਰੂਰ ਮੰਗਾਂਗੇ ਜੀ। ਜਸਪ੍ਰੀਤ ਕੌਰ ਬੱਬੂ ਕਹਿੰਦੇ God bless both of you ਜੀ। ਮਿਹਰਬਾਨੀ ਜੀ ਜਸਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ। ਆਇਆ ਕਰੋ ਜੀ ਪ੍ਰੋਗਰਾਮ ਦੇ ਵਿੱਚ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਅਜਮਲ ਭਾਈ ਕਹਿੰਦੇ ਮੇਰੇ ਮੈਸੇਜ ਨਹੀਂ ਪੜ੍ਹੇ। ਅਜਮਲ ਭਾਈ ਹਲੇ ਵੀ ਨਹੀਂ ਪੜ੍ਹੇ। ਇਹ ਤੁਹਾਡੀ ਮਾੜੀ ਆਦਤ ਹੈ ਜੀ, ਜਿਹੜਾ ਤੁਸੀਂ ਕਹਿ ਰਹੇ ਮੈਸੇਜ ਨਹੀਂ ਪੜ੍ਹੇ, ਸਾਰੇ ਮੈਸੇਜ ਪੜ੍ਹਦੇ। ਚਲੋ ਕੋਈ ਨਾ, ਦੇਖੋ ਸੁਭਾਸ਼ ਭਾਈ ਨੇ ਕਿਹਾ ਚਲੋ ਕੋਈ ਨਾ, ਫੇਰ ਸਹੀ, ਕੱਲ ਨੂੰ ਸਹੀ। ਦਵਿੰਦਰ ਕੌਰ ਕਹਿੰਦੇ ਸ਼ੁਭ ਰਾਤਰੀ ਜੀ, ਸ਼ੁਕਰੀਆ ਜੀ। ਤੇ ਲੋ ਦੋਸਤੋ ਕੱਲ ਰਾਤੀ 8 ਵਜੇ ਫਿਰ ਮਿਲਦੇ ਹਾਂ ਜੀ ਰੰਗ FM ਦੇ ਇਸ ਫੇਸਬੁੱਕ ਪੇਜ ਦੇ ਉੱਤੇ ਲਾਈਵ ਤੁਹਾਡੇ ਨਾਲ ਜੁੜਾਂਗੇ ਜੀ। ਤਦ ਤੱਕ ਆਪਣਾ ਧਿਆਨ ਰੱਖੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਵਸਦੇ ਰਹੋ, ਮੁਸਕਰਾਉਂਦੇ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ। ਰੱਬ ਰੱਖਾ। ਅਲਵਿਦਾ। ਸ਼ਬਾ ਖੈਰ। ਸ਼ਬਾ ਖੈਰ। ਚੁੱਪ ਨੂੰ ਹੁਣ ਬੋਲ ਮਿਲੇ ਨੇ, ਸਾਰੇ ਬੂਹੇ ਖੋਲ ਮਿਲੇ ਨੇ। ਚੁੱਪ ਨੂੰ ਹੁਣ ਬੋਲ ਮਿਲੇ ਨੇ, ਸਾਰੇ ਬੂਹੇ ਖੋਲ ਮਿਲੇ ਨੇ। ਹਰ ਚਾਨਣ ਦਾ ਜਾਇਆ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂਗਾ, ਹੁਣ ਰੰਗ ਬੋਲੂਗਾ, ਹੁਣ ਰੰਗ ਬੋਲੂਗਾ। ਤੁਸੀਂ ਸੁਣ ਰਹੇ ਹੋ ਰੰਗ ਰੇਡੀਓ।